ਦਿੱਲੀ ਦੇ ਵਿੱਚ ਜੋ ਕਿਸਾਨਾਂ ਦੀ ਮੀਟਿੰਗ ਹੋਈ, ਕੁਝ ਹੋਰ ਗੱਲਾਂ ਬਾਤਾਂ ਅਸੀਂ ਕਰਾਂਗੇ। ਲਾਈਵ ਸਾਡੇ ਨਾਲ ਹਾਜ਼ਰ ਨੇ ਸੁਸ਼ੀਲ ਦਸਾਂਝ ਸਾਹਿਬ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਸਤਿ ਸ਼੍ਰੀ ਅਕਾਲ ਜੀ, ਪਿਆਰ ਭਰੀ ਨਮਸਕਾਰ, ਗੁੱਡ ਮਾਰਨਿੰਗ ਤੇ ਆਦਾਬ। ਮੈਂ ਸੁਸ਼ੀਲ ਦਸਾਂਝ, ਸਾਂਝਾ ਪੰਜਾਬ ਟੈਲੀਵਿਜ਼ਨ ਤੇ ਸਿੰਘੂ ਬਾਰਡਰ ਤੋਂ ਤੁਹਾਡੇ ਨਾਲ ਇਸ ਵੇਲੇ ਜੁੜ ਰਿਹਾ ਤੇ ਸੁਰਖੀਆਂ ਤੁਹਾਡੇ ਲਈ ਸਾਂਝੀਆਂ ਕਰ ਦਿੰਦੇ ਆ। ਅੱਜ ਮੈਂ ਬਹੁਤ ਸਾਂਝੀ ਇਸ ਤਰ੍ਹਾਂ ਕਿ ਅੱਜ ਮੈਂ ਬਹੁਤ ਜ਼ਿਆਦਾ ਉੱਚੀ ਸੁਰ 'ਚ ਸ਼ਾਇਦ ਗੱਲ ਨਾ ਕਰ ਸਕਾਂ ਜੀ। ਥੋੜਾ ਜਿਹਾ ਮੈਨੂੰ ਲੱਗਦਾ ਕਿ ਪ੍ਰੋਬਲਮ ਹੈ ਗਲੇ ਦੇ ਵਿੱਚ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ 15 ਮਿੰਟ ਬਾਅਦ ਬ੍ਰੇਕ ਲੈ ਕੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਜਾਈਏ। ਪਰ ਅਸੀਂ ਰਿਐਲਿਟੀ ਜੋ ਹੈ ਇਸ ਵੇਲੇ ਜੋ ਸਾਰਾ ਕੁਝ ਵਾਪਰ ਰਿਹਾ ਤੇ ਉਹ ਰਿਐਲਿਟੀ ਕੀ ਹੈ, ਫਿਊਚਰ ਕੀ ਹੋਣ ਵਾਲਾ ਹੈ ਕਿਸਾਨ ਅੰਦੋਲਨ ਦਾ, ਤੇ ਉਹਦੇ ਬਾਰੇ ਚਰਚਾ ਕਰਾਂਗੇ। ਪਰ ਬ੍ਰੇਕਿੰਗ ਨਿਊਜ਼ ਦੇ ਤੌਰ ਤੇ ਜੇ ਅਸੀਂ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੋਣ, ਤੁਹਾਡੇ ਕੋਲ ਵੈਸੇ ਖਬਰਾਂ ਬਹੁਤੀਆਂ ਪਹੁੰਚੀਆਂ ਜੀ, ਤਾਂ ਕਿਸਾਨਾਂ ਤੇ ਭਾਰਤ ਸਰਕਾਰ ਦੇ ਵਿਚਾਲੇ ਅੱਜ ਦੀ ਜਿਹੜੀ ਗੱਲਬਾਤ ਹੈ ਉਹਦਾ ਕੋਈ ਸਿੱਧਾ ਸਿੱਟਾ ਨਹੀਂ ਨਿਕਲਿਆ। ਕਿਸਾਨਾਂ ਨੇ ਕਹਿ ਦਿੱਤਾ ਹੈ ਕਿ ਕਾਨੂੰਨ ਵਾਪਸ ਨਹੀਂ ਹੋਣਗੇ ਤਾਂ ਉਹ ਘਰਾਂ ਨੂੰ ਵੀ ਵਾਪਸ ਨਹੀਂ ਜਾਣਗੇ ਜੀ। ਤੇ ਭਾਰਤ ਦੇ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਹੈ ਕਿ ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਹੈ, ਕਿਸਾਨ ਸਾਡੀ ਗੱਲ ਸਮਝ ਨਹੀਂ ਰਹੇ। ਦਿੱਲੀ ਦੇ ਬਾਰਡਰਾਂ ਤੇ ਲਗਾਤਾਰ ਧਰਨਿਆਂ ਤੇ ਬੈਠੇ ਕਿਸਾਨਾਂ ਦੇ ਟੈਂਟਾਂ 'ਚ ਪਾਣੀ ਵੜਿਆ ਪਰ ਡੋਲਦੇ ਨਹੀਂ ਕਿਸਾਨ। ਕਿਸਾਨ ਅੰਦੋਲਨ ਦੇ ਦੌਰਾਨ ਭਵਾਨੀਗੜ੍ਹ ਦੇ ਕਿਸਾਨ ਦੀ ਠੰਡ ਦੇ ਨਾਲ ਮੌਤ। ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਰਿਲਾਇੰਸ ਜੀਓ ਦੇ ਮੋਬਾਈਲ ਟਾਵਰ ਨੂੰ ਅੱਗ ਲਾਉਣ ਵਾਲੇ ਦੇ ਖਿਲਾਫ ਕੇਸ ਦਰਜ। ਉਧਰ ਰਿਲਾਇੰਸ ਕੰਪਨੀ ਦਾ ਮਹੱਤਵਪੂਰਨ ਬਿਆਨ, ਉਹਨਾਂ ਨੇ ਕਿਹਾ ਕਿ ਅਸੀਂ ਕੋਈ ਜਿਹੜੀ ਕੰਟਰੈਕਟ ਫਾਰਮਿੰਗ ਨਹੀਂ ਕਰਨੀ ਤੇ ਖੇਤੀ ਕਾਨੂੰਨਾਂ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸ਼ਮਸ਼ਾਨ ਘਾਟ ਹਾਦਸੇ ਦੇ ਮਾਮਲੇ 'ਚ 3 ਅਫਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸੁਰਖੀਆਂ ਸੀ, ਇਹਦੇ ਆਲੇ ਦੁਆਲੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਸਟੂਡੀਓ ਲਾਈਨ ਤੇ ਕਾਲ ਕਰਕੇ ਕੋਈ ਵੀ ਸਵਾਲ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜਾਂ ਆਪਣੇ ਵਿਚਾਰ ਦੇ ਸਕਦੇ ਹੋ। ਪਰ ਸੰਖੇਪ ਦੇ ਵਿੱਚ ਅਸੀਂ ਵੀ ਸੰਖੇਪ ਦੇ ਵਿੱਚ ਤੇ ਆਪਣੀ ਸਮਝ ਦੇ ਮੁਤਾਬਕ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਦੱਸਿਆ ਬਹੁਤ ਸਾਂਝ ਹੋਰਾਂ ਨੇ, ਸਾਡਾ ਇਹ ਵਿਸ਼ੇਸ਼ ਖਬਰਾਂ ਦਾ ਪ੍ਰੋਗਰਾਮ ਸਾਂਝਾ ਪੰਜਾਬ ਟੈਲੀਵਿਜ਼ਨ ਤੇ ਟੀਮ ਦੋਸਾਂਝ, ਉਹਦੇ ਨਾਲ ਸਵੀਟ ਮਹਿਲ ਤੇ ਸਕਾਈ ਇਮੀਗ੍ਰੇਸ਼ਨ ਦੇ ਅਮਰਦੀਪੁਰਾ ਵੱਲੋਂ ਵਿਸ਼ੇਸ਼ ਤੌਰ ਤੇ ਸਪਾਂਸਰ ਕੀਤਾ ਜਾ ਰਿਹਾ ਹੈ ਜੀ। ਬਹੁਤ ਜੀ, ਅੱਜ ਦੀ ਜਿਹੜੀ ਮੀਟਿੰਗ ਹੋਈ ਆ ਕਿਸਾਨਾਂ ਦੀ ਤੇ ਸਰਕਾਰ ਦੀ, ਕਿਹਾ ਜਾ ਰਿਹਾ ਸੀ ਵੀ ਹੋ ਸਕਦਾ ਹੈ ਕਿ ਨਵੇਂ ਸਾਲ ਦੀ ਇਹ ਪਹਿਲੀ ਮੀਟਿੰਗ ਹੈ, ਇਸ ਵਿੱਚ ਕੋਈ ਨਾ ਕੋਈ ਫੈਸਲਾ ਨਿਕਲ ਸਕਦਾ, ਕੋਈ ਸਿੱਟਾ ਨਿਕਲ ਸਕਦਾ। ਪਰ ਐਡੀ ਲੰਬੀ ਮੀਟਿੰਗ ਚੱਲਣ ਤੋਂ ਬਾਅਦ ਸਾਰੇ ਪਾਸੇ ਕਿਸਾਨ ਵੀ ਪਰੇਸ਼ਾਨ ਨੇ ਕਿ ਇਸ ਦਾ ਹੱਲ ਕੋਈ ਨਹੀਂ ਨਿਕਲਿਆ। ਤੇ ਇਹਦੇ ਬਾਰੇ ਅੱਜ ਦੱਸੋ, ਅੱਜ ਮੀਟਿੰਗ ਰੱਖੀ ਸੀ, ਮੀਟਿੰਗ ਦੇ ਵਿੱਚ ਕੀ ਕੁਝ ਹੋਇਆ, ਬਰੀਫਲੀ ਥੋੜੀ ਜਾਣਕਾਰੀ ਦਿਓ। ਦੇਖੋ ਮੀਟਿੰਗ 'ਚ ਕੀ ਕੁਝ ਹੋਇਆ ਪਹਿਲਾਂ ਅਸੀਂ ਉਹ ਬਰੀਫਲੀ ਤੁਹਾਨੂੰ ਦੱਸਦੇ ਹਾਂ ਜੀ, ਇਹ ਫਿਰ ਜੋ ਕੁਝ ਹੋਇਆ ਉਸ ਤੋਂ ਬਾਅਦ ਕੀ ਹੋਣਾ ਉਹਦੇ ਤੇ ਵੱਖਰੀ ਟਿੱਪਣੀ ਕਰਾਂਗੇ ਜੀ। ਸੋ ਅੱਜ ਜਿਹੜੀ 8ਵੇਂ ਦੌਰ ਦੀ ਗੱਲਬਾਤ ਸੀ, ਇਸ ਤੇ ਨਤੀਜਾ ਤਾਂ ਕੋਈ ਨਿਕਲਿਆ ਨਹੀਂ। 4 ਘੰਟੇ ਤੱਕ ਦਿੱਲੀ ਦੇ ਵਿਗਿਆਨ ਭਵਨ 'ਚ ਮੀਟਿੰਗ ਚੱਲਦੀ ਰਹੀ। ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਸਾਫ਼ ਕਰਤਾ ਕਿ ਅਸੀਂ ਤਾਂ ਜੀ ਭਾਰਤ ਸਰਕਾਰ ਦੇ ਸਾਹਮਣੇ ਤਿੰਨੇ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਗੱਲ ਰੱਖੀ ਹੈ ਜੀ, ਤੇ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ ਸਾਡੀ ਘਰ ਵਾਪਸੀ ਵੀ ਨਹੀਂ ਹੋਣੀ, ਕਿਉਂਕਿ ਸਰਕਾਰ ਜਿਹੜੀ ਹੈ ਹਾਲੇ ਇਸ ਗੱਲ ਤੇ ਨਹੀਂ ਆ ਰਹੀ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ ਤੇ MSP ਦਾ ਗਰੰਟੀ ਕਾਨੂੰਨ ਬਣਾਇਆ ਜਾਏਗਾ ਜੀ। ਕੋਈ ਸਹਿਮਤੀ ਨਹੀਂ ਬਣ ਰਹੀ। ਹਾਲਾਂਕਿ ਸਰਕਾਰ ਤੇ ਕਿਸਾਨ ਜਥੇਬੰਦੀ ਦੇ ਆਗੂ ਫੇਰ ਤੋਂ ਗੱਲਬਾਤ ਕਰਨ ਵਾਸਤੇ ਵੀ ਰਾਜ਼ੀ ਹੋ ਗਏ ਹੈ। ਦੱਸਿਆ ਗਿਆ ਕਿ 8 ਜਨਵਰੀ ਨੂੰ ਦੁਬਾਰਾ ਗੱਲਬਾਤ ਹੋਏਗੀ, ਤੇ ਪਰ ਕਿਸਾਨਾਂ ਨੇ ਕਹਿ ਦਿੱਤਾ ਕਿ ਜਿਹੜੀ 8 ਜਨਵਰੀ ਦੀ ਗੱਲਬਾਤ ਹੋਊਗੀ ਉੱਥੇ ਵੀ ਸਾਡਾ ਮੁੱਦਾ ਇਹੀ ਰਹਿਣਾ ਜਿਹੜਾ ਅੱਜ ਹੈ। ਤਿੰਨੇ ਖੇਤੀ ਕਾਨੂੰਨ ਵਾਪਸ ਲੈਣੇ ਪੈਣਗੇ, MSP ਦਾ ਗਰੰਟੀ ਕਾਨੂੰਨ ਬਣਾਉਣਾ ਪਊਗਾ। ਅੱਜ ਦੀ ਮੀਟਿੰਗ ਸ਼ੁਰੂ ਜਦੋਂ ਹੋਈ ਤਾਂ ਉਹਦੇ 'ਚ ਜਿਹੜੇ ਕਿਸਾਨਾਂ ਦੀ ਜਾਨ ਚਲੀ ਗਈ, ਜਿਹੜੇ ਕਿਸਾਨ ਜਿਹੜੇ ਨਹੀਂ ਰਹੇ ਇਸ ਅੰਦੋਲਨ ਦੇ ਦੌਰਾਨ ਵੱਖ-ਵੱਖ ਕਾਰਨਾਂ ਕਰਕੇ, ਅੱਜ ਵੀ ਇੱਕ ਕਿਸਾਨ ਦੀ ਮੌਤ ਹੋਈ ਹੈ, ਉਹਨਾਂ ਵਾਸਤੇ 2 ਮਿੰਟ ਦਾ ਮੌਨ ਰੱਖਿਆ ਗਿਆ। ਅੱਜ ਜਿਹੜੀ ਇੰਪੋਰਟੈਂਟ ਗੱਲ ਇਹ ਹੋਈ ਜੀ, ਪਿਛਲੀ ਮੀਟਿੰਗ ਦੇ ਵਿੱਚ ਇਹ ਹੋਇਆ ਸੀ ਕਿ ਪਿਛਲੀ ਮੀਟਿੰਗ ਦੇ ਵਿੱਚ ਵੀ ਸਰਕਾਰ ਨੇ ਇਹ ਆਫਰ ਕੀਤੀ ਸੀ ਵੀ ਤੁਸੀਂ ਲੰਚ ਸਾਡੇ ਨਾਲ ਕਰੋ, ਪਰ ਕਿਸਾਨਾਂ ਦੇ ਆਪਣਾ ਜਿਹੜਾ ਲੰਗਰ ਗੁਰੂ ਘਰ ਤੋਂ ਆਇਆ ਸੀ ਉਹੀ ਛਕਿਆ ਸੀ। ਅੱਜ ਫੇਰ ਮੀਟਿੰਗ ਦੇ ਵਿੱਚ ਸਰਕਾਰ ਨੇ ਕਿਹਾ ਕਿ ਅਸੀਂ ਤੁਹਾਡੇ ਲੰਚ ਦਾ ਪ੍ਰਬੰਧ ਕੀਤਾ, ਤੁਸੀਂ ਕਰੋ, ਪਰ ਕਿਸਾਨ ਆਗੂਆਂ ਨੇ ਫੇਰ ਸਰਕਾਰ ਦਾ ਖਾਣਾ ਟੁਕਰਾ ਦਿੱਤਾ ਤੇ ਆਪਣਾ ਲਿਆਂਦਾ ਲੰਗਰ ਹੀ ਛਕਿਆ। 200 ਲੋਕਾਂ ਵਾਸਤੇ ਲੰਗਰ ਆਇਆ ਸੀ ਤੇ ਪਿਛਲੀ ਮੀਟਿੰਗ 'ਚ ਕਿਸਾਨਾਂ ਨੇ ਜਦੋਂ ਲੰਗਰ ਛਕਿਆ ਸੀ ਤੇ ਸਰਕਾਰ ਵਾਲੇ ਵੀ ਆਏ ਸੀ,
ਮਤਲਬ ਮੰਤਰੀ ਵੀ ਆਏ ਸੀ ਵੀ ਅਸੀਂ ਤੁਹਾਡਾ ਲੰਗਰ ਛਕਣਾ। ਜੀ ਉਦੋਂ ਇਹ ਕੋਈ ਨੇੜਤਾ ਦਿਖਾਉਣ ਦੀ ਕੋਸ਼ਿਸ਼ ਸੀ ਉਹਨਾਂ ਦੀ। ਅੱਜ ਇਹ ਨਹੀਂ ਹੋਇਆ। ਅੱਜ ਕਿਸਾਨਾਂ ਨੇ ਆਪਣਾ ਜ਼ਮੀਨ ਤੇ ਬੈਠ ਕੇ ਲੰਗਰ ਛਕਿਆ, ਪਰ ਕੇਂਦਰੀ ਮੰਤਰੀ ਜਿਹੜੇ ਆ ਉਹਨਾਂ 'ਚ ਕੋਈ ਅੱਜ ਆਇਆ ਨਹੀਂ। ਇਹਨਾਂ ਕੋਈ ਇਹਦਾ ਮਤਲਬ ਹੈ ਵੀ ਸਰਕਾਰ ਦੇ ਕਿਸਾਨ ਆਗੂਆਂ 'ਚ ਭਾਵੇਂ ਕਿਹਾ ਜਾ ਰਿਹਾ ਹੈ, ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਵੀ ਵਧੀਆ ਵਾਤਾਵਰਣ ਦੇ ਵਿੱਚ ਗੱਲਬਾਤ ਹੋਈ ਹੈ, ਪਰ ਕਿਤੇ ਨਾ ਕਿਤੇ ਇੱਕ ਤਣਾਅ ਦੀ ਸਥਿਤੀ ਹੈ। ਉਹੀ ਮੰਤਰੀ ਜਿਹੜੇ ਪਿਛਲੀ ਵਾਰੀ ਕਿਸਾਨਾਂ ਨਾਲ ਆ ਕੇ ਖਾਣਾ ਖਾ ਰਹੇ ਸੀ ਤੇ ਉਹ ਅੱਜ ਕਿਸਾਨਾਂ ਦੇ ਨਾਲ ਆ ਕੇ ਨਹੀਂ ਬੈਠੇ ਜਦੋਂ ਦੁਪਹਿਰ ਦਾ ਖਾਣਾ ਉਹ ਖਾ ਰਹੇ ਸੀ, ਲੰਗਰ ਛਕ ਰਹੇ ਸੀ। ਜੀ ਦੂਜੀ ਜਿਹੜੀ ਗੱਲ ਹੈ, ਜਿਹੜੇ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਜਿਹੜੀਆਂ ਗੱਲਾਂ ਕੀਤੀਆਂ ਬਾਅਦ ਵਿੱਚ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ, ਉਹਦੇ ਚ ਜਿਹੜੀ ਗੱਲ ਉਹਨੇ ਕਹੀ ਆ ਉਹ ਲਿਖਣ ਵਾਲੀ ਹੈ। ਉਹਨੇ ਕਿਹਾ ਕਿ ਚਰਚਾ ਜਿਸ ਹਿਸਾਬ ਨਾਲ ਚੱਲ ਰਹੀ ਹੈ ਉਸ ਹਿਸਾਬ ਨਾਲ ਕਿਸਾਨ ਇਹ ਚਾਹੁੰਦੇ ਆ ਵੀ ਸਰਕਾਰ ਕੋਈ ਰਸਤਾ ਕੱਢੇ ਤੇ ਉਹਨਾਂ ਨੂੰ ਇਹ ਕਿਸਾਨ ਅੰਦੋਲਨ ਖਤਮ ਕਰਨ ਦਾ ਰਸਤਾ ਮਿਲ ਜਾਏ ਜਿਹੜੇ ਕਿਸਾਨਾਂ ਨੂੰ। ਜੀ ਇਹ ਗੱਲ ਉਹਨੇ ਬਿਲਕੁਲ ਗਲਤ ਕਹੀ ਹੈ। ਅਸਲ ਦੇ ਵਿੱਚ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਕੋਈ ਰਸਤਾ ਸਾਨੂੰ ਦੇ। ਖੇਤੀ ਮੰਤਰੀ ਉਲਟਾ ਕੇ ਗੱਲ ਕਰ ਰਿਹਾ, ਨਰਿੰਦਰ ਤੋਮਰ ਉਲਟਾ ਕੇ ਗੱਲ ਕਰ ਰਿਹਾ ਕਿ ਕਿਸਾਨ ਚਾਹੁੰਦੇ ਹੈ ਕਿ ਸਰਕਾਰ ਕੋਈ ਰਾਹ ਕੱਢੇ, ਜਦਕਿ ਸਰਕਾਰ ਚਾਹੁੰਦੀ ਹੈ ਕਿਸਾਨ ਸਾਨੂੰ ਕੋਈ ਰਾਹ ਦੇ ਤਾਂ ਜੋ ਸਰਕਾਰ ਦੀ ਜਿਹੜੀ ਧੌਣ ਕੜਕੀ ਚ ਫਸੀ ਉਹ ਨਿਕਲ ਸਕੇ। ਦੂਜੀ ਗੱਲ ਨਰਿੰਦਰ ਤੋਮਰ ਨੇ ਇਹ ਕਹੀ ਵੀ ਏਦਾਂ ਦੇ ਮੁੱਦਿਆਂ ਦੀ ਚਰਚਾ ਦੇ ਕਈ ਦੌਰ ਚੱਲਦੇ ਹੁੰਦੇ ਆ ਜੀ, ਪੂਰੇ ਮੁਲਕ ਦੇ ਜਿਹੜੇ ਕਰੋੜਾਂ ਕਿਸਾਨ ਆ ਉਹਨਾਂ ਬਾਰੇ ਵੀ ਸਾਨੂੰ ਸੋਚਣਾ ਪੈਣਾ, ਸਰਕਾਰ ਪੂਰੇ ਮੁਲਕ ਨੂੰ ਧਿਆਨ 'ਚ ਰੱਖ ਕੇ ਫੈਸਲਾ ਕਰੂ। ਇਹ ਠੀਕ ਹੈ ਕਿ ਤਿੰਨੇ ਖੇਤੀ ਕਾਨੂੰਨ ਤੇ MSP ਜਿਹੜੇ ਮੁੱਖ ਮੁੱਦੇ ਆ, ਕਈ ਵਾਰੀ ਏਦਾਂ ਦੇ ਮਾਮਲਿਆਂ 'ਚ ਚਰਚਾ ਅੱਗੇ ਵੱਧਦੀ ਹੈ, ਕਈ ਵਾਰੀ ਪਿੱਛੇ ਨੂੰ ਚਲੀ ਜਾਂਦੀ ਹੈ। ਗੱਲਬਾਤ ਤਾਂ ਸਾਡੀ ਠੀਕ ਢੰਗ ਨਾਲ ਹੋਈ ਹੈ, ਦੋਵੇਂ ਧਿਰਾਂ ਅਸੀਂ ਹੱਲ ਚਾਹੁੰਦੀਆਂ। 8 ਤਰੀਕ ਨੂੰ ਫਿਰ 2 ਵਜੇ ਮੀਟਿੰਗ ਕਰਾਂਗੇ, ਅੱਗੇ ਚਰਚਾ ਜਾਊਗੀ ਤੇ ਫਿਰ ਦੇਖਦੇ ਹਾਂ। ਨਾਲ ਇੱਕ ਗੱਲ ਕਹਿਤੀ ਵੀ ਰਸਤਾ ਕੱਢਣ ਵਾਸਤੇ ਵੀ ਦੋ ਹੱਥਾਂ ਨਾਲ ਤਾੜੀਆਂ ਵਜਾਉਣੀਆਂ ਪੈਂਦੀਆਂ। ਜਾਂ ਮੈਂ ਇਹੀ ਗੱਲ ਸੋਚਦਾ ਸੀ ਵੀ ਇਹ ਗੱਲ ਕਹਿਣ ਦਾ ਕੀ ਮਕਸਦ ਹੋਇਆ ਕਿ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਹੈ। ਉਹ ਜਿਹੜੀ ਉਹ ਕਹਿਣਾ ਮਤਲਬ ਇਹ ਚਾਹੁੰਦੇ ਆ ਵੀ ਅਸੀਂ ਦੇਖੋ ਜੀ ਤੁਹਾਡੀਆਂ 2 ਗੱਲਾਂ ਮੰਨ ਲਈਆਂ, ਹੁਣ ਤੁਸੀਂ ਸਾਡੀ ਮੰਨ ਲਓ। ਜਦਕਿ ਉਹ ਜਿਹੜੀਆਂ 2 ਗੱਲਾਂ ਮੰਨੀਆਂ 5% ਵੀ ਹੈ ਨਹੀਂ, ਉਹ ਤਾਂ ਮੰਨ ਗਈ ਹੈ ਨਹੀਂ ਸੀ। ਉਹ ਤਾਂ ਬਾਅਦ ਚ ਗੱਲ ਜੁੜੀ ਹੈ, ਉਹ ਤਾਂ ਆਰਡੀਨੈਂਸ ਹੀ ਆਏ ਸੀ ਨਾ, ਉਹ ਤਾਂ ਕਾਨੂੰਨ ਬਣਾਏ ਨਹੀਂ। ਜਿਹੜੇ 2 ਗੱਲਾਂ ਮੰਨੀਆਂ ਉਹ ਪੇਸ਼ ਇਹ ਕਰ ਰਿਹਾ ਵੀ ਅਸੀਂ 50% ਤੁਹਾਡੀ ਗੱਲ ਮੰਨ ਲਈ। ਨਹੀਂ, ਪਰਾਲੀ ਵਾਲਾ ਕਾਨੂੰਨ ਤਾਂ ਬਣਿਆ ਹੀ ਬਾਅਦ ਚ। ਪਰਾਲੀ ਕਹਿ ਰਹੇ ਵੀ 50% ਨਹੀਂ ਤਾਂ 5% ਵੀ ਹੈ ਨਹੀਂ। ਸਾਡੀਆਂ ਮੁੱਖ ਮੰਗਾਂ ਤਾਂ 3 ਖੇਤੀ ਕਾਨੂੰਨ ਹੈ, ਉਹ ਤੇ ਤੁਸੀਂ ਆਉਂਦੇ ਨਹੀਂ। ਦੋਵੇਂ ਹੱਥਾਂ ਨਾਲ ਤਾੜੀ ਵੱਜਣ ਦਾ ਜਿਹੜਾ ਭਾਵਨਾ ਵਰਤਿਆ ਨਰਿੰਦਰ ਤੋਮਰ ਨੇ, ਉਹ ਇਹ ਦਰਸਾਉਂਦਾ ਆ ਕਿ ਉਹ ਇਹ ਜਤਾਉਣਾ ਚਾਹੁੰਦੇ ਆ ਕਿ ਅਸੀਂ ਤੇ ਤੁਹਾਡੀ ਅੱਧੀ ਗੱਲ ਮੰਨ ਲਈ, ਅੱਧੀ ਤੁਸੀਂ ਸਾਡੀ ਮੰਨ ਲਓ। ਅਸੀਂ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੇ, ਨਾ MSP ਦਾ ਗਰੰਟੀ ਕਾਨੂੰਨ ਬਣਾਈਏ। ਮੂੰਹ ਜ਼ਬਾਨੀ ਕਹਿ ਦਿੰਦੇ ਆ ਵੀ MSP ਮਿਲਦੀ ਰਹੂਗੀ। MSP ਪਹਿਲਾਂ ਵੀ ਕਿੱਥੇ ਮਿਲਦੀ ਆ, ਹਰਿਆਣੇ ਤੇ ਪੰਜਾਬ ਵਾਲਿਆਂ ਨੂੰ ਮਿਲਦੀ ਆ, ਉਹ ਵੀ 2 ਫਸਲਾਂ ਦੇ ਉੱਤੇ। ਜਿਹੜੀਆਂ ਬਾਕੀ 23 ਫਸਲਾਂ ਉੱਤੇ ਤਾਂ MSP ਵੀ ਨਹੀਂ ਦਿੰਦੇ, ਬਾਕੀ ਸਾਰੇ ਮੁਲਕ 'ਚ MSP ਹੈ ਨਹੀਂ। ਸੋ ਅਲਟੀਮੇਟਲੀ ਜਿਹੜੀ 30 ਦਸੰਬਰ ਦੀ ਮੀਟਿੰਗ ਜਿਹੜੀ ਹੋਈ ਆ ਉਹਦੇ 2 ਮੁੱਦਿਆਂ ਤੇ ਜਿਹੜੀ ਸਹਿਮਤੀ ਬਣੀ ਸੀ ਵੀ ਜਿਹੜਾ ਪਰਾਲੀ ਜਲਾਉਣ ਦਾ ਮਾਮਲਾ ਉੱਤੇ ਕੇਸ ਦਰਜ ਨਹੀਂ ਹੋਣਗੇ, 1 ਕਰੋੜ ਰੁਪਏ ਜੁਰਮਾਨਾ ਨਹੀਂ ਹੋਏਗਾ, 5 ਸਾਲ ਦੀ ਕੈਦ ਦੀ ਜਿਹੜੀ ਵਿਵਸਥਾ ਉਹ ਵੀ ਨਹੀਂ ਹੋਏਗੀ, ਸਰਕਾਰ ਨੂੰ ਹਟਾਉਣ ਲਈ ਰਾਜ਼ੀ ਹੋਗੀ। ਪਰ ਉਹ ਤਾਂ ਕਾਨੂੰਨ ਬਣਿਆ ਨਹੀਂ ਹਜੇ। ਨਹੀਂ ਉਹ ਤਾਂ ਆਰਡੀਨੈਂਸ ਸੀ ਨਾ। ਆਰਡੀਨੈਂਸ ਤਾਂ ਜਾਰੀ ਹੋਏ ਆ, ਉਹ ਬਾਅਦ ਚ ਕਾਨੂੰਨ ਬਣਨੇ ਸੀ, ਲੋਕ ਸਭਾ ਦੇ ਵਿੱਚ ਜਾਂਦੇ, ਰਾਜ ਸਭਾ 'ਚ ਜਾਂਦੇ, ਉਹ ਕਾਨੂੰਨ ਤਾਂ ਆਏ ਨਹੀਂ ਸੀ ਆਉਂਦੇ। ਉਹ ਤਾਂ ਆਰਡੀਨੈਂਸ ਹੀ ਵਾਪਸ ਕਰਨ ਦੀ ਗੱਲ ਕਹੀ ਉਹਨਾਂ ਨੇ, ਅਸੀਂ ਵਾਪਸ ਕਰ ਦਿੰਦੇ ਆ। ਜਿਹੜਾ ਬਿਜਲੀ ਐਕਟ ਹੈ ਉਹ ਕਹਿੰਦੇ ਅਸੀਂ ਨਹੀਂ ਲੈ ਕੇ ਆਉਂਦੇ, ਹੈਨਾ। ਪਰ ਉਹ ਤਾਂ ਕਾਨੂੰਨ ਹੀ ਹੈ ਨਹੀਂ ਸੀ। ਮੁੱਖ ਲੜਾਈ ਤਾਂ ਕਾਨੂੰਨ ਵਾਪਸ ਕਰਾਉਣ ਦੀ ਹੈ ਤੇ ਇਹ ਤਾਂ 5% ਵੀ ਹੈ ਜੀ। ਸਰਕਾਰ ਇਹ ਪੇਸ਼ ਕਰ ਰਹੀ ਹੈ ਦੋਵੇਂ ਹੱਥਾਂ ਨਾਲ ਤਾੜੀ ਵੱਜਦੀ ਕਹਿ ਕੇ ਵੀ ਅਸੀਂ 50% ਤੁਹਾਡੀ ਗੱਲ ਮੰਨ ਲਈ, ਕਿਸਾਨਾਂ ਨੂੰ ਸਾਫ਼ ਕਰਤੇ ਤਾਂ 5% ਵੀ ਨਹੀਂ, ਅਸੀਂ ਤਾਂ ਪੂਰਾ 100% ਲੈ ਕੇ ਜਾਣਾ। ਇਸੇ ਕਰਕੇ ਪਿਛਲੀ ਜਿਹੜੀ ਮੀਟਿੰਗ ਦੇ ਵਿੱਚ ਕੁਝ ਗੱਲਾਂ ਹੋਈਆਂ ਸੀ, ਸਰਕਾਰ ਨੇ ਜਿੱਦਾਂ ਥੋੜਾ ਬਿਹੇਵ ਕੀਤਾ ਸੀ, ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ਅਸੀਂ ਤੁਹਾਡੀ ਗੱਲ ਸੁਣਦੇ ਆ ਜੀ, 2 ਗੱਲਾਂ ਤੇ ਸਹਿਮਤੀ ਹੋ ਗਈ ਆ, ਬਾਕੀ 2 ਗੱਲਾਂ ਤੇ ਅਗਲੀ ਵਾਰ ਕਰ ਲਾਂਗੇ ਕੁਛ। ਇਸੇ ਕਰਕੇ ਦੂਜੇ ਕਿਸਾਨਾਂ ਨੇ 31 ਦਸੰਬਰ ਨੂੰ ਜਿਹੜਾ ਟਰੈਕਟਰ ਮਾਰਚ ਸੀ ਉਹਨੂੰ ਟਾਲ ਦਿੱਤਾ ਸੀ, ਪੋਸਟਪੋਨ ਕੀਤਾ ਸੀ ਜੀ। ਪਰ ਹੁਣ ਤੱਕ ਦੀਆਂ ਜਿੰਨੀਆਂ ਮੀਟਿੰਗਾਂ ਹੋਈਆਂ 8ਵੀਂ ਮੀਟਿੰਗ ਸੀ ਇਹ। ਉਸ ਤੋਂ ਪਹਿਲਾਂ 7 ਦੌਰ ਦੀਆਂ ਮੀਟਿੰਗਾਂ ਹੋਈਆਂ। ਸਿਰਫ ਇੱਕੋ ਮੀਟਿੰਗ ਦਾ ਥੋੜਾ ਜਿਹਾ ਨਤੀਜਾ ਆਇਆ ਸੀ ਪੋਜ਼ਿਟਿਵਲੀ, ਜਿਹਦੇ ਚੋਂ 2 ਜਿਹੜੇ ਆਰਡੀਨੈਂਸ ਉਹਨਾਂ ਬਾਰੇ ਚਰਚਾ ਹੋਈ ਤੇ ਉੱਤੇ ਸਹਿਮਤੀ ਬਣੀ। ਬਾਕੀ ਜਿਹੜੀਆਂ ਹੁਣ ਅੱਜ ਦੀ ਵੀ 8ਵੀਂ ਮੀਟਿੰਗ ਲਾ ਲਈਏ ਤਾਂ ਕੁੱਲ 7 ਮੀਟਿੰਗਾਂ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਨੂੰ ਮਨਾਉਣ ਦੀ ਗੱਲਾਂ ਕਰਦੀ ਹੈ ਵੀ ਕਿਸਾਨ ਸਾਡੀ ਗੱਲ ਸਮਝਦੇ ਨਹੀਂ ਜੀ, ਕਿਸਾਨ ਸਾਡੀ ਗੱਲ ਸਮਝਦੇ ਨਹੀਂ। ਸਵਾਲ ਇਹ ਹੈ ਵੀ ਸਰਕਾਰ ਨਹੀਂ ਸੁਣ ਰਹੀ, ਸਰਕਾਰ ਨਹੀਂ ਸਮਝ ਰਹੀ। ਆਨਸਰਲੈਸ ਹਰ ਵਾਰੀ ਹੁੰਦੀ ਹੈ ਸਰਕਾਰ, ਲਾਜਵਾਬ ਕਰਕੇ ਕਿਸਾਨਾਂ ਦੇ ਲੀਡਰ ਆਉਂਦੇ ਆ ਸਰਕਾਰ ਨੂੰ, ਪਰ ਸਰਕਾਰ ਜਿਹੜੀ ਆ ਹਾਲੇ ਵੀ ਕੋਸ਼ਿਸ਼ ਕਰਦੀ ਹੈ ਇਸ ਗੱਲ ਨੂੰ ਲਮਕਾਉਣ ਦੀ। ਜੀ ਹਾਂ, ਪੂਰਾ ਸਾਂਝਾ ਬਾਜ਼ਾਰ ਦੇ ਵਿੱਚ ਤੁਸੀਂ ਕੋਈ ਵੀ ਸਾਂਝ ਪਾਉਣੀ 905 458 44 44 905 458 44 44 905 458 44 44।
ਹੁਣ ਸਰਕਾਰ ਕਹਿੰਦੀ ਹੈ ਕਿ ਜੇ ਅਸੀਂ ਕਿਸਾਨਾਂ ਦੀ ਇਹ ਮੰਗ ਮੰਨ ਲੈਂਦੇ, ਚਲੋ ਜੇ ਤਿੰਨੇ ਬਿੱਲ ਜਿਹੜੇ ਆ ਤਿੰਨ ਜਿਹੜੇ ਕਾਨੂੰਨ ਬਣਾਏ ਆ ਉਹ ਰੱਦ ਕਰ ਦਿੱਤੇ ਜਾਂਦੇ ਆ ਮਿਸਾਲ ਦੇ ਤੌਰ ਤੇ, ਫਿਰ ਕੱਲ੍ਹ ਨੂੰ ਹੋਰ ਕੋਈ ਕਾਨੂੰਨ ਸਰਕਾਰ ਲੈ ਕੇ ਆਏਗੀ ਜਾਂ ਕੋਈ ਆਰਡੀਨੈਂਸ ਆਏਗਾ, ਫਿਰ ਕੋਈ ਪੰਜਾਬ ਵਾਲੇ, ਹਰਿਆਣੇ ਵਾਲੇ, ਬਿਹਾਰ ਵਾਲੇ, ਯੂਪੀ ਵਾਲੇ ਉਹ ਆਪਣੇ ਨਾਕੇ ਲਾ ਕੇ ਬਹਿ ਜਾਣਗੇ। ਕਿਹਾ ਜਾ ਰਿਹਾ ਹੈ ਕਿ ਸਰਕਾਰ ਇਹਨਾਂ ਗੱਲਾਂ ਤੋਂ ਵੀ ਡਰਦੀ ਆ ਵੀ ਜੇ ਅਸੀਂ ਆਹ ਕਾਨੂੰਨ ਰੱਦ ਕਰ ਦਿੱਤੇ ਤਾਂ ਕੱਲ੍ਹ ਨੂੰ ਫਿਰ ਸਰਕਾਰ ਦਾ ਚੱਲਣਾ ਔਖਾ ਹੋ ਜਾਏਗਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਤਾਂ ਹੈ ਸਰਕਾਰ ਦੇ ਮਨ ਦੇ ਵਿੱਚ, ਪਰ ਇਹ ਮਨ ਚ ਆਇਆ ਕਿਉਂ? ਮਨ ਚ ਇਸ ਕਰਕੇ ਆਇਆ ਕਿ ਕਿਸਾਨਾਂ ਦੇ ਅੰਦੋਲਨ ਨੇ ਇੱਕ ਨਵੀਂ ਹਿਸਟਰੀ ਕ੍ਰੀਏਟ ਕੀਤੀ। ਏਦਾਂ ਦਾ ਅੰਦੋਲਨ ਸੋਚਿਆ ਹੀ ਨਹੀਂ ਸੀ। ਇਹ ਨਹੀਂ ਵੀ ਸਰਕਾਰ ਨੇ ਨਹੀਂ ਸੀ ਸੋਚਿਆ, ਸਰਕਾਰ ਨੇ ਤਾਂ ਕੀ ਸੋਚਣਾ ਸੀ, ਖੁਦ ਕਿਸਾਨਾਂ ਦੀ ਲੀਡਰਸ਼ਿਪ ਨੂੰ ਨਹੀਂ ਸੀ ਪਤਾ ਵੀ ਇਹ ਅੰਦੋਲਨ ਐਡਾ ਵੱਡਾ ਹੋ ਜਾਏਗਾ ਜਿਹੜਾ ਪੰਜਾਬ ਤੋਂ ਨਿਕਲ ਕੇ ਸਾਰੇ ਦੇਸ਼ 'ਚ ਫੈਲ ਜਾਏਗਾ ਜੀ। ਇਸੇ ਕਰਕੇ ਸਰਕਾਰ ਦੇ ਮਨ 'ਚ ਇਹ ਹੈ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਅੱਜ ਜੇ ਅਸੀਂ ਉਹਨੇ ਕਿਹਾ ਵੀ ਹੈ, ਇਹ ਨਹੀਂ ਕਿ ਮਨ 'ਚ ਆ, ਉਹਨਾਂ ਨੇ ਪਿਛਲੀ ਮੀਟਿੰਗ 'ਚ ਕਿਹਾ ਵੀ ਸੀ, ਅੱਜ ਦੀ ਮੀਟਿੰਗ 'ਚ ਵੀ ਇਹ ਗੱਲ ਆਈ ਆ ਵੀ ਤੁਸੀਂ ਕਹਿੰਦੇ ਆ ਵੀ ਤਿੰਨੇ ਕਾਨੂੰਨ ਵਾਪਸ ਲੈ ਲਓ, MSP ਦਾ ਗਰੰਟੀ ਕਾਨੂੰਨ ਬਣਾ ਦਿਓ, ਚਲੋ ਅਸੀਂ ਕਰ ਦਿੰਦੇ ਆ। ਕੱਲ ਨੂੰ ਸਾਡੇ ਗੱਲ ਹੋਰ ਲੋਕ ਵੀ ਪੈਣਗੇ, ਜੇ ਹੋਰ ਲੋਕ ਵੀ ਗੱਲ ਪੈਣਗੇ ਤਾਂ ਫਿਰ ਕਿਸਾਨਾਂ ਦੀ ਪ੍ਰੋਬਲਮ ਥੋੜ੍ਹਾ ਆ, ਤਾਂ ਫਿਰ ਸਰਕਾਰ ਦੀ ਪ੍ਰੋਬਲਮ ਹੈ ਵੀ ਤੁਸੀਂ ਜੇ ਗਲਤ ਕੰਮ ਕੀਤੇ ਹੋਏ ਆ, ਗਲਤ ਕਿਸਮ ਦੇ ਕਾਨੂੰਨ ਹੈ ਤੇ ਲੋਕਾਂ ਨੂੰ ਇਸ ਲੜਾਈ ਨੇ ਲੋਕਾਂ ਦੇ ਮਨ ਦੇ ਵਿੱਚੋਂ ਡਰ ਜਿਹੜਾ ਆ ਸਰਕਾਰ ਦਾ ਖਤਮ ਕੀਤਾ, ਖੌਫ ਖਤਮ ਕੀਤਾ। ਲੋਕ ਤਾਂ ਲੜਨਗੇ, ਅਸੀਂ ਤਾਂ ਪਹਿਲਾਂ ਵੀ ਕਹਿ ਰਹੇ ਵੀ ਲੋਕ ਤਾਂ ਧਾਰਾ 370 ਕਸ਼ਮੀਰ ਨੂੰ 3 ਟੋਟਿਆਂ 'ਚ ਵੰਡਣ ਦੇ ਜਿਹੜੇ ਕੁਕਰਮ ਕੀਤੇ ਸਰਕਾਰ ਨੇ, 35 ਇਹ ਖਤਮ ਕੀਤੀ ਹੈ, ਗਲਤ ਕਿਸਮ ਦੀ GST ਹੈ ਜਾਂ CA ਲਿਆਂਦਾ ਆ ਜਿਹੜਾ ਨਾਗਰਿਕਤਾ ਸੋਧ ਕਾਨੂੰਨ ਹੈ, NRC ਹੈ, ਨੋਟਬੰਦੀ ਆ, ਨਵੇਂ ਚਲੋ ਲੜਾਈਆਂ ਸ਼ੁਰੂ ਹੋਣਗੀਆਂ। ਇਹ ਤਾਂ ਸਾਨੂੰ ਪਤਾ ਤੇ ਸਰਕਾਰ ਨੂੰ ਇਹ ਡਰ ਸਤਾ ਰਿਹਾ। ਪਰ ਇਹ ਹੈ ਵੀ ਜੇ ਸਰਕਾਰ ਨੂੰ ਡਰ ਸਤਾ ਰਿਹਾ ਤੇ ਸਰਕਾਰ ਇਹ ਵੀ ਸੋਚੇ ਵੀ ਤੁਹਾਨੂੰ ਡਰ ਸਤਾ ਕੇ ਉਹ ਇਸੇ ਕਰਕੇ ਸਤਾ ਰਿਹਾ ਵੀ ਤੁਸੀਂ ਗਲਤ ਫੈਸਲੇ ਕੀਤੇ ਹੋਏ। ਜੇ ਕੱਲ ਨੂੰ ਹੋਰ ਵੀ ਗਲਤ ਫੈਸਲੇ ਕਰੋਗੇ ਸਰਕਾਰ ਦੇ ਗੱਲ ਤੋਂ ਲੋਕ ਪੈਣਗੇ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਘੱਟ ਗਿਣਤੀਆਂ ਦੇ ਖਿਲਾਫ ਜਿਹੜਾ ਇੱਕ ਖੁੱਲ੍ਹਾ ਪੂਰਾ ਇਸ ਮੁਲਕ ਦੇ ਵਿੱਚ ਵਾਤਾਵਰਣ ਪੈਦਾ ਕੀਤਾ ਗਿਆ, ਉਹਦੇ 'ਚ ਇਹ ਲੱਗਦਾ ਸੀ ਵੀ ਸਾਰਾ ਦੇਸ਼ ਚੁੱਪ ਹੋ ਗਿਆ ਹੈ। ਕੁਝ ਲੇਖਕਾਂ ਨੇ, ਬੁੱਧੀਜੀਵੀਆਂ ਨੇ ਆਪਣੇ ਇਨਾਮ ਨੂੰ ਵਾਪਸ ਕਰਕੇ ਇੱਕ ਮਾਹੌਲ ਏਦਾਂ ਦਾ ਬਣਾਇਆ ਸੀ ਵੀ ਇਹਦੇ ਖਿਲਾਫ ਵੀ ਆਵਾਜ਼ ਹੈ। ਉਹਨਾਂ ਨੂੰ ਅਰਬਨ ਨਕਸਲੀ ਕਹਿ ਦਿੱਤਾ ਗਿਆ, ਸ਼ਹਿਰੀ ਨਕਸਲੀ ਕਹਿ ਦਿੱਤਾ ਗਿਆ ਤੇ ਕੋਈ ਬਹੁਤ ਵੱਡੀ ਆਵਾਜ਼ ਨਹੀਂ ਸੀ ਉੱਠ ਰਹੀ। CA ਦੇ ਖਿਲਾਫ ਇੱਕ ਆਵਾਜ਼ ਉੱਠੀ, ਸ਼ਾਹੀਨ ਬਾਗ ਜਿਹੜਾ ਆ ਉਹਦਾ ਇੱਕ ਮੋਰਚਾ ਲੱਗਾ, ਪਰ ਕਰੋਨਾ ਦੇ ਬਹਾਨੇ ਨਾਲ ਸ਼ਾਹੀਨ ਬਾਗ ਵੀ ਚੁੱਕਤਾ। ਤੇ ਸਰਕਾਰ ਨੂੰ ਹੁਣ ਵੀ ਇਹ ਸੀ ਵੀ ਇਹ ਪੰਜਾਬ ਤੋਂ 5-10 ਦਿਨ ਬੈਠੇ ਰਹਿਣਗੇ ਆ ਕੇ ਕਿਸਾਨ, ਬਾਕੀ ਦੇਸ਼ ਦੇ ਕਿਸਾਨ ਇਹਨਾਂ ਨਾਲ ਜੁੜਨੇ ਨਹੀਂ ਤੇ ਇਹਨਾਂ ਨੂੰ ਭਜਾ ਦਾਂਗੇ ਹੌਲੀ ਹੌਲੀ। ਤੇ ਉਹਦੀ ਸੋਚ ਦੇ ਉਲਟ ਹੋ ਗਿਆ ਤੇ ਅੰਦੋਲਨ ਬਹੁਤ ਵੱਡਾ ਬਣ ਗਿਆ। ਹੁਣ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਉਹਦੇ 'ਚ ਸਰਕਾਰ ਨੂੰ ਇਹ ਲੱਗ ਰਿਹਾ ਵੀ ਜੇ ਇਹ ਅੰਦੋਲਨ ਜਿਸ ਲੈਵਲ ਤੇ ਚਲਾ ਗਿਆ ਵੀ ਇਸ ਅੰਦੋਲਨ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਿਆਪਕ ਰੂਪ ਅਖਤਿਆਰ ਕਰ ਰਿਹਾ ਤੇ ਲੋਕ ਜਿਹੜੇ ਆ ਬਾਕੀ ਮਸਲੇ ਲੈ ਕੇ ਵੀ ਸਾਡੇ ਗੱਲ ਪੈ ਗਏ ਤਾਂ ਸਾਡਾ ਕੀ ਬਣੂਗਾ। ਇਸ ਕਰਕੇ ਇੱਕ ਤਾਂ ਨਰਿੰਦਰ ਮੋਦੀ ਦੀ ਬਣੀ ਰਹਿ ਜਵੇ ਵੀ ਨਰਿੰਦਰ ਮੋਦੀ ਨੇ ਅੱਜ ਤੱਕ ਜਿਹੜੇ ਕਦਮ ਚੁੱਕੇ ਆ ਵਾਪਸ ਨਹੀਂ ਲਏ ਜੀ। ਇਸੇ ਕਰਕੇ ਉਹ ਕਹਿ ਰਿਹਾ ਵੀ ਜਿਹੜੀ ਮਰਜ਼ੀ ਸੋਧ ਕਰਾ ਲਓ, ਬਸ ਉਹ ਕਾਨੂੰਨ ਰੱਦ ਕਰਨ ਦਾ ਲਫ਼ਜ਼ ਨਾ ਵਰਤੋ। ਪਰ ਕਿਸਾਨ ਕਹਿੰਦੇ ਆ ਵੀ ਸਾਡੀ ਜਿਹੜੀ ਆ ਹੋਣ ਦੀ ਲੜਾਈ ਹੈ, ਆਮ ਬੰਦੇ ਦੀ ਵੀ ਹੋਣ ਦੀ ਲੜਾਈ ਹੈ। ਜੇ ਅਸੀਂ ਖਾਲੀ ਡੱਬਾ ਤੁਹਾਨੂੰ ਦੇ ਕੇ ਚੱਲ ਗਏ, ਤੁਸੀਂ ਡੱਬੇ 'ਚ ਫੇਰ ਤੋਂ ਕੋਈ ਨਾ ਕੋਈ ਜਿਹੜਾ ਇਸ ਤਰ੍ਹਾਂ ਦਾ ਕੂੜਾ ਕਰਕਟ ਭਰ ਦੋਗੇ। ਇਸ ਕਰਕੇ ਅਸੀਂ ਤਾਂ ਲੜਾਈ ਜਿੱਤ ਕੇ ਘਰ ਮੁੜਾਂਗੇ। ਅੱਜ ਵੀ ਕਹਿ ਦਿੱਤਾ ਕਿਸਾਨਾਂ ਨੇ ਜੇ ਤੁਸੀਂ ਕਾਨੂੰਨ ਵਾਪਸ ਨਹੀਂ ਲਓਗੇ ਤਾਂ ਅਸੀਂ ਘਰਾਂ ਨੂੰ ਵਾਪਸ ਨਹੀਂ ਜਾਣਾ। ਪਰ ਜਿਹੜਾ ਮਸਲਾ ਇੱਥੇ ਖੜਾ ਹੋ ਇਹ ਹੈ ਵੀ ਸਰਕਾਰ ਮੀਟਿੰਗ ਤੇ ਮੀਟਿੰਗ ਰੱਖ ਦਿੰਦੀ ਹੈ, 4 ਦਿਨ ਵਿੱਚ ਪਾ ਲੈਂਦੀ ਹੈ। ਉਹਦਾ ਕੀ ਕਾਰਨ ਹੈ? ਉਹਦਾ ਕਾਰਨ ਇਹ ਹੈ ਵੀ ਸਰਕਾਰ ਨੂੰ ਇਹ ਲੱਗ ਰਿਹਾ ਹੈ ਕਿ ਕੁਝ ਗਲਤ ਕਿਸਮ ਦੇ ਅੰਸਰ ਵਾੜ ਕੇ ਹਾਲੇ ਵੀ ਇਸ ਅੰਦੋਲਨ ਨੂੰ ਇਹਨੂੰ ਵਿਗਾੜਿਆ ਜਾ ਸਕਦਾ, ਇਹਨੂੰ ਸਮੈਸ਼ ਕੀਤਾ ਜਾ ਸਕਦਾ ਹੈ, ਇਸ ਅੰਦੋਲਨ ਨੂੰ ਕ੍ਰਸ਼ ਕੀਤਾ ਜਾ ਸਕਦਾ। ਇਸੇ ਕਰਕੇ ਕੁਝ ਸੋਸ਼ਲ ਮੀਡੀਆ ਦੇ ਉੱਤੇ ਕੁਝ ਏਦਾਂ ਦੀਆਂ ਗੱਲਾਂ ਜਿਹੜੀਆਂ ਪਾਈਆਂ ਜਾਂਦੀਆਂ, ਕਦੀ ਕਿਸੇ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ, ਜਥੇਬੰਦੀਆਂ ਨੂੰ ਸਾਈਡਲਾਈਨ ਕਰਕੇ ਕੁਝ ਖਾਸ ਕਿਸਮ ਦੇ ਲੋਕਾਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਭਾਰਤੀ ਜਨਤਾ ਪਾਰਟੀ ਦਾ ਜਾਂ ਭਾਰਤ ਸਰਕਾਰ ਦਾ ਜਿਹੜਾ IT ਸੈੱਲ ਹੈ ਉਹ ਲਗਾਤਾਰ ਅਫਵਾਹਾਂ ਜਿਹੜੀਆਂ ਪੈਦਾ ਕਰਦਾ ਹੈ। ਕੁਝ ਉਹ ਲੋਕਾਂ ਨੂੰ ਜਿਹੜਾ ਹੈ ਹੀਰੋ ਬਣਾ ਕੇ ਪੇਸ਼ ਕਰਦਾ ਹੈ, ਜਿਹੜੇ ਲੋਕ ਜਿਹੜੇ ਆ ਕਦੇ ਲੋਕ ਅੰਦੋਲਨਾਂ ਦੇ ਨਾਲ ਸਿੱਧੇ ਤੌਰ ਤੇ ਜੁੜੇ ਨਹੀਂ ਰਹੇ। ਉਹ ਇਹ ਇੱਕ ਟਕਰਾਅ ਦੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਸਾਨ ਜਥੇਬੰਦੀਆਂ ਤੇ ਕੁਝ ਏਦਾਂ ਦੇ ਲੋਕਾਂ ਦੇ ਵਿਚਾਲੇ, ਤੇ ਉਹਨਾਂ ਨੂੰ ਹਵਾ ਦਿੱਤੀ ਜਾਂਦੀ ਹੈ। ਨੈਸ਼ਨਲ ਮੀਡੀਆ ਜਿਹੜਾ ਆ ਉਹਨੂੰ ਫਿਰ ਉਸ ਢੰਗ ਨੂੰ ਉਸ ਤਰੀਕੇ ਨਾਲ ਸੋ ਕਰ ਨੈਸ਼ਨਲ ਮੀਡੀਆ ਲੈਂਦਾ ਹੈ। ਸੋ ਮੈਨੂੰ ਲੱਗਦਾ ਸਰਕਾਰ ਦੀ ਮਨਸ਼ਾ ਇਹੀ ਹੈ
ਵੀ ਮੀਟਿੰਗ ਦਰ ਮੀਟਿੰਗ ਪਾਈ ਜਾਓ, ਪਰ ਕਿਸਾਨ ਵੀ ਇਹ ਸਮਝ ਰਹੇ ਆ ਕਿ ਉਸ ਸਮੇਂ ਦੇ ਦੌਰਾਨ ਜਿਹੜਾ ਆਪਣੇ ਆਈਟੀ ਸੈੱਲ ਦੀ ਵਰਤੋਂ ਕਰਕੇ ਜੀ ਕੁਝ ਨਾ ਕੁਝ ਗੜਬੜ ਜਿਹੜੀ ਹੈ ਇਸ ਅੰਦੋਲਨ ਦੇ ਵਿੱਚ ਪੈਦਾ ਕੀਤੀ ਜਾਏ। ਹੁਣ ਤੱਕ ਉਹ ਸਰਕਾਰ ਦੀਆਂ ਕੋਸ਼ਿਸ਼ਾਂ ਨਾਕਾਮ ਹੋਈਆਂ, ਪਰ ਫਿਰ ਵੀ ਸਰਕਾਰ ਸ਼ਾਇਦ ਇਹ ਕਰਨਾ ਚਾਹੁੰਦੀ ਹੈ, ਇਸੇ ਕਰਕੇ ਇਹਨੂੰ ਲਮਕਾਇਆ ਜਾ ਰਿਹਾ। ਜੀ ਕਿਸਾਨ ਸਾਹਿਬ, ਗੱਲ ਤੁਸੀਂ ਨੈਸ਼ਨਲ ਮੀਡੀਆ ਦੀ ਕੀਤੀ ਆ। ਨੈਸ਼ਨਲ ਮੀਡੀਆ ਦੇ ਕਿੰਨੇ ਵੱਡੇ ਵੱਡੇ ਚੈਨਲ ਨੇ, ਬਟ ਉਹ ਕਿਸਾਨ ਅੰਦੋਲਨ ਨੂੰ ਅੱਖੋਂ ਪਰੋਖੇ ਕਰ ਰਹੇ ਨੇ। ਉਸ ਦੀ ਕਵਰੇਜ ਬਿਲਕੁਲ ਤੁਸੀਂ ਦੇਖ ਰਹੇ ਹੋ, ਵੱਡੇ ਵੱਡੇ ਚੈਨਲ ਹੋਰ ਨੇ, ਉਹਨਾਂ ਦੇ ਉੱਤੇ ਉਨੀ ਕਵਰੇਜ ਨਹੀਂ ਹੁੰਦੀ। ਜੇ ਇਹੀ ਕਿਤੇ ਅੰਦੋਲਨ ਹੋਰ ਕਿਤੇ ਹੋਵੇ, 100-200 ਲੋਕ ਬੈਠੇ ਹੋਣ ਤਾਂ ਸਾਰਾ ਦਿਨ ਉਹੀ ਘੁਮਾ ਘੁਮਾ ਕੇ ਦਿਖਾਈ ਜਾਣਾ। ਬਟ ਹੁਣ ਐਡਾ ਵੱਡਾ ਕਿਸਾਨਾਂ ਦਾ ਅੰਦੋਲਨ ਹੈ, ਦੁਨੀਆ ਭਰ ਦੇ ਵਿੱਚ ਇਸ ਦੀ ਚਰਚਾ ਹੈ, ਬਟ ਫਿਰ ਵੀ ਜਿਹੜਾ ਨੈਸ਼ਨਲ ਮੀਡੀਆ ਹੈ ਉਹ ਕੁਝ ਨਹੀਂ ਦਿਖਾ ਰਿਹਾ। ਦੇਖੋ, ਇਹ ਨਹੀਂ ਹੈ ਗੱਲ ਵੀ ਜਿਹੜਾ ਨੈਸ਼ਨਲ ਮੀਡੀਆ ਜਿਹੜਾ ਉਹ ਇਸ ਅੰਦੋਲਨ ਨੂੰ ਅੱਖੋਂ ਪਰੋਖੇ ਕਰ ਰਿਹਾ ਹੈ। ਦੋ ਗੱਲਾਂ। ਨੰਬਰ ਇੱਕ ਤਾਂ ਪਹਿਲਾਂ ਤਾਂ ਮੈਂ ਸਮਝਦਾ ਕਿ ਬਾਕੀ ਆਪਣੇ ਜਿਹੜੇ ਸਾਡੇ ਦਰਸ਼ਕ ਹੈ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਨੈਸ਼ਨਲ ਮੀਡੀਆ ਅਸੀਂ ਕਰਦੇ ਹਾਂ, ਨੈਸ਼ਨਲ ਮੀਡੀਆ ਇਹ ਹੈ ਹੀ ਨਹੀਂ। ਨੈਸ਼ਨਲ ਜਾਂ ਕੌਮੀ ਮੀਡੀਆ ਹੁੰਦਾ ਜਿਹੜਾ ਕੌਮ ਦਾ ਫਿਕਰ ਕਰੇ। ਕੌਮ ਕੋਈ ਮੁਲਕ ਨਹੀਂ ਹੁੰਦਾ। ਕੌਮ ਕਿਸੇ ਵੀ ਖਿੱਤੇ ਦੇ ਉਹ ਲੋਕ ਹੁੰਦੇ ਆ ਜਿਹੜੇ ਰਲ ਕੇ ਇੱਕ ਕੌਮ ਬਣਾਉਂਦੇ ਆ, ਫਿਰ ਕੌਮੀਅਤ ਬਣਦੀ ਹੈ ਜੀ। ਜਾਂ ਜਿਹੜਾ ਮੁਲਕ ਇਸ ਕਰਕੇ ਮੁਲਕ ਨਹੀਂ ਹੁੰਦਾ ਕਿ ਉਹਦਾ ਮੁਲਕ ਦਾ ਨਾਂ ਕੈਨੇਡਾ ਹੈ, ਜਾਂ ਮੁਲਕ ਦਾ ਨਾਂ ਅਮਰੀਕਾ ਹੈ, ਜਾਂ ਮੁਲਕ ਦਾ ਨਾਂ ਭਾਰਤ ਹੈ। ਮੁਲਕ ਇਸ ਕਰਕੇ ਮੁਲਕ ਹੁੰਦਾ ਹੈ ਕਿ ਉਸ ਖਿੱਤੇ ਦੇ ਰਹਿਣ ਵਾਲੇ ਲੋਕ ਜਿਹੜੇ ਆ ਉਹੀ ਮੁਲਕ ਹੁੰਦੇ ਆ। ਜੇ ਭਾਰਤ ਹੈ ਤਾਂ ਭਾਰਤ ਦੇ ਜਿਹੜੇ 1 ਅਰਬ 40 ਕਰੋੜ ਲੋਕ ਆ ਉਹ ਮੁਲਕ ਹੈ। ਭਾਰਤ ਆਪਣੇ ਨਾਂ ਕਰਕੇ ਭਾਰਤ ਨਹੀਂ ਹੈ। 4.25 ਕਰੋੜ ਦੀ ਆਬਾਦੀ ਵਾਲਾ ਕੈਨੇਡਾ ਇਸ ਕਰਕੇ ਕੈਨੇਡਾ ਨਹੀਂ ਹੈ ਕਿ ਉਹਦਾ ਨਾਂ ਕੈਨੇਡਾ ਹੈ, ਉਹ ਇਸ ਕਰਕੇ ਕੈਨੇਡਾ ਹੈ ਕਿ ਉਹਦੇ ਚ 4.25 ਕਰੋੜ ਲੋਕ ਰਹਿੰਦੇ ਆ। 36 ਕਰੋੜ ਦੀ ਆਬਾਦੀ ਵਾਲਾ ਅਮਰੀਕਾ ਇਸ ਕਰਕੇ ਅਮਰੀਕਾ ਹੈ ਕਿ ਉਹ 36 ਕਰੋੜ ਲੋਕਾਂ ਦਾ ਮੁਲਕ ਹੈ। ਤੇ ਜਿਹੜਾ ਮੀਡੀਆ ਉਹਨਾਂ ਲੋਕਾਂ ਦੀ ਗੱਲ ਨਹੀਂ ਕਰੇਗਾ ਉਹ ਨੈਸ਼ਨਲ ਮੀਡੀਆ ਕਿੱਦਾਂ ਹੋਇਆ? ਨੈਸ਼ਨਲ ਮੀਡੀਆ ਗੱਲ ਤਾਂ ਕਰਦਾ ਹੈ, ਸੋ ਕਾਰਡ, ਮੈਂ ਉਹਨੂੰ ਸੋ ਕਾਰਡ ਕਹਿੰਦਾ, ਅਖੌਤੀ, ਜੇ ਪੰਜਾਬੀ ਚ ਕਹਿਣਾ ਅਖੌਤੀ ਕੌਮੀ ਮੀਡੀਆ। ਉਹ ਗੱਲ ਤਾਂ ਕਰਦਾ ਪਰ ਉਹ ਨੈਗੇਟਿਵ ਅਪਰੋਚ ਹੈ ਉਹਦੀ। ਮਤਲਬ ਜਿਹੜੇ ਵੱਡੇ ਚੈਨਲ ਆ ਜਿਨ੍ਹਾਂ ਨੇ ਹੁਣ ਤੱਕ, ਉਹ ਚੈਨਲ ਕਿਹਨਾਂ ਦੇ ਆ? ਪਹਿਲੀ ਗੱਲ ਤਾਂ ਚੈਨਲ ਕਿਹਨਾਂ ਦੇ ਆ? ਜਿਹਨੂੰ ਗੋਦੀ ਮੀਡੀਆ ਵੀ ਕਹਿੰਦੇ ਆ ਸਾਡੇ ਵਰਗੇ ਲੋਕ, ਰਵੀਸ਼ ਕੁਮਾਰ ਕਹਿੰਦਾ, ਉਹਨੇ ਸ਼ਬਦ ਕਢਿਆ ਸੀ ਇਹ ਗੋਦੀ ਮੀਡੀਆ। ਜਿਹੜੀ ਗੋਦੀ ਮੀਡੀਆ ਦਾ ਮਤਲਬ ਹੁੰਦਾ ਨਾ ਗੋਦ ਵਿੱਚ ਬੈਠਾ। ਉਹ ਕਿਹਦੀ ਗੋਦ ਚ ਬੈਠਾ? ਉਹ ਭਾਰਤ ਸਰਕਾਰ ਦੀ ਗੋਦ ਚ ਬੈਠਾ। ਉਹ ਸਰਕਾਰੀ ਬੋਲੀ ਬੋਲਦਾ ਕਿ ਸਰਕਾਰ ਕਿਹਦੀ ਗੋਦ ਚ ਬੈਠੀ ਹੈ, ਜਾਂ ਨਰਿੰਦਰ ਮੋਦੀ ਕਿਹਦੀ ਗੋਦ ਚ ਬੈਠੇ ਹੈ? ਉਹ ਅਡਾਨੀਆਂ ਤੇ ਅੰਬਾਨੀਆਂ ਦੀ ਗੋਦ ਚ ਬੈਠੇ। ਯਾਨੀ ਉਹ ਜਿਹੜਾ ਮੀਡੀਆ ਸੋ ਕਾਰਡ ਨੈਸ਼ਨਲ ਮੀਡੀਆ ਜਿਹੜਾ ਆ ਉਹ ਅਸਲ ਦੇ ਵਿੱਚ ਅਡਾਨੀਆਂ ਤੇ ਅੰਬਾਨੀਆਂ ਦਾ। 36 ਚੈਨਲ ਨੇ ਉਹਨਾਂ ਦੇ, 16 ਚੈਨਲ ਅਡਾਨੀਆਂ ਦੇ ਆ ਤੇ 20 ਚੈਨਲ ਜਿਹੜੇ ਆ ਉਹ ਹੈਗੇ ਅੰਬਾਨੀਆਂ ਦੇ। ਤੇ ਉਹਨਾਂ ਤੋਂ ਅਸੀਂ ਕਿੱਦਾਂ ਤਵੱਕੋ ਕਰ ਲਈਏ? ਸੋ ਕਾਰਡ ਜਿਹੜਾ ਨੈਸ਼ਨਲ ਮੀਡੀਆ ਜਿਹੜੇ 36 ਚੈਨਲ ਉਹਨਾਂ ਦੇ ਆ, ਉਹ ਆਮ ਲੋਕਾਂ ਦੇ ਹੱਕ 'ਚ ਕਿਉਂ ਗੱਲ ਕਰਨਗੇ? ਉਹ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ ਜੋ ਕਰ ਰਹੇ ਆ। ਇਸੇ ਕਰਕੇ ਉਸ ਮੀਡੀਆ ਨੇ ਇਹ ਕਿਹਾ ਨਾ ਵੀ ਇਹ ਤਾਂ ਖਾਲਿਸਤਾਨੀ ਹੈ ਜੀ, ਇਹ ਅੱਤਵਾਦੀ ਹੈ ਜੀ, ਇਹ ਦੇਸ਼ ਨੂੰ ਤੋੜਨ ਵਾਲੇ ਆ, ਇਹਨਾਂ ਨੂੰ ਤਾਂ ਚੀਨ ਅਮੈਰ ਦੇ ਰਿਹਾ ਜੀ, ਇਹ ਪਾਕਿਸਤਾਨ ਵੱਲੋਂ ਸਪਾਂਸਰਡ ਹੈ ਜੀ। ਉਸੇ ਮੀਡੀਆ ਨੇ ਫੈਲਾਇਆ ਨਾ ਵੀ ਅੱਜ ਸਤਲੁਜ ਯਮੁਨਾ ਲਿੰਕ ਦਾ ਇਸ਼ੂ ਜਿਹੜਾ ਉਠਾਇਆ ਉਸੇ ਮੀਡੀਆ ਨੇ ਉਠਾਇਆ ਵੀ ਹਰਿਆਣਾ ਕਿੱਦਾਂ ਪੰਜਾਬ ਦਾ ਰਲ ਸਕਦਾ, ਪੰਜਾਬ ਦਾ ਹਰਿਆਣੇ ਨੂੰ ਪਾਣੀ ਨਹੀਂ ਦਿੰਦਾ। ਇਹ ਸਾਰੀਆਂ ਚਾਲਾਂ ਸਾਡਾ ਜਿਹੜਾ ਅਲਟਰਨੇਟ ਮੀਡੀਆ ਹੈ ਜਿਹੜਾ ਇੱਥੇ ਡਿਵੈਲਪ ਹੋਇਆ, ਜੀ ਸਾਂਝਾ ਪੰਜਾਬ ਵੀ ਸ਼ਾਮਲ ਹੈ, ਸਾਂਝਾ ਪੰਜਾਬ ਵੀ ਸ਼ਾਮਲ ਹੈ। ਅਲਟਰਨੇਟ ਮੀਡੀਆ ਇੱਕ ਡਿਵੈਲਪ ਹੋ ਰਿਹਾ ਜਿਹੜਾ, ਉਹਦੇ ਚ ਕੁਝ ਹੋਰ ਚੈਨਲ ਆਏ ਨਵੇਂ, ਉਹਨਾਂ ਨੇ ਅਲਟਰਨੇਟ ਮੀਡੀਆ ਜਿਹੜਾ ਪੰਜਾਬੀ ਮੀਡੀਆ ਨੇ ਜਿਹੜੀ ਸ਼ੋ ਕਾਰਡ ਨੈਸ਼ਨਲ ਮੀਡੀਆ ਆ ਉਹਦੀਆਂ ਸਾਰੀਆਂ ਚਾਲਾਂ ਨਕਾਬ ਕੀਤੀਆਂ। ਤੇ ਨਾਲ ਇਹ ਦੱਸਿਆ ਜਦੋਂ SYL ਦੀ ਉਹ ਗੱਲ ਕਰਦੇ ਸੀ, ਸਤਲੁਜ ਯਮੁਨਾ ਲਿੰਕ ਨਹਿਰ ਦੀ ਗੱਲ ਕਰਦੇ ਸੀ, ਅਸੀਂ ਵੀ ਕਿਹਾ ਇੱਥੇ ਵਾਪਰ ਵੀ ਏਦਾਂ ਰਿਹਾ। ਜਦੋਂ ਕਿਸੇ ਨੂੰ ਸਵਾਲ ਕਰਦੇ ਆ ਵੀ ਭਾਈ ਮਨੋਹਰ ਲਾਲ ਖੱਟਰ ਨੇ ਫਿਰ ਤੋਂ ਸਤਲੁਜ ਯਮੁਨਾ ਲਿੰਕ ਨਹਿਰ ਦਾ ਮਸਲਾ ਕਰਤਾ ਤੇ ਕਹਿੰਦੇ ਜੀ ਪੰਜਾਬ ਤਾਂ ਪਾਣੀ ਨਹੀਂ ਦਿੰਦਾ ਹਰਿਆਣੇ ਨੂੰ, ਤੇ ਪੰਜਾਬ ਦਾ 80 ਸਾਲ ਦਾ ਬਜ਼ੁਰਗ ਇਹ ਕਹਿੰਦਾ ਉਹ ਪਾਣੀ ਦੀ ਗੱਲ ਕਰਦੇ ਆ, ਅਸੀਂ ਤਾਂ ਆਪਣੇ ਛੋਟੇ ਭਰਾ ਲਈ ਖੂਨ ਵੀ ਦੇਣ ਨੂੰ ਤਿਆਰ ਹੈ। ਤੇ ਹਰਿਆਣੇ ਵਾਲੇ ਨੇ ਕੀ ਕੀਤਾ? ਹਰਿਆਣੇ ਵਾਲਿਆਂ ਨੇ ਅੱਜ ਹੀ ਤੁਸੀਂ ਸਾਂਝਾ ਪੰਜਾਬ 'ਚ ਆਪਾਂ ਲਾਈ ਆ ਕੁਲਵੰਤ ਸਿੰਘ ਸੰਧੂ ਜੀ, ਕੁਲਵੰਤ ਸਿੰਘ ਸੰਧੂ ਦੀ ਜਿਹੜੀ ਇੰਟਰਵਿਊ ਸਾਂਝਾ ਪੰਜਾਬ 'ਚ ਚੱਲੀ ਹੈ ਉਹਦੇ 'ਚ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਮੈਂ ਦੁਹਰਾ ਦਿੰਦਾ। ਉਹ ਮੀਟਿੰਗ 'ਚ ਜਾਣ ਤੋਂ ਪਹਿਲਾਂ ਦੀ ਉਹ ਇੰਟਰਵਿਊ ਆ ਜਦੋਂ ਵਿਗਿਆਨ ਭਵਨ 'ਚ ਮੀਟਿੰਗ ਹੋ ਰਹੀ ਸੀ। ਕੁਲਵੰਤ ਸਿੰਘ ਸੰਧੂ ਨੇ ਬੜੀ ਵੱਡੀ ਗੱਲ ਕਹੀ ਹੈ ਵੀ ਹਰਿਆਣੇ ਵਾਲਿਆਂ ਨੇ ਸਾਡੇ ਵਾਸਤੇ ਸਾਰਾ ਕੁਝ ਖੋਲਤਾ। ਉਹਨਾਂ ਨੇ ਆਪਣੀਆਂ ਫੈਕਟਰੀਆਂ ਖੋਲਤੀਆਂ, ਉਹਨਾਂ ਨੇ ਆਪਣੇ ਹੋਟਲ ਖੋਲਤੇ। ਇੱਕ ਬੰਦਾ ਹਰਿਆਣੇ ਦਾ
51 ਲੱਖ ਦੀ ਮੱਝ ਉਹਨੇ ਪਾਲੀ ਸੀ। ਕੁਲਵੰਤ ਸਿੰਘ ਸੰਧੂ ਨੇ ਇਹ ਗੱਲ ਦੱਸੀ ਆ ਵੀ ਪੁੱਤ ਪਾਲਣਾ ਜਾਂ ਧੀ ਪੁੱਤ ਪਾਲਣਾ ਤੇ ਕੋਈ ਪਸ਼ੂ ਪਾਲਣਾ ਸਾਡੇ ਪੰਜਾਬੀਆਂ, ਸਾਡਾ ਹਰਿਆਣਾ ਤੇ ਪੰਜਾਬ ਇੱਕੋ ਹੀ ਰਹੇ ਆ, ਉਹ ਵੀ ਪੰਜਾਬੀ ਮੂਲ ਤੋਂ ਹੀ ਹੈ ਵੀ ਸਾਡਾ ਕਲਚਰ ਹੈ। ਅਸੀਂ ਤਾਂ ਆਪਣੇ ਪਸ਼ੂ ਪਾਲ ਨੂੰ ਵੀ ਆਪਣੇ ਧੀਆਂ ਪੁੱਤਾਂ ਨੂੰ ਪਾਲਦੇ ਆ ਜੀ। ਉਹਨੇ ਆਪਣੀ ਮੱਝ ਜਿਹੜੀ ਧੀ ਸੀ ਇੱਕ ਕਿਸਮ ਦੀ, ਉਹਦੀ 51 ਲੱਖ ਦੇ ਵੇਚ ਕੇ ਕਿਹਾ 51 ਲੱਖ ਪੂਰੇ ਦਾ ਪੂਰਾ ਲੰਗਰ ਛਕਾ ਲੈਣਾ ਲੋਕਾਂ ਨੂੰ। ਇਹ ਹਰਿਆਣੇ ਦੇ ਨੌਜਵਾਨ ਦਾ ਕਿੱਸਾ ਹੈ। 26 ਏਕੜ ਜ਼ਮੀਨ ਇੱਕ ਹਰਿਆਣੇ ਦੇ 3 ਭਰਾਵਾਂ ਦੀ 26 ਏਕੜ ਜ਼ਮੀਨ 'ਚ ਜਿਹੜੀ ਕਣਕ ਹੋਈ ਹੈ, ਕਹਿੰਦੇ ਕਿਤੇ ਮੰਡੀ 'ਚ ਨਹੀਂ ਲੈ ਕੇ ਜਾਣੀ। ਉਹ ਸਾਰੀ ਕਣਕ ਜਿਹੜੀ ਆਟੇ ਦੇ ਰੂਪ 'ਚ ਇੱਥੇ ਲੰਗਰ 'ਚ ਵਰਤੀ ਜਾਏਗੀ। ਹਰਿਆਣੇ ਵਾਲੇ ਕਰ ਰਹੇ ਆ, ਕਮਾਲ ਕਰਤੇ। ਹਰਿਆਣੇ ਵਾਲੇ ਇਹ ਕਰ ਰਹੇ ਆ ਪੰਜਾਬ ਨੂੰ ਵੱਡਾ ਭਰਾ ਬਣ ਕੇ। ਜੀ। ਪੰਜਾਬ ਦੇ ਪਾਣੀ ਪੂਣੀ ਦੀ ਕੀ ਸਮੱਸਿਆ ਹੈ? ਪੰਜਾਬ ਵਾਲੇ ਕਹਿੰਦੇ ਅਸੀਂ ਤਾਂ ਆਪਣੇ ਛੋਟੇ ਭਰਾਵਾਂ ਲਈ ਖੂਨ ਦੇਣ ਨੂੰ ਤਿਆਰ ਹੈ। ਪਾਣੀ ਪੂਣੀ ਦੇ ਇਸ਼ੂ ਤਾਂ ਸਿਆਸੀ ਲੀਡਰਾਂ ਨੇ ਪੈਦਾ ਕੀਤੇ ਹੋਏ ਆ, ਬਾਦਲਾਂ ਨੇ, ਕੈਪਟਨਾਂ ਨੇ ਤੇ ਵਿੱਚ ਬੀਜੇਪੀ ਵਾਲਿਆਂ ਨੇ ਇਹ ਸਾਰੇ ਇਸ਼ੂ ਖੜੇ ਕੀਤੇ ਹੋਏ ਆ। ਇਹ ਇਹਦੇ ਤੋਂ ਰੋਟੀਆਂ ਵੇਲਦੇ ਰਹੇ ਹੁਣ ਤੱਕ। ਸੋ ਅਲਟੀਮੇਟਲੀ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ, ਇਹ ਏਕਤਾ, ਇਹ ਭਾਈਚਾਰਾ, ਇਹ ਮੁਹੱਬਤ ਜਿਹੜੀ ਉਸਰੀ ਹੈ ਇਸ ਵੇਲੇ, ਉਸ ਮੁਹੱਬਤ ਦਾ ਕੋਈ ਜਵਾਬ ਨਹੀਂ। ਇਹੀ ਉਹਨਾਂ ਦੀ ਗਲੇ ਦੀ ਹੱਡੀ ਬਣਿਆ ਹੈ। ਨਰਿੰਦਰ ਤੋਮਰ ਹੋਵੇ, ਨਰਿੰਦਰ ਮੋਦੀ ਹੋਵੇ, ਅਮਿਤ ਸ਼ਾਹ ਹੋਵੇ, ਪਿਊਸ਼ ਗੋਇਲ ਹੋਵੇ, ਇਹ ਸਰਕਾਰ ਹੋਵੇ ਜਾਂ ਅਡਾਨੀ ਹੋਣ ਜਾਂ ਅੰਬਾਨੀ ਹੋਣ, ਉਹਨਾਂ ਵਾਸਤੇ ਦਿੱਕਤ ਇਹ ਹੈ ਵੀ ਜਿਹਨਾਂ ਨੂੰ ਵੰਡਿਆ ਸੀ ਉਹ ਇਕੱਠੇ ਕਿੱਦਾਂ ਹੋ ਗਏ। ਕਿਸਾਨ ਸਾਹਿਬ, ਹੁਣ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਨੂੰ ਇਹ ਕਾਨੂੰਨਾਂ ਦੀ ਪੂਰੀ ਸਮਝ ਨਹੀਂ ਹੈ ਜਿਹੜੇ ਖੇਤੀ ਬਿੱਲ ਲਿਆਂਦੇ ਆ। ਕਿਸਾਨਾਂ ਦੇ ਵਿੱਚ ਭਰਮ ਭੁਲੇਖੇ ਪਾਏ ਜਾ ਰਹੇ ਨੇ। ਪਰ ਦੂਸਰੇ ਪਾਸੇ ਤੁਸੀਂ ਦੇਖੋ ਬਈ ਪਿਛਲੇ 1 ਸਾਲ ਤੋਂ ਪੰਜਾਬ ਦੇ ਵਿੱਚ ਵੱਡੇ ਵੱਡੇ ਗੋਦਾਮ ਬਣੇ ਹੋਏ ਨੇ, ਹਰਿਆਣੇ 'ਚ ਵੀ ਬਣੇ ਹੋਏ ਨੇ। ਫਿਰ ਉਹ ਕਾਹਦੇ ਵਾਸਤੇ ਬਣਾਏ ਜਾ ਰਹੇ? ਦੇਖੋ ਏਦਾਂ ਨਹੀਂ ਗੱਲ ਹੈਗੀ ਵੀ ਅਸਲ 'ਚ ਇਹੀ ਜਿਹੜਾ ਭਰਮ ਫੈਲਾ ਕੇ ਆਪਣੇ ਹੱਥ ਠੋਕੇ ਮੀਡੀਆ ਰਾਹੀਂ ਸਰਕਾਰ ਇਹ ਸਿੱਧ ਕਰਨਾ ਚਾਹੁੰਦੀ ਸੀ ਵੀ ਲੋ ਜੀ ਕਿਸਾਨ ਤਾਂ ਅਨਪੜ੍ਹ ਨੇ, ਜੱਟ ਬੂਟ ਨੇ, ਇਹਨਾਂ ਨੂੰ ਕੀ ਪਤਾ। ਨਾਲ ਇਹ ਵੀ ਸਰਕਾਰ ਕਹਿੰਦੀ ਰਹੀ ਸੀ ਵੀ ਇਹ ਤਾਂ ਸਾਡੇ ਸਟੈਂਡਰਡ ਦੇ ਹੀ ਨਹੀਂ, ਅਸੀਂ ਇਹਨਾਂ ਨਾਲ ਕੀ ਗੱਲ ਕਰਨੀ ਹੈ। ਉਹੀ ਸਰਕਾਰ ਗੋਡਿਆਂ ਪਰਨੇ ਜੇ ਹੋਈ ਹੈ। 8ਵੇਂ ਦੌਰ ਦੀ ਗੱਲਬਾਤ ਤੋਂ ਬਾਅਦ 9ਵੇਂ ਦੌਰ ਦੀ ਗੱਲ ਵਾਸਤੇ ਵੀ 8 ਤਰੀਕ ਮਿਸ ਲਈ ਗਈ ਹੈ। ਭਾਵੇਂ ਉਹਦੇ ਪਿੱਛੇ ਸਰਕਾਰ ਦੀ ਚਾਲ ਵੀ ਹੈ ਕਿ ਇਸ ਅੰਦੋਲਨ ਨੂੰ ਲਗਾਤਾਰ ਵਿਗਾੜਿਆ ਜਾਏ, ਇਹਨੂੰ ਬਦਨਾਮ ਕੀਤਾ ਜਾਏ, ਆਪਣੇ ਮੀਡੀਆ ਰਾਹੀਂ ਇਹ 'ਚ ਘੁਸਪੈਠ ਕਰਵਾਈ ਜਾਏ। ਪਰ ਜੇ ਸਮਝਦਾਰੀ ਸੀ ਕਿਸਾਨ ਆਗੂਆਂ ਨੂੰ, ਜੋ ਸਮਝਦਾਰੀ ਜਿਹੜੀ ਹੇਠਾਂ ਤੱਕ ਪਹੁੰਚਾਈ ਗਈ, ਤਾਂ ਹੀ ਲੱਖਾਂ ਲੋਕ ਆ ਗਏ ਦਿੱਲੀ ਦੇ ਆਲੇ ਦੁਆਲੇ। ਤੁਸੀਂ ਬਹੁਤ ਕਿਸਾਨ ਜੀ ਇੱਥੇ ਸਧਾਰਨ ਤੋਂ ਸਧਾਰਨ ਬੰਦੇ ਨਾਲ ਗੱਲ ਕਰੋ, ਸਧਾਰਨ ਤੋਂ ਸਧਾਰਨ ਜੀ, ਜਿਹਨੂੰ ਜੱਟ ਬੂਟ ਕਹਿ ਕੇ ਇਹਨਾਂ ਨੇ ਇੱਕ ਕਿਸਮ ਦਾ ਅਨਪੜ੍ਹ ਕਿਹਾ, ਜਾਹਲ ਕਿਹਾ, ਗਵਾਰ ਕਿਹਾ। ਤੁਸੀਂ ਉਸ ਕਿਸਾਨ ਨਾਲ ਗੱਲ ਕਰੋ, 80 ਸਾਲ ਦੇ ਬਜ਼ੁਰਗ ਨਾਲ ਗੱਲ ਕਰੋ, ਤੁਸੀਂ 60-65 ਸਾਲ ਦੀ ਔਰਤ ਨਾਲ ਗੱਲ ਕਰੋ ਜਿਹੜੀ ਇੱਥੇ ਆ ਕੇ ਧਰਮ ਤੇ ਬੈਠੀ ਹੈ, ਜਿਹੜੀ ਲੰਗਰ ਦੇ ਵਿੱਚ ਫੁਲਕੇ ਜਿਹੜੀ ਲਾ ਰਹੀ ਹੈ ਤੇ ਇਸ ਜੱਗ ਦੇ ਵਿੱਚ ਆਪਣਾ ਹਿੱਸਾ ਪਾ ਰਹੀ ਹੈ। ਤੁਸੀਂ 15 ਸਾਲ ਦੇ ਬੱਚੇ ਨਾਲ ਗੱਲ ਕਰੋ, ਤੁਸੀਂ 30 ਸਾਲ ਦੇ ਨੌਜਵਾਨ ਨਾਲ ਗੱਲ ਕਰੋ। ਹਰ ਬੰਦੇ ਕੋ ਜਵਾਬ ਹੈ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਦੇ, ਕਾਲੇ ਕਾਨੂੰਨੋਂ ਕਿਉਂ ਕਹਿੰਦੇ, ਹਰ ਬੰਦੇ ਕੋ ਜਵਾਬ ਹੈ। ਇੰਨੀ ਸਮਝਦਾਰੀ ਪੈਦਾ ਹੋ ਗਈ ਹੈ। ਦੂਜੀ ਗੱਲ ਗੁਲਾਮਾਂ ਦੀ ਤੁਸੀਂ ਗੱਲ ਕੀਤੀ ਹੈ, ਉਹ ਤਾਂ ਸਾਫ਼ ਦਿਖਾਈ ਦੇ ਗਿਆ। ਅੱਜ ਭਾਵੇਂ ਰਿਲਾਇੰਸ ਕੰਪਨੀ ਦਾ ਆ ਗਿਆ ਬਿਆਨ, ਉਹ ਤਾਂ ਆਈਵਾਸ਼ ਕਰਨ ਵਾਲੀ ਗੱਲ ਹੈ, ਉਹ ਤਾਂ ਗੋਡੀ ਟੇਕਣ ਵਾਲੀ ਗੱਲ ਹੈ ਵੀ ਉਹ ਜਿਹੜਾ ਉਹਨਾਂ ਦਾ ਬਾਈਕਾਟ ਹੋ ਰਿਹਾ ਉਹਦੇ ਤੋਂ ਕਿਤੇ ਨਾ ਕਿਤੇ ਕੋਈ ਟੈਕਟਿਕ ਜਿਹੜਾ ਯੂਜ਼ ਕਰ ਰਿਹਾ। ਕਹਿੰਦੇ ਨਹੀਂ ਜੀ ਅਸੀਂ ਤਾਂ ਕਾਨੂੰਨਾਂ ਦਾ ਕੋਈ ਲੈਣਾ ਦੇਣਾ ਨਹੀਂ, ਸਾਡਾ ਕਾਨੂੰਨਾਂ ਦਾ ਕੋਈ ਵਾਸਤਾ ਨਹੀਂ, ਅਸੀਂ ਕੰਟਰੈਕਟ ਫਾਰਮਿੰਗ ਨਹੀਂ ਕਰਨੀ, ਕੁਛ ਨਹੀਂ ਕਰਨਾ ਜੀ, ਅਸੀਂ ਕੋਈ ਫਸਲ ਨਹੀਂ ਖਰੀਦਣੀ। ਇਹ ਕਿਹਾ ਉਹਨੇ, ਔਰ ਕਿਹਾ ਕਿਉਂ? ਇਹਦਾ ਮਤਲਬ ਅੰਦੋਲਨ ਇੰਨਾ ਵੱਡਾ ਬਣ ਗਿਆ, ਲੋਕਾਂ ਦੀ ਸਮਝਦਾਰੀ ਨੇ ਸਾਰਾ ਕੁਝ ਕੀਤਾ, ਲੋਕਾਂ ਨੂੰ ਪਤਾ ਲੱਗ ਗਿਆ ਵੀ ਤੁਹਾਡੇ ਐਡੇ ਵੱਡੇ ਵੱਡੇ ਗੋਦਾਮ ਜਿਹੜੇ ਕਿਉਂ ਉਸਰ ਰਹੇ ਆ। ਉਹ ਇਸੇ ਕਰਕੇ ਉਸਰ ਰਹੇ ਆ ਵੀ ਜਿਹੜੀ 2 ਰੁਪਏ 4 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਸਬਜ਼ੀ ਲੈਣੀ ਆ, ਸਬਜ਼ੀ ਖਰੀਦਣੀ ਆ। ਮੈਂ ਗੋਭੀ ਦਾ ਜ਼ਿਕਰ ਕੀਤਾ ਸੀ ਤੇ ਉਹ ਵੇਚਣੀ ਜਾ ਕੇ 600 ਰੁਪਏ ਕਿਲੋ ਦੇ ਹਿਸਾਬ ਨਾਲ। ਜੇ ਉਹਦਾ ਮੋਟਾ ਜਿਹਾ ਅੰਦਾਜ਼ਾ ਲਾ ਲਈਏ ਆਪਾਂ, 4 ਰੁਪਏ ਕਿਲੋ ਗੋਭੀ ਲੈ ਕੇ 600 ਰੁਪਏ ਕਿਲੋ ਵੇਚਣੀ ਆ ਰੈਪ ਕਰਕੇ, ਤੇ ਤੁਸੀਂ ਜੇ ਕੁਇੰਟਲ ਦੇ ਹਿਸਾਬ ਨਾਲ ਲਾਉਣਾ ਹੋਵੇ ਤਾਂ 400 ਰੁਪਏ ਦੀ ਕੁਇੰਟਲ ਲਈ ਨਾ ਕਿਸਾਨ ਤੋਂ ਗੋਭੀ ਜੀ, ਤੇ ਉਹਦੀ ਚ ਨਕਲੀ ਕਵੀ ਪੈਦਾ ਕਰਕੇ 60,000 ਰੁਪਏ ਕਿਲੋ ਦੀ ਵੇਚੀ। 60 ਕੁਇੰਟਲ, 60,000 ਰੁਪਏ ਕੁਇੰਟਲ। ਇਸ ਕਰਕੇ ਗੁਲਾਮ ਬਣੇ ਹੋਏ ਆ। ਇਹੀ ਤਾਂ ਸਮਝਾਉਣਾ ਚਾਹੁੰਦੇ ਆ। ਆਮ ਬੰਦੇ ਦੀ ਇਹ ਲੜਾਈ ਕਿਉਂ ਆ? ਇਕੱਲੀ ਕਿਸਾਨਾਂ ਦੀ ਲੜਾਈ ਨਹੀਂ ਹੈਗੀ, ਆਮ ਬੰਦੇ ਦੀ ਲੜਾਈ ਕਿਉਂ ਆ? ਕਿਉਂਕਿ ਜਿਹੜੀ ਗੋਭੀ 4 ਰੁਪਏ ਕਿਲੋ ਦੀ ਕਿਸਾਨ ਤੋਂ ਲੈ ਕੇ ਗਿਆ ਨਾ ਇਹ ਵਪਾਰੀ ਜੀ, ਅੰਬਾਨੀ ਅਦਾਨੀ, ਜਿਹੜਾ 400 ਰੁਪਏ ਕੁਇੰਟਲ ਲੈ ਕੇ ਗਿਆ ਨਾ ਇਹਨਾਂ ਤੋਂ ਮੁਫਤ ਦੇ ਭਾਅ, ਉਹ
60,000 ਰੁਪਏ ਕੁਇੰਟਲ ਵੇਚਣੀ ਹੈ ਤੇ ਵੇਚਣੀ ਕਿਹਨੂੰ ਆ? ਉੱਥੋਂ ਪਿੰਡ ਦੇ ਕਿਸਾਨ ਨੇ ਨਹੀਂ ਲੈਣ ਜਾਣਾ ਸ਼ਾਪਿੰਗ ਮਾਲ ਦੇ ਵਿੱਚੋਂ। ਉੱਥੋਂ ਜਿਹੜਾ ਸ਼ਹਿਰਾਂ 'ਚ ਰਹਿਣ ਵਾਲਾ ਬੰਦਾ ਆ, ਮੇਰੇ ਵਰਗਾ ਜਿਹੜਾ ਬੰਦਾ ਆ, ਜਿਹੜਾ ਸਿੱਧੇ ਤੌਰ ਤੇ ਇਸ ਅੰਦੋਲਨ ਦੇ ਹੱਕ 'ਚ ਹੈ, ਜਿਹਦੇ ਕੋਲ ਆਪਦੇ ਕੋਲ 1 ਇੰਚ ਵੀ ਜ਼ਮੀਨ ਨਹੀਂ ਹੈਗੀ, ਪਰ ਉਹਨੂੰ ਇਹ ਸਮਝ ਤਾਂ ਆ ਗਈ ਨਾ ਵੀ ਇਹ ਲੜਾਈ ਮੇਰੀ ਇਸ ਕਰਕੇ ਹੈ ਕਿ ਜਿਹੜੇ ਕਿਸਾਨ ਤੋਂ 400 ਰੁਪਏ ਕੁਇੰਟਲ ਲਈ ਆ, ਗੋਭੀ ਉਹ 60,000 ਰੁਪਏ ਕੁਇੰਟਲ ਵੇਚ ਰਹੇ ਆ ਇਹ ਮਾਲਾਂ 'ਚ। ਫਿਰ ਕਿਹਨੂੰ ਚੂਨਾ ਕਿਹਨੂੰ ਲੱਗਾ? ਕਿਸਾਨ ਨੂੰ ਤਾਂ ਬਰਬਾਦ ਕਰਤਾ, ਆਮ ਬੰਦੇ ਨੂੰ ਵੀ ਬਰਬਾਦ ਕਰਤਾ। ਕਿੱਥੇ ਜਾਏਗਾ ਉਹ? ਜਦੋਂ ਕੋਈ ਸ਼ਾਪਿੰਗ ਮਾਲ ਖੁੱਲਦਾ ਨਾ ਤੁਹਾਡੇ ਇਲਾਕੇ ਦੇ ਵਿੱਚ ਕਿਤੇ ਵੀ ਜੀ, ਆਲੇ ਦੁਆਲੇ ਦੀਆਂ 1000 ਛੋਟੀਆਂ ਦੁਕਾਨਾਂ ਬੰਦ ਹੋ ਜਾਂਦੀਆਂ। ਦੈਟਸ ਰਾਈਟ, ਯਾ। ਸੋ ਇਸ ਸਿਚੁਏਸ਼ਨ 'ਚ ਆਪਾਂ ਸਾਰੀਆਂ ਚੀਜ਼ਾਂ ਨੂੰ ਦੇਖਣਾ ਜੀ। ਕਿਸਾਨ ਸਾਹਿਬ, ਇੱਕ ਬ੍ਰੇਕ ਤੋਂ ਬਾਅਦ ਫਿਰ ਵਾਪਸ ਆਉਂਦੇ, ਇਸ ਤਰ੍ਹਾਂ ਜੁੜੇ ਰਹਿਣਾ ਪ੍ਰੋਗਰਾਮ ਸਾਂਝਾ ਪੰਜਾਬ ਦੇ ਨਾਲ। ਅਸੀਂ ਬ੍ਰੇਕ ਦੇ ਵਿੱਚ ਤੁਹਾਨੂੰ ਇੱਕ ਜਿਹੜੇ ਛੋਟੇ ਛੋਟੇ ਬੱਚੇ ਦਿੱਲੀ ਅੰਦੋਲਨ ਤੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੀ ਕੀਤੀ ਹੋਈ ਗੱਲਬਾਤ ਸਾਡੇ ਦਿੱਲੀ ਦੇ ਪੱਤਰਕਾਰ ਹਰਜੀਤ ਕੌਰ ਨੇ ਉਹਨਾਂ ਬੱਚਿਆਂ ਦੇ ਨਾਲ ਜੋ ਇੰਟਰਵਿਊ ਕੀਤੀ ਆ ਉਹ ਤੁਹਾਡੇ ਪੇਸ਼ ਕਰਦੇ। ਇਸ ਬ੍ਰੇਕ ਤੋਂ ਬਾਅਦ ਫਿਰ ਵਾਪਸ ਆਉਂਦੇ, ਇਸੇ ਤਰ੍ਹਾਂ ਜੁੜੇ ਰਹਿਣਾ ਸਾਂਝਾ ਪੰਜਾਬ ਦੇ ਨਾਲ। ਸਾਂਝਾ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਜੰਗਬੀਰ ਸਿੰਘ ਸਵਾਗਤ ਕਰਦਾ ਹਾਂ। ਤੁਸੀਂ ਦੇਖ ਰਹੇ ਹੋ ਸਿੰਘੂ ਬਾਰਡਰ ਤੇ ਅਸੀਂ ਡਟੇ ਹੋਏ ਹਾਂ ਔਰ ਦੋਨੋਂ ਓਏ ਪੁੱਠਾ ਪੰਗਾ ਲੈ ਲਿਆ ਮੋਦੀਆ, ਪੁੱਠਾ ਪੰਗਾ ਲੈ ਲਿਆ ਮੋਦੀਆ, ਹੱਥ ਕਿਰਤੀਆਂ ਦੀ ਕਿਰਤ ਨੂੰ ਤੂੰ ਪਾ ਕੇ। ਓਏ ਪੁੱਠਾ ਪੰਗਾ ਲੈ ਲਿਆ ਮੋਦੀਆ, ਹੱਥ ਜੱਟਾਂ ਦੀ ਜ਼ਮੀਨ ਨੂੰ ਤੂੰ ਪਾ ਕੇ। ਓ 21 ਸਾਲ ਬਾਅਦ ਠੋਕਿਆ, 21 ਸਾਲ ਬਾਅਦ ਠੋਕਿਆ, ਵੈਰੀ ਵਿੱਚ ਸੀ ਲੰਡਨ ਅਸੀਂ ਜਾ ਕੇ। ਸਾਂਝਾ ਪੰਜਾਬ ਚੈਨਲ ਦੇਖ ਰਹੇ ਸਾਰੇ ਹੀ ਦੇਸ਼ ਦੇ ਦਰਸ਼ਕਾਂ ਦਾ ਮੈਂ ਹਰਜੀਤ ਕੌਰ ਸਵਾਗਤ ਕਰਦੇ। ਦਰਸ਼ਕੋ, ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਇੱਥੇ ਜਿਹੜੇ ਬੱਚਿਆਂ ਦੀ ਗਿਣਤੀ ਉਹ ਇਸ ਕਿਸਾਨੀ ਸੰਘਰਸ਼ ਦੇ ਵਿੱਚ ਲਗਾਤਾਰ ਵੱਧ ਰਹੀ ਹੈ। ਤਾਂ ਤੁਸੀਂ ਦੇਖਿਆ ਕਿ ਅੱਜ ਕੱਲ ਇਸ ਕਿਸਾਨੀ ਅੰਦੋਲਨ ਦੇ ਵਿੱਚ ਟਰੈਕਟਰਾਂ ਦੇ ਵਿੱਚ ਵੀ ਗਾਣੇ ਵੱਜਦੇ ਨੇ ਕਿਸਾਨੀ ਅੰਦੋਲਨ ਦੇ। ਉੱਥੇ ਹੀ ਇੱਕ ਸੁਰਜੀਤ ਖੱਟਰ ਜੀ ਨੇ ਗਾਣਾ ਲਿਖਿਆ ਸੀਗਾ ਕਿ ਪੁੱਠਾ ਪੰਗਾ ਲੈ ਲਿਆ ਮੋਦੀਆ, ਹੱਥ ਜੱਟਾਂ ਦੀ ਜ਼ਮੀਨ ਨੂੰ ਤੂੰ ਪਾ ਕੇ। ਸੋ ਜਿਨ੍ਹਾਂ ਨੇ ਗਾਇਆ ਸੀ ਉਹ ਸਾਡੇ ਨਾਲ ਮੌਜੂਦ ਹੈ ਤੇ ਨਾਲ ਹੀ ਉਹਨਾਂ ਦੀ ਬੱਚੀ ਵੀ ਹੈ ਜਿਨ੍ਹਾਂ ਨੇ ਪੂਰਾ ਉਹਨਾਂ ਦਾ ਸਾਥ ਦਿੱਤਾ ਸੀ ਇਸ ਗਾਣੇ ਦੇ ਵਿੱਚ। ਤੇ ਅੱਜ ਹਰ ਇੱਕ ਟਰੈਕਟਰ ਤੇ ਅਸੀਂ ਦੇਖਦੇ ਹਾਂ ਕਿ ਇਹ ਗਾਣਾ ਵੱਜਦਾ ਹੁੰਦਾ। ਸੋ ਦੁਬਾਰਾ ਫਿਰ ਉਹ ਹਾਜ਼ਰ ਹੋਏ ਨੇ ਇੱਥੇ, ਦੁਬਾਰਾ ਫਿਰ ਆਏ ਨੇ ਆਪਣੀ ਹਾਜ਼ਰੀ ਲਵਾਉਣ ਲਈ। ਛੋਟੇ ਛੋਟੇ ਬੱਚੇ ਆਪਣੇ ਪਿੰਡ ਤੋਂ ਲੈ ਕੇ ਆਏ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੱਥਾਂ ਦੇ ਵਿੱਚ ਫੜੇ ਹੋਏ ਨੇ ਮੋਦੀ ਸਰਕਾਰ ਮੁਰਦਾਬਾਦ, ਕਾਲੇ ਕਾਨੂੰਨ ਰੱਦ ਕਰੋ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਤੇ ਪੁੱਠਾ ਪੰਗਾ ਲੈ ਲਿਆ ਮੋਦੀਆ, ਹੱਥ ਜੱਟਾਂ ਦੀ ਜ਼ਮੀਨ ਨੂੰ ਤੂੰ ਪਾ ਕੇ। ਬੰਦਾ ਬਣ ਜਾ ਮੋਦੀਆ ਓਏ, ਤੇਰੀਆਂ ਭੰਨ ਦਿਆਂਗੇ ਅੜੀਆਂ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇੱਕ ਜਾਗਰੂਕ ਕਰ ਰਹੇ ਨੇ ਕਿਸਾਨੀ ਅੰਦੋਲਨ ਦੇ ਵਿੱਚ, ਆਪਣੀ ਲਗਾਤਾਰ ਹਾਜ਼ਰੀ ਲਵਾ ਰਹੇ ਨੇ। ਗੱਲ ਕਰਦੇ ਇਹਨਾਂ ਦਾ ਨਾਲ। ਗੱਲ ਕਰਨ ਤੋਂ ਪਹਿਲਾਂ ਸਾਂਝਾ ਟੀਵੀ ਤੇ ਸਵਾਗਤ ਕਰਦੇ ਹਾਂ। ਸਾਂਝਾ ਟੀਵੀ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮੀਡੀਆ ਦਾ ਜਿਹੜਾ ਇਸ ਸਾਰੀ ਜਿਹੜੀ ਮੂਵਮੈਂਟ ਹੈ ਇਹਨੂੰ ਕਵਰੇਜ ਕਰ ਰਹੇ ਨੇ। ਬਾਕੀ ਗੋਦੀ ਮੀਡੀਆ ਜਿਹੜਾ ਉਹ ਇਸ ਤੋਂ ਬਹੁਤ ਦੂਰ ਹੈ, ਉਹਨਾਂ ਨੇ ਝੂਠ ਦੀਆਂ ਖਬਰਾਂ ਫੈਲਾਉਣੀਆਂ ਨੇ। ਔਰ ਜਿਹੜਾ ਸੱਚਾ ਮੀਡੀਆ ਹੈ, ਜਿਹੜੇ ਨੌਜਵਾਨ ਗੱਭਰੂ ਨੇ ਤੁਹਾਡੇ ਵਰਗੇ ਮੀਡੀਆ ਜਿਹੜੇ ਲੱਗੇ ਨੇ, ਜਿਹੜੇ ਸੱਚੀਆਂ ਖਬਰਾਂ ਦਿਖਾਉਂਦੇ ਨੇ ਇਸ ਸੰਘਰਸ਼ ਦੀਆਂ, ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ ਜਿਹੜੇ ਇਸ ਸੰਘਰਸ਼ ਨੂੰ ਕਵਰੇਜ ਕਰ ਰਹੇ ਨੇ। ਜੀ ਅਸੀਂ ਦੇਖਿਆ ਸੀ ਤੁਸੀਂ ਪਹਿਲਾਂ ਵੀ ਆਪਣੀ ਹਾਜ਼ਰੀ ਲਵਾ ਕੇ ਗਏ ਤਾਂ ਦੁਬਾਰਾ ਫਿਰ ਬੱਚਿਆਂ ਨੂੰ ਲੈ ਕੇ ਆਏ ਹੋ। ਪਹਿਲਾਂ ਤੇ ਹੁਣ ਦੇ ਵਿੱਚ ਕੋਈ ਬਦਲਾਵ ਦਿਸਿਆ ਇਸ ਕਿਸਾਨੀ ਅੰਦੋਲਨ ਦੇ ਵਿੱਚ? ਹਾਂ, ਮੈਂ ਵੈਸੇ ਤਕਰੀਬਨ 5-6 ਵਾਰੀ ਆ ਚੁੱਕਾ ਜੀ। ਹਰੇਕ ਤਕਰੀਬਨ ਹਰ ਹਫਤੇ ਆਈਦਾ ਜੀ, ਹਰ ਹਫਤੇ ਤੋਂ। ਉਸ ਤੋਂ ਬਾਅਦ 2-3 ਦਿਨ ਰਹਿ ਕੇ ਉਸ ਤੋਂ ਬਾਅਦ ਫਿਰ ਜਾਈਦਾ ਬੱਚਿਆਂ ਨੂੰ ਨਾਲ ਲਿਆ ਕੇ। ਛੋਟੇ ਛੋਟੇ ਬੱਚੇ ਵੀ ਹੁਣ ਆਪਣੇ ਨਗਰ ਤੋਂ ਸਾਡੇ ਆਏ ਨੇ ਵੇਖ ਕੇ ਸੰਘਰਸ਼ ਨੂੰ। 6 ਸਾਲ ਤੋਂ ਲੈ ਕੇ ਤਕਰੀਬਨ 14 ਸਾਲ ਤੱਕ ਬੱਚੇ ਸਾਡੇ ਕੋਲ ਆਏ ਨੇ ਜੀ। ਹੁਣ ਇਹ ਬੱਚੇ ਜਿਹੜੇ ਆਪਣੇ ਆਪ ਆਏ ਨੇ, ਇਹਨਾਂ ਨੂੰ ਕਿਸੇ ਨੇ ਦੱਸਿਆ ਨਹੀਂਗਾ, ਆਪਣੇ ਆਪ ਕਹਿ ਕੇ ਵੀ ਅਸੀਂ ਵੀ ਸੰਘਰਸ਼ ਦੇ ਵਿੱਚ ਜਾਣਾ। ਸਾਡੇ ਕਿਸਾਨਾਂ ਦਾ ਜਿਹੜਾ ਦਰਦ ਹੈ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਕਿਵੇਂ ਉੱਥੇ ਰਾਤਾਂ ਕੱਟਦੇ ਨੇ, ਕਿਵੇਂ ਠੰਡ ਦੇ ਵਿੱਚ ਕਿਵੇਂ ਰਹਿੰਦੇ ਨੇ। ਇਹ ਬੱਚੇ ਆਪਣੇ ਆਪ ਦੇਖਣ ਵਾਸਤੇ ਆਏ ਨੇ ਔਰ ਮੋਦੀ ਸਰਕਾਰ ਦਾ ਜਿਹੜਾ ਪਿੱਟ ਸਿਆਪਾ ਕਰਨ ਵਾਸਤੇ ਆਏ ਨੇ, ਉਹਨੂੰ ਲਾਹਣਤ ਪਾਉਣ ਵਾਸਤੇ ਸਾਡੇ ਬੱਚੇ ਜਿਹੜੇ ਆ ਇਹ ਆ ਰਹੇ ਨੇ। ਹੁਣ ਜਿਹੜਾ ਤੁਸੀਂ ਫਰਕ ਪੁੱਛਿਆ, ਜਦੋਂ ਸਟਾਰਟਿੰਗ ਦੇ ਵਿੱਚ ਸੀ ਬਹੁਤ ਘੱਟ ਲੋਕ ਸਨ ਸੰਘਰਸ਼ ਦੇ ਵਿੱਚ। ਅੱਜ ਦੀ ਡੇਟ ਦੇ ਵਿੱਚ ਜਿਹੜਾ ਪੂਰਾ ਭਰ ਜੋਬਨ ਦੇ ਵਿੱਚ ਹੈ। ਇੱਥੇ ਲੰਘਣ ਵਾਸਤੇ ਜਿਹੜੀ ਆ ਉਹ ਪੈਦਲ ਲੰਘਣ ਵਾਸਤੇ ਜਗ੍ਹਾ ਨਹੀਂ ਮਿਲ ਰਹੀ। ਸੰਘਰਸ਼ ਜਿਹੜਾ ਪੂਰਾ
ਜ਼ੋਰਾਂ ਤੇ ਚੱਲ ਰਿਹਾ। ਸਰਕਾਰ ਨੂੰ ਕਿਸਾਨਾਂ ਦੇ ਸਾਹਮਣੇ ਝੁਕਣਾ ਪਵੇਗਾ। ਜਿਹੜਾ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ, ਗਲਤ ਨੀਤੀਆਂ ਨੇ, ਜਿਹੜੇ ਕਾਲੇ ਕਾਨੂੰਨ ਬਣਾਏ ਨੇ, ਉਹ ਰੱਦ ਕਰਕੇ ਕਿਸਾਨਾਂ ਦੇ ਨਾਲ, ਕਿਉਂਕਿ ਕਿਸਾਨ ਜਿਹੜਾ ਉਹ ਅੰਨਦਾਤਾ ਹੈ ਪੂਰੇ ਦੇਸ਼ ਦਾ। ਹਰ ਦੇਸ਼ ਦਾ ਜਿਹੜਾ ਕਿਸਾਨ ਹੁੰਦਾ ਹੈ ਉਹ ਅੰਨਦਾਤਾ ਹੁੰਦਾ ਹੈ ਕਿ ਰੋਟੀ ਜਿਹੜੀ ਆ ਆਪਾਂ 3 ਟਾਈਮ ਖਾਂਦੇ ਆ, ਉਹ ਕਿਸਾਨਾਂ ਦੀ ਮਿਹਨਤ ਦੇ ਸਦਕਾ ਖਾਂਦੇ ਆ। ਜੇ ਕਿਸਾਨ ਨਹੀਂ ਰਹੇਗਾ ਤੇ ਸਮਝ ਲਓ ਸੰਸਾਰ ਦੇ ਵਿੱਚ ਕੋਈ ਨਹੀਂ ਰਹਿ ਸਕਦਾ। ਇਸ ਕਰਕੇ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਕੇ ਕਿਸਾਨਾਂ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ। ਇਹ ਬੱਚੀ ਨੂੰ ਤੁਸੀਂ ਕੀ ਸਿਖਾ ਕੇ ਲਿਆਇਓ ਕਿ ਇਹਨੇ ਆਪਣੇ ਹੱਥ ਵਿੱਚ ਜਿਹੜਾ ਫੜਿਆ ਹੋਇਆ, ਇਹਦੇ ਤੋਂ ਜੋ 2-4 ਲਾਈਨਾਂ ਜ਼ਰੂਰ ਬੁਲਵਾ ਦਿਓ। ਤੁਸੀਂ ਬੱਚੀ ਨੂੰ ਪੁੱਛ ਸਕਦੇ ਹੋ। ਬੱਚੀ ਕੀ ਲਿਖਿਆ ਇੱਥੇ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੋਦੀ ਸਰਕਾਰ ਬਾਰੇ ਕੀ ਕਹੋਗੇ? ਮੋਦੀ ਨੂੰ ਕੀ ਕਹਿੰਦੇ? ਕਹੋ ਪੁੱਤ ਕਹੋ। ਕੌਣ ਮਰ ਗਿਆ? ਗੱਡੀ ਵਿੱਚ ਕੀ ਕਹਿੰਦੇ ਸੀ? ਚਲੋ ਸ਼ਾਬਾਸ਼। ਕੌਣ ਮਰ ਗਿਆ? ਕੀ ਕਹਿੰਦੇ ਸੀ ਤੁਸੀਂ? ਇਹ ਛੋਟਾ ਜਿਹਾ ਇਹਨੂੰ ਕਰਾ ਦਿਓ ਜੀ। ਛੋਟਾ ਬੱਚਾ, ਬੱਚੀ ਛੋਟੀ ਆ ਪਰ ਆਪਣਾ ਜਿਹੜਾ ਪੋਸਟਰ ਹੈ ਉਹ ਛੱਡ ਨਹੀਂ ਰਹੀ ਹੈਗੀ। ਉਹਨੂੰ ਪਤਾ ਉੱਤੇ ਲਿਖਿਆ ਕਿ ਮੋਦੀ ਸਰਕਾਰ ਮੁਰਦਾਬਾਦ, ਤੇ ਕਹਿੰਦੀ ਮੋਦੀ ਮਰ ਗਿਆ, ਕੁਰਸੀ ਖਾਲੀ ਕਰ ਗਿਆ। ਐਦਾਂ ਤੇ ਜਿਹੜੀ ਆ ਸਟੇਟਮੈਂਟ ਆ ਇਹ ਦੇ ਰਹੀ ਆ। ਸੋ ਸਾਡੇ ਨਾਲ ਇਹਨਾਂ ਦੀ ਬੱਚੀ ਵੀ ਮੌਜੂਦ ਆ। ਅਸੀਂ ਇਹਨਾਂ ਤੋਂ ਉਹ ਗਾਣਾ ਵੀ ਸੁਣਾਂਗੇ ਜਿਹੜਾ ਕਿ ਤੁਸੀਂ ਟਰੈਕਟਰਾਂ ਤੇ ਆਮ ਦੇਖਦੇ ਹੋ ਕਿ ਇੱਥੇ ਵੱਜ ਰਿਹਾ ਹੁੰਦਾ ਹੈ, ਤੇ ਅਸੀਂ ਇਹਨਾਂ ਦੀ ਬੱਚੀ ਨਾਲ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਇਸ ਕਿਸਾਨੀ ਅੰਦੋਲਨ ਦੇ ਵਿੱਚ ਕਦੋਂ ਆਏ, ਤੇ ਜਿਹੜਾ ਤੁਸੀਂ ਇੱਥੇ ਨਾਲ ਦੇ ਬੱਚਿਆਂ ਨੂੰ ਨਾਲ ਲੈ ਕੇ ਪ੍ਰੋਟੈਸਟ ਕਰ ਰਹੇ ਹੋ, ਕਿੱਦਾਂ ਲੱਗ ਰਿਹਾ ਤੁਹਾਨੂੰ? ਆਪਾਂ ਨੂੰ ਜੀ ਬਹੁਤ ਵਧੀਆ ਲੱਗ ਰਿਹਾ। ਆਪਾਂ ਕੱਲ ਦੁਬਾਰਾ ਫਿਰ ਆਏ ਆ ਜੀ, ਤੇ ਆਪਾਂ ਸਾਰਿਆਂ ਨੂੰ ਆਪਣੇ ਸਾਥੀਆਂ ਨਾਲ ਲੈ ਕੇ ਆਏ ਇਸ ਸੰਘਰਸ਼ ਦੇ ਵਿੱਚ। ਅਸੀਂ ਸੁਣਿਆ ਸੀਗਾ ਕਿ ਤੁਹਾਡੇ ਜਜ਼ਬੇ ਦੀ ਦਾਤ ਦੇਣੀ ਪਊਗੀ। ਤੁਹਾਡੇ ਪਿਤਾ ਜੀ ਨੇ ਇੱਕ ਵਾਰ ਦੱਸਿਆ ਸੀਗਾ ਕਿ ਜੇ ਤੁਹਾਨੂੰ ਇਸ ਅੰਦੋਲਨ ਦੇ ਵਿੱਚ ਸ਼ਹੀਦ ਵੀ ਹੋਣਾ ਪੈ ਗਿਆ ਤਾਂ ਤੁਸੀਂ ਕਿਹਾ ਸੀ ਕਿ ਮੈਂ ਸ਼ਹੀਦ ਹੋਣ ਲਈ ਤਿਆਰ ਹਾਂ। ਮੰਨਦੇ ਹੋ ਇਸ ਗੱਲ ਨੂੰ? ਹਾਂਜੀ ਮੰਨਦਾ ਜੀ, ਬਿਲਕੁਲ। ਮੈਂ ਤਾਂ ਕਹਿੰਦਾ ਹੁਣੇ ਕੁਰਬਾਨੀ ਦੇ ਦਿੰਦੇ ਹਾਂ ਜੀ। ਕੁਰਬਾਨੀ ਦੇਣੀ ਜੀ, ਅਸੀਂ ਕਹਿੰਦੇ ਸਭ ਤੋਂ, ਜੇ ਮਰਨਾ ਹੈ ਤਾਂ ਸਭ ਤੋਂ ਪਹਿਲਾਂ ਮੈਂ ਮਰੂੰਗਾ। ਜੇ ਭਾਵੇਂ ਹੁਣ ਵੀ ਮੈਨੂੰ ਇੱਥੇ ਮਰਨਾ ਪੈ ਜਾਵੇ, ਮੈਂ ਮਰਨ ਲਈ ਤਿਆਰ ਹਾਂ ਜੀ। ਜਿਹੜਾ ਗਾਣਾ ਤੁਸੀਂ ਲਿਖਿਆ ਸੀ ਕਿ ਪੁੱਠਾ ਪੰਗਾ ਲੈ ਲਿਆ ਮੋਦੀਆ, ਹੱਥ ਜੱਟਾਂ ਦੀ ਜ਼ਮੀਨ ਨੂੰ ਤੂੰ ਪਾ ਕੇ, ਇਹ ਗਾਣਾ ਪੂਰਾ ਤੁਸੀਂ ਜ਼ਰੂਰ ਸਾਡੇ ਚੈਨਲ ਦੇ ਮਾਧਿਅਮ ਗਾ ਦਿਓ। ਕੋਈ ਨਹੀਂ ਜੀ, ਇਹ ਗਾਣਾ ਰਾਣਾ ਮੱਲੂ ਪੋਤੀਆ ਜੀ ਨੇ ਲਿਖਿਆ ਸੀਗਾ, ਤੇ ਇਹ ਗਾਣਾ ਪਾਪਾ ਜੀ ਸੁਣਾਉਗੇ ਕਿਉਂਕਿ ਸਾਡੇ ਗਲੇ ਬੈਠ ਚੁੱਕੇ ਆ ਜੀ ਨਾਰੇ ਲਾ ਲਾ ਕੇ। ਪਾਪਾ ਜੀ ਸੋ ਦਰਸ਼ਕੋ, ਉਹਨਾਂ ਦੇ ਪਿਤਾ ਜੀ ਨੇ ਗਾਇਆ ਸੀਗਾ। ਬ੍ਰੇਕ ਤੋਂ ਬਾਅਦ ਫੇਰ ਸਵਾਗਤ ਹੈ ਪ੍ਰੋਗਰਾਮ ਸਾਂਝਾ ਪੰਜਾਬ। ਅਸੀਂ ਹਰ ਰੋਜ਼ ਤੁਹਾਡੇ ਲਈ ਲਾਈਵ ਲੈ ਕੇ ਹਾਜ਼ਰ ਹੁੰਦੇ ਹਾਂ। ਕਿਸਾਨ ਅੰਦੋਲਨ ਦੀ ਪੂਰੀ ਅਪਡੇਟ ਲਾਈਵ ਸਾਡੇ ਨਾਲ ਸੁਸ਼ੀਲ ਦਸਾਂਝ ਸਭ ਕਰਦੇ ਨੇ। ਇਹ ਸਾਡਾ ਹਿੱਸਾ ਹਮੇਸ਼ਾ ਦੀ ਤਰ੍ਹਾਂ ਸਵੀਟ ਮਹਿਲ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ। ਸਵੀਟ ਮਹਿਲ ਜੋ ਕਿ ਰਾਤ ਦੇ 12 ਵਜੇ ਤੱਕ ਖੁੱਲ੍ਹੇ ਰਹਿੰਦੇ ਨੇ। 416 679 9191 ਹੰਬਰਵੁੱਡ ਅਤੇ ਰੈਕਸਟੇਲ ਦੇ ਬਿਲਕੁਲ ਕੋਨੇ ਤੇ ਸਵੀਟ ਮਹਿਲ 416 679 9191। ਸਟੀਵਨ ਫਰਨੀਚਰ ਤੇ ਤੁਸੀਂ ਘਰ ਬੈਠੇ ਬਿਠਾਏ ਫਰਨੀਚਰ ਖਰੀਦ ਸਕਦੇ ਹੋ। 905 790 0560 905 790 0560। ਅਗਰ ਸਾਡੇ ਨਾਲ ਤੁਸੀਂ ਸਟੂਡੀਓ ਵਿੱਚ ਕੋਈ ਵੀ ਗੱਲ ਕਰਨੀ ਹੈ ਤਾਂ 905 458 44 905 458 4444। ਦਸਾਂਝ ਸਾਹਿਬ, ਹੁਣ ਸਰਕਾਰ ਲੱਗਦੀ ਨਹੀਂ ਬਈ 3 ਬਿੱਲ ਜਿਹੜੇ ਨੇ ਲੈ ਕੇ ਆਂਦੇ ਖੇਤੀ ਬਿੱਲ ਉਹ ਰੱਦ ਕਰੇਗੀ, ਚਾਹੇ ਅਗਲੀ ਮੀਟਿੰਗ ਹੋਵੇ, ਉਹ ਤੋਂ ਅਗਲੀ ਮੀਟਿੰਗ ਹੋਵੇ, ਕਿਉਂਕਿ ਜੋ ਸਰਕਾਰ ਨੇ ਇਹ ਦੇਖਣ ਤੋਂ ਸਾਰੀਆਂ ਮੀਟਿੰਗਾਂ ਤੋਂ ਲੱਗਦਾ ਇਹ ਆ ਕਿ ਉਹ ਸਰਕਾਰ ਬਿੱਲ ਰੱਦ ਨਹੀਂ ਕਰੇਗੀ। ਅਗਰ ਸਰਕਾਰ ਬਿੱਲ ਰੱਦ ਨਹੀਂ ਕਰਦੀ ਤਾਂ ਫਿਰ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਏਗੀ? ਦੇਖੋ ਬਾਬੂ ਜੀ, ਮੈਂ ਤੁਹਾਨੂੰ ਦੱਸਦਾ ਕਿ ਜਦੋਂ ਆਪਾਂ ਗੱਲ ਕਰਦੇ ਨਾ ਵੀ ਜਿਹੜੀ ਮੀਟਿੰਗ ਹੋਈ ਆ ਅੱਜ ਵਾਲੀ, ਜਿਹੜੀ 8ਵੇਂ ਦੌਰ ਦੀ ਹੈ, ਅਸੀਂ ਸੁਰਖੀਆਂ 'ਚ ਤਾਂ ਕਹਿ ਦਿੰਦੇ ਆ ਵੀ ਮੀਟਿੰਗ ਜਿਹੜੀ ਆ ਬੇਸਿੱਟਾ ਰਹੀ ਆ ਜਾਂ ਬੇਨਤੀਜਾ ਰਹੀ ਆ। ਪਰ ਜਿਹਨੂੰ ਥੋੜਾ ਜਿਹਾ ਤੁਸੀਂ ਡੀਪਲੀ ਦੇਖੋ ਤਾਂ ਇਹ ਬੇਨਤੀਜਾ ਨਹੀਂ ਰਹੀ। ਅਸਲ ਦੇ ਵਿੱਚ ਇਹਦੇ ਨਤੀਜੇ ਹੈਗੇ ਆ ਕੁਝ। ਇੱਕ ਨਤੀਜਾ ਤੇ ਸਾਫ਼ ਦਿਖਾਈ ਦੇ ਗਿਆ ਵੀ ਸਰਕਾਰ ਜਿਸ ਢੰਗ ਨਾਲ ਡਾਇਲੋਗ ਨੂੰ ਅੱਗੇ ਤੋਂ ਅੱਗੇ ਤੋੜ ਰਹੀ ਹੈ, ਉਹਦਾ ਮਤਲਬ ਹੈ ਵੀ ਸਰਕਾਰ ਜਿਹੜੀ ਆ ਅੰਦਰੋਂ ਡਰੀ ਹੋਈ ਹੈ। ਨਾਲ ਦੀ ਨਾਲ ਸਰਕਾਰ ਜਿਹੜੀ ਆ ਕੋਈ ਨਾ ਕੋਈ ਸ਼ਰਾਰਤ ਸੋਚ ਰਹੀ ਹੈ ਜਾਂ ਸਾਜ਼ਿਸ਼ ਕਰ ਰਹੀ ਹੈ ਵੀ ਇਸ ਅੰਦੋਲਨ ਨੂੰ ਡਿਸਟਰਬ ਕਰ ਦਿੱਤਾ ਜਾਏ ਜੀ। ਅਗਲੀ ਗੱਲ ਇਹ ਹੈ ਵੀ ਜੇ ਸਰਕਾਰ ਇਸ ਗੱਲ ਤੇ ਜ਼ਿੱਦ ਤੇ ਆ ਵੀ ਜੋ ਮਰਜ਼ੀ ਹੋ ਜਾਵੇ ਅਸੀਂ ਇਹ ਕਾਨੂੰਨ ਵਾਪਸ ਨਹੀਂ ਜਾਣੇ, ਤੇ ਅਗਲੀ ਮੀਟਿੰਗ ਕਿਉਂ ਰੱਖਦੀ ਆ? ਜਦ ਕਿਸਾਨਾਂ ਨੇ ਬਿਲਕੁਲ ਕਲੀਅਰ ਕੱਟ ਕਹਿ ਦਿੱਤਾ ਵੀ ਅਸੀਂ ਤਾਂ ਘਰਾਂ ਨੂੰ ਵਾਪਸ ਨਹੀਂ ਜਾਂਦੇ ਜੇ ਤੁਸੀਂ ਕਾਨੂੰਨ ਵਾਪਸ ਨਹੀਂ ਦਿੰਦੇ, ਤੇ ਸਰਕਾਰ ਵੀ ਕਹਿ ਦੇਵੇ ਵੀ ਤੁਸੀਂ ਨਹੀਂ ਜਾਣਾ, ਵਾਪਸ ਜਾਣਾ ਨਾ ਜਾਓ, ਅਸੀਂ ਤਾਂ ਨਹੀਂ ਲੈਂਦੇ ਵਾਪਸ, ਕਰ ਲਓ ਜੋ ਕਰਨਾ। ਸਰਕਾਰ ਇਹ ਕਿਉਂ ਨਹੀਂ ਕਹਿੰਦੀ? ਸਰਕਾਰ ਇਹ ਕਿਉਂ ਕਹਿੰਦੀ ਆ ਵੀ ਕੋਈ ਰਸਤਾ ਲੱਭੀਏ ਆਪਾਂ ਅਗਲੀ ਮੀਟਿੰਗ ਦੇ ਵਿੱਚ? ਇਹਦਾ ਮਤਲਬ ਹੈ ਕੋਈ ਰਸਤਾ ਲੱਭੀਏ।
ਸਰਕਾਰ ਨੇ ਕਹੀ, ਭਾਵੇਂ ਉਹ ਕਿਸਾਨਾਂ ਦੇ ਹਵਾਲੇ ਨਾਲ ਕਹੀ ਵੀ ਕਿਸਾਨ ਇਹ ਚਾਹੁੰਦੇ ਆ ਕਿ ਸਰਕਾਰ ਰਸਤਾ ਲੱਭ ਲਵੇ, ਜਦਕਿ ਉਲਟ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸੀ ਆ। ਅਸਲ 'ਚ ਸਰਕਾਰ ਇਹ ਚਾਹੁੰਦੀ ਹੈ ਕਿ ਕਿਸਾਨ ਸਾਨੂੰ ਅਲਟਰਨੇਟ ਦੇ ਦੇਣ। ਇਹ ਗੱਲ ਕਹੀ ਵੀ ਹੈ ਸਰਕਾਰ ਨੇ ਵੀ ਤਿੰਨੇ ਖੇਤੀ ਕਾਨੂੰਨ ਰੱਦ ਕਰ ਦਿੰਦੇ ਆ, ਪਰ ਇਹ ਲਫ਼ਜ਼ ਨਾ ਵਰਤੋ ਕਿ ਅਲਟਰਨੇਟ ਦੇ ਦਿਓ। ਇਹਦਾ ਅਲਟਰਨੇਟ ਕੀ ਹੋ ਸਕਦਾ? ਬਲਵੀਰ ਸਿੰਘ ਰਾਜੇ ਵਾਲੇ ਤੇ ਬਾਕੀ ਕਿਸਾਨ ਲੀਡਰਾਂ ਨੇ ਪਿਛਲੀ ਮੀਟਿੰਗ 'ਚ ਸਾਫ਼ ਕਰ ਦਿੱਤਾ ਸਾਡੇ ਕੋਲ ਕੋਈ ਅਲਟਰਨੇਟ ਨਹੀਂ ਭਾਈ। ਕਿਸਾਨਾਂ ਨੇ ਕਹਿਤਾ ਸਾਡੇ ਕੋਲ ਕੋਈ ਅਲਟਰਨੇਟ ਨਹੀਂ ਹੈ, ਤਾਂ ਤਿੰਨੇ ਕਾਨੂੰਨ ਵਾਪਸ ਹੋਣਗੇ ਤਾਂ ਅਸੀਂ ਮੁੜਾਂਗੇ। ਫਿਰ ਉਹ ਵੀ ਕਹਿ ਦਿੰਦੇ, ਸਰਕਾਰ ਵੀ ਕਹਿੰਦੀ, ਨਰਿੰਦਰ ਤੋਮਰ ਵੀ ਕਹਿੰਦੇ ਵੀ ਨਹੀਂ ਠੀਕ ਆ, ਨਹੀਂ ਤੁਸੀਂ ਵਾਪਸ ਜਾਣਾ ਨਾ ਜਾਓ, ਅਸੀਂ ਦੇਖ ਲਾਂਗੇ ਤੁਹਾਨੂੰ। ਨਹੀਂ ਹੁਣ ਕਿਸਾਨ ਸਾਹਿਬ ਦੇ ਸਰਕਾਰ ਵੀ ਅੜੀ ਰਹੀ, ਕਿਸਾਨ ਵੀ ਅੜੇ ਰਹੇ, ਇਹ ਫਿਰ ਟਕਰਾਅ ਦੀ ਸਥਿਤੀ ਵੀ ਹੋ ਸਕਦੀ ਆਉਣ ਵਾਲੇ ਦਿਨਾਂ 'ਚ। ਟਕਰਾਅ ਤਾਂ ਹੋਣਾ ਹੀ ਹੋਣਾ ਹੈ ਜੀ, ਅੱਜ ਨਹੀਂ ਹੋਏਗਾ ਕੱਲ ਨੂੰ ਹੋਏਗਾ। ਟਕਰਾਅ ਹੋਏਗਾ ਜੇ ਸਰਕਾਰ ਨੇ ਗਲਤੀ ਕੀਤੀ। ਸਰਕਾਰ ਇਸ ਵੇਲੇ ਜਿਸ ਪੋਜੀਸ਼ਨ 'ਚ ਹੈ, ਸਰਕਾਰ ਗਲਤੀ ਕਰਨ ਦਾ ਜਿਹੜਾ ਉਹਨੂੰ ਖਮਿਆਜ਼ਾ ਬਹੁਤ ਵੱਡਾ ਭੁਗਤਣਾ ਪੈ ਸਕਦਾ। ਸਰਕਾਰ ਨੂੰ ਸ਼ਾਇਦ ਇਹ ਲੱਗਦਾ ਹੈ ਵੀ ਅਸੀਂ ਕੋਈ ਨਾ ਕੋਈ ਗੜਬੜ ਕਰਾ ਕੇ, ਕੋਈ ਸਾਜ਼ਿਸ਼ ਰਚ ਕੇ ਇਸ ਅੰਦੋਲਨ ਨੂੰ ਡਿਸਟਰੋਏ ਕਰ ਦਾਂਗੇ, ਤਬਾਹ ਕਰ ਦਾਂਗੇ, ਤੇ ਫਿਰ ਉਸ ਤੋਂ ਬਾਅਦ ਉਹਦੇ ਰਿਐਕਸ਼ਨ ਦੇ ਵਿੱਚ ਕੀ ਹੋਣਾ ਸਰਕਾਰ ਨੂੰ ਇਸ ਗੱਲ ਦਾ ਨਹੀਂ ਪਤਾ। ਰਿਐਕਸ਼ਨ ਕਈ ਲੈਵਲ ਤੇ ਹੁੰਦਾ। ਰਿਐਕਸ਼ਨ ਇੱਕ ਤਾਂ ਇਹ ਹੁੰਦਾ ਹੈ ਕਿ ਕੁਝ ਗਲਤ ਲੋਕਾਂ ਨੂੰ ਜਦੋਂ ਬਾੜ ਦਿੰਦੇ ਹੋ ਤੇ ਅੰਦੋਲਨ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਆ ਤੇ ਵਾਇਲੈਂਸ ਜਿਹੜੀਆਂ ਚੀਜ਼ਾਂ ਚੱਲ ਜਾਂਦੀਆਂ। ਅੰਦੋਲਨ ਦੀ ਜਿਹੜੀ ਧਾਰ ਹੁੰਦੀ ਹੈ, ਜਿਹੜੀ ਅੰਦੋਲਨ ਦੀ ਡਾਇਰੈਕਸ਼ਨ ਹੁੰਦੀ ਹੈ, ਉਹ ਵਿਗੜ ਜਾਂਦੀ ਹੈ। ਪਰ ਉਹਦਾ ਮਤਲਬ ਇਹ ਥੋੜਾ ਹੈ ਕਿ ਅੰਦੋਲਨ ਵਿਗੜਨ ਤੋਂ ਬਾਅਦ ਵੀ ਨਵੇਂ ਸਿਰੇ ਅੰਦੋਲਨ ਕੋਈ ਜਿਹੜੀਆਂ 30-32 ਕਿਸਾਨ ਜਥੇਬੰਦੀਆਂ ਜਾਂ ਦੇਸ਼ ਦੀਆਂ 500 ਜਥੇਬੰਦੀਆਂ ਉਹ ਕੋਈ ਨਵੇਂ ਸਿਰੇ ਆਪਣਾ ਅੰਦੋਲਨ ਨਹੀਂ ਆਰਗੇਨਾਈਜ਼ ਕਰਨਗੀਆਂ, ਉਹ ਕਰਨਗੀਆਂ ਲਾਜ਼ਮੀ ਤੌਰ ਦੇ ਉੱਤੇ। ਜਾਨੀ ਸਰਕਾਰ ਇਸ ਲੈਵਲ ਤੇ ਇਸ ਵੇਲੇ ਖੜੀ ਹੈ ਜਿੱਥੇ ਖੜੀ ਹੈ, ਉਹਨੂੰ ਸਮਝ ਨਹੀਂ ਹੈਗੀ ਵੀ 100 ਛਿੱਤਰ ਵੀ ਖਾਣੇ ਆ, 100 ਗੰਢੇ ਵੀ ਖਾਣ ਵਾਲੀ ਪੋਜੀਸ਼ਨ ਇਸ ਵੇਲੇ ਬਣੀ ਹੋਈ ਹੈ। ਤਿੰਨੇ ਖੇਤੀ ਕਾਨੂੰਨ ਨੂੰ ਵਾਪਸ ਲੈਣੇ ਪੈਣਗੇ, ਹੁਣ ਨਹੀਂ ਲੈਣਗੇ, ਆਉਣ ਵਾਲੇ ਸਮੇਂ ਦੇ ਵਿੱਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਇਹ ਪੰਜਾਬ 'ਚ ਉਦੋਂ ਵੀ ਲਾਗੂ ਹੋ ਸਕਦੇ ਕੋਈ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹਨਾਂ ਤਿੰਨਾਂ ਕਾਨੂੰਨਾਂ ਦੇ ਖਿਲਾਫ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਇੱਕ ਕਿਸਮ ਦਾ ਲਿਆ ਚੁੱਕੀ ਹੈ, ਬਿੱਲ ਲਿਆ ਚੁੱਕੀ ਹੈ। ਇਸ ਕਰਕੇ ਪੰਜਾਬ 'ਚ ਨਹੀਂ ਲਾਗੂ ਨਹੀਂ ਹੋਣ ਦੇਣੇ। ਪਰ ਇਹ ਲੜਾਈ ਪੰਜਾਬ ਦੀ ਨਹੀਂ ਹੈ, ਸਾਡੇ ਦੇਸ਼ ਦੀ ਹੈ। ਸਾਰੇ ਦੇਸ਼ ਦੇ ਵਿੱਚੋਂ ਡਰ ਤੇ ਖੌਫ ਖਤਮ ਕਰ ਦਿੱਤਾ ਇਸ ਅੰਦੋਲਨ ਨੇ। ਜਿਹੜੇ ਲੋਕ ਘਰਾਂ 'ਚ ਬੈਠੇ ਰਹਿੰਦੇ ਸੀ ਉਹ ਇੱਥੇ ਬਾਰਡਰਾਂ ਤੇ ਆ ਕੇ ਬੈਠ ਗਏ ਆ। ਕਦੀ ਸੋਚਿਆ ਨਹੀਂ ਸੀ ਵੀ ਕੋਈ ਮਤਲਬ ਕਿਸੇ ਉਹ ਬੰਦੇ ਜਿਹਨਾਂ ਬੰਦਿਆਂ ਬਾਰੇ ਕਦੇ ਸੋਚਿਆ ਨਹੀਂ ਸੀ ਵੀ ਇਹ ਕਿਸੇ ਦੀ ਹਾਥ ਨਾਰਾ ਮਾਰ ਸਕਦੇ ਆ, ਉਹ ਇੱਥੇ ਧਰਨੇ ਜਾ ਕੇ ਬੈਠੇ। ਸੋ ਅਲਟੀਮੇਟਲੀ ਮੇਰਾ ਕਹਿਣਾ ਇਹ ਹੈ ਕਿ ਜੇ ਸਰਕਾਰ ਇਸ ਅੰਦੋਲਨ ਨੂੰ ਵਿਗਾੜਨ ਦੀ ਵੀ ਕੋਸ਼ਿਸ਼ ਕਰੇਗੀ, ਕੁਝ ਸਮੇਂ ਵਾਸਤੇ ਕੁਝ ਅਜਿਹੀਆਂ ਸਿਚੁਏਸ਼ਨ ਡਿਵੈਲਪ ਹੋ ਸਕਦੀਆਂ ਵੀ ਇਹ ਅੰਦੋਲਨ ਜਿਹੜਾ ਆ ਉਹ ਵਾਇਲੈਂਸ ਚੱਲ ਜਾਏ, ਪਰ ਇਹਦੀ ਸੰਭਾਵਨਾ ਘੱਟ ਹੈ ਕਿਉਂਕਿ ਲੀਡਰਸ਼ਿਪ ਬੜੀ ਸਿਆਣੀ ਹੈ। ਪਰ ਸਰਕਾਰ ਦੀ ਸ਼ਰਾਰਤ ਨਹੀਂ ਹੈ। ਸਰਕਾਰ ਕੁਝ ਏਦਾਂ ਦੇ ਲੋਕਾਂ ਨੂੰ ਅੱਗੇ ਲਾ ਕੇ ਆਪਣੇ ਹੱਥ ਠੋਕੇ ਮੀਡੀਆ ਰਾਹੀਂ ਉਹਨਾਂ ਨੂੰ ਹੀਰੋ ਬਣਾ ਕੇ ਇਸ ਅੰਦੋਲਨ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਕੋਸ਼ਿਸ਼ ਵੀ ਨਾਕਾਮ ਸਾਬਤ ਹੋਣੀ ਹੈ ਕਿਉਂਕਿ ਕੰਟਰੋਲ ਬੜਾ ਹੈ ਕਿਸਾਨ ਜਥੇਬੰਦੀਆਂ ਦੇ ਕੋਲ। ਉਹਨਾਂ ਦੇ ਆਗੂ ਬੜੇ ਸਿਆਣੇ ਹੈ ਤੇ ਇਹ ਜਿਹੜੀ ਸਿਚੁਏਸ਼ਨ ਜਿਸ ਵੱਲ ਨੂੰ ਜਾਏਗੀ, ਜਿਸ ਪਾਸੇ ਵੱਲ ਨੂੰ ਜਾਏਗੀ, ਉਹਦੇ ਤੋਂ ਵਾਪਸੀ ਸਰਕਾਰ ਤੋਂ ਨਹੀਂ ਹੋਣੀ, ਕਿਸਾਨ ਜਥੇਬੰਦੀਆਂ ਤਾਂ ਵਾਪਸੀ ਕਰ ਲੈਣਗੇ। ਕਿਉਂਕਿ ਇੱਕ ਗੁੱਸਾ ਜਿਹੜਾ ਹੁੰਦਾ, ਰੋਸ ਤੇ ਗੁੱਸੇ 'ਚ ਫਰਕ ਹੈ। ਜਿਹੜਾ ਇੱਕ ਗੁੱਸਾ ਆ, ਸਰਕਾਰ ਗੁੱਸੇ ਨੂੰ ਅਗਨੀ ਦਿਖਾਉਣਾ ਚਾਹੁੰਦੀ ਹੈ, ਤੀਲੀ ਲਾਉਣਾ ਚਾਹੁੰਦੀ ਹੈ ਤੇ ਤੀਲੀ ਲਾ ਕੇ ਉਹ ਗੁੱਸਾ ਜਿਹੜਾ ਆ ਉਹ ਭਾਂਬੜ ਬਣ ਜਾਏ। ਤੇ ਜਿਹੜਾ ਸਰਕਾਰ ਦੇ ਉੱਤੇ ਇੱਕ ਬਹੁਤ ਹੀ ਵਿਗਿਆਨਕ ਤਰੀਕੇ ਦੇ ਨਾਲ, ਲੌਜੀਕਲੀ, ਤਰਕ ਦੇ ਨਾਲ ਜਿਹੜਾ ਇੱਕ ਦਬਾਅ ਬਣਿਆ ਹੈ ਉਹ ਪਾਸੇ ਹਟ ਜਾਵੇ ਤੇ ਗੁੱਸਾ ਜਿਹੜਾ ਵਾਇਲੈਂਸ 'ਚ ਬਦਲ ਜਾਏ। ਪਰ ਗੁੱਸੇ ਨਾਲੋਂ ਜ਼ਿਆਦਾ ਰੋਸ ਜਿਹੜਾ ਆ ਉਹ ਵਿਗਿਆਨਕ ਹੁੰਦਾ ਹੈ। ਰੋਸ ਜਿਹੜਾ ਸੰਜਮੀ ਹੁੰਦਾ ਹੈ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਗੁੱਸੇ ਦੀ ਥਾਂ ਤੇ ਰੋਸ ਨੂੰ ਤਰਜੀਹ ਦੇ ਰਹੇ ਆ। ਅਮਨ ਅਮਾਨ ਦੀ ਉਹ ਬਾਰ-ਬਾਰ ਅਪੀਲ ਕਰਦੇ ਆ। ਇਹ ਕਹਿੰਦੇ ਆ ਵੀ ਆਪਾਂ ਲੜਨਾ ਵੀ ਆ, ਜਿੱਤਣਾ ਵੀ ਹੈ, ਪਰ ਜਿੱਤਾਂਗੇ ਤਾਂ ਜੇ ਅਸੀਂ ਆਪਣੇ ਗੁੱਸੇ ਤੇ ਕਾਬੂ ਰੱਖੀਏ, ਰੋਸ ਦੀ ਕੰਟੀਨਿਊਟੀ ਰੱਖੀਏ। ਹੋਲਡ ਕਰੋ ਸਾਂਝ, ਹੋਲਡ ਕਰੋ। ਲੈਟ ਮੀ ਸੀ ਹੈਲੋ ਜੀ ਬਹੁਤ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹੋਲਡ ਕਰਿਓ, ਤੁਸੀਂ ਲਾਈਨ ਤੇ ਹੋਲਡ ਕਰਿਓ। ਹਾਂਜੀ, ਹੋਲਡ ਕਰਿਓ ਜੀ। ਤੁਸੀਂ ਲਾਈਵ ਹੋ, ਦਸਾਂਝ ਸਾਹਿਬ ਨਾਲ ਗੱਲਬਾਤ ਕਰੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦਸਾਂਝ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਗੁਰਜੀਤ ਸਿੰਘ ਬੋਲਦਾ, ਇੱਥੇ ਮੌਂਟੀ ਆ ਰਹਿਣਾ ਜੀ, ਉਹਦਾ ਪਿੱਛੋਂ ਮੈਸਮਪੁਰ ਤੋਂ ਜੀ। ਮੈਸਮਪੁਰ ਤੋਂ ਲੱਗ ਗਿਆ। ਹਾਂਜੀ ਹਾਂਜੀ ਸਰ ਜੀ, ਇਸ ਤਰ੍ਹਾਂ ਹੀ ਤੁਹਾਡਾ ਮੈਂ ਉਹ ਸੁਣਦਾ ਹੁੰਦਾ, ਤੁਸੀਂ ਸਾਰੀ ਇਨਫੋਰਮੇਸ਼ਨ ਦਿੰਦੇ ਹੋ, ਕੁਝ ਮੈਨੂੰ ਵੀ ਹੈਗਾ ਤੇ ਕਾਫੀ
ਦੇਖ ਰਿਹਾ ਉੱਥੇ ਦਾ ਜੋ ਵੀ ਅੰਦੋਲਨ ਚੱਲ ਰਿਹਾ। ਤੇ ਮੈਂ ਇੱਕ ਚੀਜ਼ ਚਾਹੁੰਦਾ ਸੀ ਵੀ ਤੁਸੀਂ ਨਾ ਜਥੇਬੰਦੀਆਂ ਤੇ ਕੋਈ ਇਦਾਂ ਦੀ ਜ਼ਰੂਰ ਗੱਲ ਕਰਿਓ, ਮੈਨੂੰ ਥੋੜੀ ਜਿਹੀ ਠੀਕ ਨਹੀਂ ਲੱਗੀ। ਹੋ ਸਕਦਾ ਵੀ ਚਲੋ ਉੱਥੇ ਪ੍ਰੈਸ਼ਰ ਹੋਰ ਕੰਮਾਂ ਦਾ ਬਹੁਤ ਆ, ਜਿੱਦਾਂ ਨਾ ਜਿਹੜੇ ਡੈਥ ਹੋ ਚੁੱਕੇ, ਆਪਣੇ ਸ਼ਹੀਦ ਹੋ ਚੁੱਕੇ ਅੰਦੋਲਨ 'ਚ ਲੋਕ, ਉਹਨਾਂ ਦੀ ਨਾ ਜਿੱਦਾਂ ਜਿਹੜੀ ਗਿਣਤੀ ਆ ਉਹ ਕਈ ਵਾਰੀ ਕੁਝ ਜਦੋਂ ਕੈਮਰੇ ਵਾਲੇ ਉਹ ਲੈਂਦੇ ਆ ਵੀਡੀਓ ਬਣਾਉਣ ਲਈ ਕਿੰਨੀ ਗਿਣਤੀ ਮਤਲਬ ਦੱਸਦੇ ਆ ਨਾ, ਕੋਈ ਜਿੱਦਾਂ 40 ਕਹਿ ਦਿੰਦਾ 42 ਕਰੈਕਟ ਡੇਲੀ ਦੀ ਡੇਲੀ ਮੇਰੇ ਹਿਸਾਬ ਨਾਲ ਕੋਈ ਇਦਾਂ ਦਾ ਸਿਸਟਮ ਬਣਾਇਆ ਜਾਵੇਗਾ, ਡੇਲੀ ਦੀ ਡੇਲੀ ਉਹ ਰਿਪੋਰਟ ਕਰੈਕਟ ਹੋਣੀ ਚਾਹੀਦੀ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਬਹੁਤ ਵਧੀਆ ਪ੍ਰੋਗਰਾਮ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਪ੍ਰੋਗਰਾਮ ਸੁਣ ਰਹੇ ਤੁਸੀਂ ਸਾਂਝਾ ਪੰਜਾਬ। ਤੁਸੀਂ ਵੀ ਕਾਲ ਕਰਨੀ ਚਾਹੁੰਦੇ ਹੋ 905 676 ਦਸਾਂਝ ਸਾਹਿਬ ਨਾਲ ਤੁਸੀਂ ਲਾਈਵ ਟਾਈਮ ਮੌਂਟਰੀਅਲ ਤੋਂ ਬਹੁਤ ਸਾਨੂੰ ਚੰਗਾ ਲੱਗਾ ਤੇ ਤੁਹਾਡੀਆਂ ਭਾਵਨਾਵਾਂ ਜ਼ਰੂਰ ਕਿਸਾਨ ਜਥੇਬੰਦੀ ਦੇ ਆਗੂ ਤੱਕ ਮੈਂ ਪਹੁੰਚਾਵਾਂਗਾ। ਪਰ ਮੈਂ ਤੁਹਾਨੂੰ ਦੱਸਦਾ ਜਿਹੜੀ ਐਕਚੁਅਲ ਗਿਣਤੀ ਜਿਹੜੀ ਹੈ ਇਸ ਵੇਲੇ ਉਹ ਮੇਰੇ ਕੋਲ ਜਿਹੜੀ ਐਕਚੁਅਲ ਗਿਣਤੀ ਆ 55 ਹੈ। ਹੁਣ ਜੇ ਆ ਵੀ ਬੋਲਦੇ ਆ ਕਈ ਵਾਰੀ ਜਿਹੜੇ ਚੈਨਲ ਵਾਲੇ ਪੁੱਛਦੇ ਆ ਤੇ ਕੋਈ ਵੱਖਰੀ ਗਿਣਤੀ ਦਾ ਹੁੰਦਾ, ਵੱਖਰੀ ਗਿਣਤੀ ਦੱਸ ਦਿੰਦਾ, ਪਰ ਐਕਚੁਅਲ ਗਿਣਤੀ ਜਿਨ੍ਹਾਂ ਨੂੰ ਸ਼ਹੀਦਾਂ ਦਾ ਦਰਜਾ ਦੇ ਦਿੱਤਾ ਗਿਆ ਉਹ 55 ਇਸ ਵੇਲੇ ਬਣ ਰਹੀ ਹੈ ਜੀ। ਉਂਝ ਕਈ ਕਿਸਾਨ ਆਗੂ ਇਹ ਵੀ ਦੱਸਦੇ ਆ ਵੀ ਸ਼ਾਇਦ ਕੁਝ ਗਿਣਤੀ 'ਚ ਵੀ ਨਹੀਂ ਆਏ ਲੋਕ, ਇਸ ਕਰਕੇ ਉਹ 60 ਤੋਂ ਜ਼ਿਆਦਾ ਵੀ ਦੱਸਦੇ ਆ, ਪਰ 55 ਦੇ ਕਰੀਬ ਤਾਂ ਜਿਹੜੇ ਬੜੇ ਨੋਟੇਬਲ ਹੈ, ਜਿਹੜੇ ਨੋਟ ਨੇ, ਜਿਹੜੇ ਲਿਖਤੀ ਤੌਰ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਕੋਲ ਪਏ ਆ ਵੀ ਇਹ 55 ਲੋਕ ਜਿਹੜੇ ਆ ਉਹ ਸ਼ਹੀਦ ਹੋ ਗਏ ਨੇ ਇਸ ਅੰਦੋਲਨ ਦੇ ਦੌਰਾਨ। ਜੀ ਬਹੁਤ ਜੀ। ਸਾਡੇ ਕਿਸੇ ਵੀ ਦਰਸ਼ਕ ਨੇ ਸਾਡੇ ਨਾਲ ਸਾਂਝ ਪਾਉਣੀ ਹੋਵੇ 905 458 44 9054584444 9054584444 ਕਿਹੋ ਜਿਹੇ ਹੱਥ ਕੰਡੇ ਦਸਾਂਝ ਸਾਹਿਬ ਸਰਕਾਰ ਵਰਤ ਸਕਦੀ ਆ ਸਖਤੀ ਕਰਨ ਨੂੰ, ਕਿਉਂਕਿ ਜੇ ਟਰੈਕਟਰ ਮਾਰਚ ਕੱਢਿਆ ਜਾਂ ਦਿੱਲੀ ਦੇ ਅੰਦਰ ਕਿਸਾਨ ਜਾਂਦੇ ਨੇ ਤਾਂ ਫਿਰ ਹਾਲਾਤ ਵਿਗੜ ਸਕਦੇ ਨੇ। ਦੇਖੋ 26 ਜਨਵਰੀ ਤੱਕ ਤਾਂ ਜਿਹੜੀਆਂ ਸਿਚੁਏਸ਼ਨ ਡਿਵੈਲਪ ਹੋਣਗੀਆਂ ਉਹ ਬਾਅਦ ਦੀ ਗੱਲ ਹੈ। ਮੈਨੂੰ ਲੱਗਦਾ ਆ ਕਿ 26 ਜਨਵਰੀ ਤੋਂ ਪਹਿਲਾਂ ਸਰਕਾਰ ਨੂੰ ਝੁਕਣਾ ਪੈਣਾ ਹੈ, ਕਿਉਂਕਿ 26 ਜਨਵਰੀ ਦਾ ਇੱਕ ਇੰਟਰਨੈਸ਼ਨਲ ਪ੍ਰੈਸ਼ਰ ਜਿਹੜਾ ਆ ਉਹ ਇਸ ਵੇਲੇ ਪੈ ਚੁੱਕਾ ਸਰਕਾਰ ਤੇ ਜੀ। 26 ਜਨਵਰੀ ਕਿਉਂਕਿ ਜਿਹੜਾ ਈਵੈਂਟ ਹੁੰਦਾ ਗਣਤੰਤਰ ਦਿਵਸ ਦਾ ਜਿਹੜਾ ਪਰੇਡ ਹੁੰਦੀ ਹੈ ਦੁਨੀਆ ਭਰ ਦੇ ਵਿੱਚ ਉਹ ਦੇਖੀ ਜਾਂਦੀ ਹੈ ਤੇ ਸਰਕਾਰ ਹੀ ਨਹੀਂ ਚਾਹੇਗੀ ਕਿ 26 ਜਨਵਰੀ ਨੂੰ ਜਦੋਂ ਗਣਤੰਤਰ ਦਿਵਸ ਦੀ ਪਰੇਡ ਹੋਵੇ ਉਹ ਤੋਂ ਤੁਰੰਤ ਬਾਅਦ ਉਸੇ ਥਾਂ ਦੇ ਉੱਤੇ ਟਰੈਕਟਰਾਂ ਦੀ ਪਰੇਡ ਚੱਲਦੀ ਹੋਵੇ ਜੀ। ਮਤਲਬ ਇੱਕ ਅਕਸ ਜਿਹੜਾ ਇੱਕ ਗਵਰਨਮੈਂਟ ਦਾ ਹੈ ਜਿਹੜਾ ਦੁਨੀਆ ਭਰ ਦੇ ਵਿੱਚ ਤਾਂ ਪੇਸ਼ ਕੀਤਾ ਗਿਆ ਕਿ ਨਰਿੰਦਰ ਮੋਦੀ ਦੀ ਸਰਕਾਰ ਦਾ ਤਾਂ ਬਹੁਤ ਵੱਡਾ ਇਮੇਜ ਹੈ ਜੀ, ਜਿਹਦੇ ਵੱਡੇ ਵੱਡੇ ਜਿਹੜੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਗਏ ਵੱਖ ਵੱਖ ਮੁਲਕਾਂ ਦੇ ਵਿੱਚ ਨਰਿੰਦਰ ਮੋਦੀ ਨੂੰ ਪ੍ਰਮੋਟ ਕਰਨ ਵਾਸਤੇ। ਉਦੋਂ ਏਦਾਂ ਲੱਗਾ ਕਿ ਸ਼ਾਇਦ ਭਾਰਤ ਨੂੰ ਪਹਿਲੀ ਵਾਰ ਏਦਾਂ ਦਾ ਪ੍ਰਧਾਨ ਮੰਤਰੀ ਮਿਲਿਆ ਜਿਹਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਭਾਰਤ ਦੀ ਇੱਜ਼ਤ ਬੜੀ ਵਧਾ ਦਿੱਤੀ ਹੈ। ਉਹ ਜਿਹੜੀ ਇੱਜ਼ਤ ਵਧਾਈ ਹੋਈ ਜਿਹੜੀ ਪੇਸ਼ ਕੀਤੀ ਜਾਂਦੀ ਸੀ ਉਹ ਵੀ ਗੋਦੀ ਮੀਡੀਆ ਵੱਲੋਂ, ਉਸ ਇੱਜ਼ਤ ਨੂੰ ਹੁਣ ਤੱਕ ਜਦੋਂ ਅਸੀਂ ਦੇਖ ਰਹੇ ਹਾਂ ਇਸ ਅੰਦੋਲਨ ਦੇ ਦੌਰਾਨ ਤਾਰ ਹੋਇਆ ਦੇਖ ਕੇ ਇਹ ਸਰਕਾਰ ਨਹੀਂ ਚਾਹੇਗੀ ਕਿ ਪੂਰੀ ਤਰ੍ਹਾਂ ਹੀ ਉਹ ਇੱਜ਼ਤ ਰੁੜ ਜਾਏ ਜੀ। ਸੋ ਜਿਹੜਾ ਇੱਕ ਨਰਿੰਦਰ ਮੋਦੀ ਦਾ ਇੱਕ ਅਕਸ ਜਿਹੜਾ ਆ, ਇੱਕ ਇਮੇਜ ਜਿਹੜਾ ਆ, ਉਹਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਆ ਇਹ ਸਰਕਾਰ ਦੀ ਹੈ, ਪਰ ਉਹ ਬਚੇਗਾ ਤਾਂ ਹੀ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਕਿ ਸਿਆਣੇ ਜਿਹੜੇ ਸਿਆਸਤਦਾਨ ਹੁੰਦੇ ਆ ਨਾ ਜੀ, ਉਹ ਇੱਕ ਕਦਮ ਪਿੱਛੇ ਚੱਲਦੇ ਆ, ਦੋ ਕਦਮ ਅੱਗੇ ਚੱਲਦੇ ਆ ਜੀ। ਕਈ ਵਾਰੀ ਦੋ ਕਦਮ ਅੱਗੇ ਜਾਣ ਲਈ ਇੱਕ ਕਦਮ ਪਿੱਛੇ ਜਾਣਾ ਪੈਂਦਾ ਤੇ ਉਹ ਏਦਾਂ ਦੇ ਮਾਮਲਿਆਂ ਦੇ ਵਿੱਚ ਜਿਹੜੇ ਆ ਬਹੁਤ ਖੁੱਲ੍ਹਦਿਲੀ ਦੇ ਨਾਲ ਜਿਹੜਾ ਮੰਨ ਲਿਆ ਕਰਦੇ ਆ ਵੀ ਹਾਂ ਕੋਈ ਗੱਲ ਨਹੀਂ, ਗਲਤੀ ਹੋ ਗਈ ਸਾਡੇ ਤੋਂ, ਜੇ ਕਿਸਾਨਾਂ ਨੂੰ ਇਹ ਨਹੀਂ ਚਾਹੀਦੇ ਕਾਨੂੰਨ ਅਸੀਂ ਵਾਪਸ ਲੈ ਲੈਂਦੇ ਆ। ਜੇ ਤਾਂ ਸਿਆਣਪ ਵਰਤੇ ਨਰਿੰਦਰ ਮੋਦੀ ਤੇ ਉਹਦੀ ਸਰਕਾਰ ਫਿਰ ਤਾਂ ਉਹ ਇਹ ਕਦਮ ਚੁੱਕਣਗੇ, ਇੱਕ ਕਦਮ ਪਿੱਛੇ ਜਾਣ। ਪਰ ਜੋ ਸਿਆਣਪ ਨਹੀਂ ਵਰਤਦੇ ਤਾਂ ਨੁਕਸਾਨ ਜਿਹੜਾ ਆ ਉਹ ਕਿਸਾਨਾਂ ਦਾ ਜਾਂ ਕਿਸਾਨਾਂ ਦੇ ਜਿਹੜੇ ਨਾਲ ਜੁੜੇ ਹੋਏ ਜਿਹੜੇ ਹਮਦਰਦ ਨੇ ਇਸ ਅੰਦੋਲਨ ਦੇ ਵਿੱਚ ਸ਼ਿਰਕਤ ਕਰਨ ਵਾਲੇ ਲੋਕ ਹੈ ਉਹਨਾਂ ਦਾ ਤਾਂ ਕੋਈ ਨੁਕਸਾਨ ਨਹੀਂ ਹੈ, ਕਿਉਂਕਿ ਉਹਨਾਂ ਦਾ ਨੁਕਸਾਨ ਹੋ ਚੁੱਕਾ ਹੈ। ਉਹ ਤਾਂ ਲੜ ਰਹੇ ਨੇ ਆਪਣੀ ਹੋਂਦ ਦੀ ਲੜਾਈ ਜੀ। ਉਹਨਾਂ ਕੋਲ ਗਵਾਉਣ ਵਾਸਤੇ ਕੁਝ ਨਹੀਂ ਹੈ, ਗਵਾਉਣ ਵਾਸਤੇ ਸਰਕਾਰ ਦੇ ਕੋਲ ਹੈ। ਸੋ 26 ਜਨਵਰੀ ਨੂੰ ਜਦੋਂ ਕਿਸਾਨ ਇਹ ਦਾਅਵਾ ਕਰ ਰਹੇ ਹੈ ਵੀ ਹੁਣ ਤਾਂ 10, 12, 15 ਲੱਖ ਦੇ ਦਾਅਵੇ ਵੱਖਰੇ ਵੱਖਰੇ ਆ ਵੀ ਦਿੱਲੀ ਦੇ ਆਲੇ ਦੁਆਲੇ ਜੀ ਇੰਨੇ ਲੋਕ ਹੈ। ਕਿਸਾਨ ਇਹ ਕਹਿ ਰਹੇ ਹੈ ਕਿ 20 ਲੱਖ ਲੋਕ 26 ਜਨਵਰੀ ਨੂੰ ਦਿੱਲੀ ਦੇ ਅੰਦਰ ਐਂਟਰ ਹੋਣਗੇ। 20 ਲੱਖ ਤੁਸੀਂ ਅੰਦਾਜ਼ਾ ਕਰ ਲਓ, 20 ਲੱਖ ਤੇ ਉਹ 20 ਲੱਖਾਂ ਦੇ ਨਾਲ ਟਰੈਕਟਰ ਕਿੰਨੇ ਹੋਣਗੇ, ਟਰਾਲੀਆਂ ਕਿੰਨੀਆਂ ਹੋਣਗੀਆਂ। ਤੇ ਉਸ ਤੋਂ ਪਹਿਲਾਂ ਜਿਹੜਾ ਟਰੈਕਟਰ ਮਾਰਚ ਜਿਹੜਾ ਆ 6 ਤਰੀਕ ਦਾ KMB ਜਿਹੜਾ ਰੋਡ ਹੈ ਜਿਹਦੇ ਬਾਰੇ ਅਸੀਂ ਕੱਲ ਵੀ ਜ਼ਿਕਰ ਕਰ ਰਹੇ ਸੀ, ਕੁੰਡਲੀ ਪਲਵਲ ਮਾਨੇਸਰ ਰੋਡ,
ਤੇ ਉਸ ਰੋਡ ਤੇ ਇੱਕ ਸੰਕੇਤਕ ਕਲੈਕਟਰ ਮਾਰਚ ਹੋਣਾ ਹੈ, ਉਹ ਸੰਕੇਤਕ ਹੈ। ਉਸ ਤੋਂ ਬਾਅਦ 13 ਤਰੀਕ ਨੂੰ ਕਿਸਾਨ ਦਿਵਸ ਮਨਾਇਆ ਜਾਣਾ ਸਾਰੇ ਦੇਸ਼ 'ਚ। ਉਹਦੇ ਨਾਲ ਜਿਹੜਾ ਪੜਾਅ ਆ, ਜਿਹੜਾ ਕਿਸਾਨਾਂ ਦਾ ਇੱਕ ਅੰਦੋਲਨ ਜਿਹੜਾ ਸਿਖਰ ਵੱਲ ਵਧਣਾ 26 ਜਨਵਰੀ ਤੱਕ, ਉਸ ਤੋਂ ਪਹਿਲਾਂ ਇਸੇ ਕਰਕੇ 8 ਜਨਵਰੀ ਫੇਰ ਰੱਖ ਲਈ ਹੈ। ਹੋ ਸਕਦਾ 8 ਜਨਵਰੀ ਤੋਂ ਬਾਅਦ ਫਿਰ 12 ਜਨਵਰੀ ਰੱਖੀ ਜਾਏ, ਤੇ 12 ਜਨਵਰੀ ਤੋਂ ਬਾਅਦ ਫਿਰ 16 ਜਨਵਰੀ ਰੱਖੀ ਜਾਏ, ਤੇ 16 ਜਨਵਰੀ ਤੋਂ ਬਾਅਦ ਫਿਰ 20 ਜਨਵਰੀ ਰੱਖੀ ਜਾਏ, ਤੇ 26 ਜਨਵਰੀ ਆਉਣ ਤੋਂ ਪਹਿਲਾਂ 24 ਜਨਵਰੀ ਤੱਕ ਇਹ ਫੈਸਲਾ ਕਰ ਲਿਆ ਜਾਏ। ਇਸ ਤੋਂ ਬਿਨਾਂ ਸਰਕਾਰ ਕੋਲ ਰਸਤਾ ਕੋਈ ਨਹੀਂ ਹੈ। ਲੰਮਾ ਪਾ ਕੇ ਇਸ ਸਾਰੇ ਮਸਲੇ ਨੂੰ ਸਰਕਾਰ ਕੋਸ਼ਿਸ਼ ਇਹ ਕਰ ਰਹੀ ਹੈ ਵੀ ਕੁਝ ਨਾ ਕੁਝ ਕਰ ਰਹੀ ਹੈ, ਡਿਸਟਰਬ ਕਰ ਰਹੀ ਹੈ, ਪਰ ਡਿਸਟਰਬ ਕਰਕੇ ਵੀ ਸਰਕਾਰ ਦਾ ਭਲਾ ਹੋਣ ਵਾਲਾ ਨਹੀਂ। ਸਰਕਾਰ ਬਹੁਤ ਬੁਰੀ ਤਰ੍ਹਾਂ ਕਰ ਚੁੱਕੀ ਹੈ ਜੀ। ਬਦਸਾਂ ਸਾਹਿਬ, ਦੂਜੇ ਪਾਸੇ ਤੁਸੀਂ ਬਾਰਡਰ ਤੇ ਸਾਰੇ ਬੈਠੇ ਹੋ, ਪਰ ਜੇ ਦਿੱਲੀ ਦੇ ਅੰਦਰ ਜਾਣਾ ਹੋਵੇ ਤਾਂ 7-8 ਲੇਅਰ ਜਿਹੜੀਆਂ ਅੰਦਰ ਬਣੀਆਂ ਹੋਈਆਂ ਬੈਰੀਗੇਡ ਦੀਆਂ, ਉਹਦੇ ਵਿੱਚ ਫੌਜ ਵੀ ਖੜੀ ਆ, ਪੁਲਿਸ ਵੀ ਖੜੀ ਆ। ਫਿਰ ਦਿੱਲੀ ਦੇ ਅੰਦਰ ਜਦੋਂ ਜਾਣ ਦੀ ਕਿਸਾਨ ਕੋਸ਼ਿਸ਼ ਕਰਨਗੇ ਤਾਂ ਸਥਿਤੀ ਜਿਹੜੀ ਆ ਉਹ ਖਤਰਨਾਕ ਹੋ ਸਕਦੀ ਹੈ। ਦੇਖੋ ਇਤਿਹਾਸ ਇਹ ਦੱਸਦਾ ਬੌਲਸਾਨ ਜੀ ਵੀ ਜਦੋਂ ਲੋਕ ਉੱਠਦੇ ਨੇ ਫਿਰ ਇਸ ਤਰ੍ਹਾਂ ਦੀਆਂ ਬੈਰੀਕੇਡਿੰਗ ਜਿਹੜੀਆਂ ਆ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਇਹ ਜਿਹੜੇ ਕੌਣ ਨੇ ਇਹ ਲੋਕ? ਅਸੀਂ ਉਹ ਉੱਤਰ ਪ੍ਰਦੇਸ਼ 'ਚ ਜਾ ਕੇ ਗਾਜ਼ੀਪੁਰ ਬਾਰਡਰ ਤੇ ਜਦੋਂ ਗੱਲ ਕੀਤੀ ਜੀ, ਉੱਥੋਂ ਦੇ ਜਿਹੜੇ ਵੱਖ-ਵੱਖ ਸੂਬਿਆਂ ਦੇ ਕਿਸਾਨ ਬੈਠੇ ਸੀ, ਪੂਰਾ ਇੱਕ ਸੱਥ ਲਾ ਕੇ, ਉਹਦੇ 'ਚ ਰਾਜਸਥਾਨ ਦੇ ਕਿਸਾਨ ਵੀ ਸੀ, ਬਿਹਾਰ ਦੇ ਵੀ ਸੀ, ਉੱਤਰ ਪ੍ਰਦੇਸ਼ ਦੇ ਵੀ ਸੀ, ਉੱਤਰਾਖੰਡ ਦੇ ਵੀ ਸੀ, ਪੰਜਾਬ ਦੇ ਵੀ ਸੀ। ਉਹਨਾਂ 'ਚ ਕਿਸਾਨ ਹਰਿਆਣੇ ਵਾਲੇ ਨੇ ਬੜੀ ਕਮਾਲ ਦੀ ਗੱਲ ਕਹੀ। ਉਹਨੇ ਕਹੀ 26 ਜਨਵਰੀ ਨੂੰ ਦੇਖੋ ਜੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਕੋਈ ਹੋਰ ਹੋਊਗਾ। ਮੈਂ ਉਹ ਸਵਾਲ ਕੀਤਾ ਵੀ ਇਹ ਤਾਂ ਅੱਤ ਕਥਨ ਨਹੀਂ ਆ, ਵੀ ਏਦਾਂ ਤਾਂ ਹੋ ਨਹੀਂ ਸਕਦਾ। ਉਹਨਾਂ ਕੋਲ 303 ਤਾਂ ਕੱਲਿਆਂ ਕੋ ਭਾਰਤੀ ਜਨਤਾ ਪਾਰਟੀ ਵਾਲਿਆਂ ਕੋ MP ਹੈ। ਉਹਨਾਂ ਦੀ ਸਰਕਾਰ ਤਾਂ ਬਦਲ ਨਹੀਂ ਸਕਦੀ, ਭਾਵੇਂ ਸਾਰੇ ਜਿਹੜੇ ਐਨਡੀਏ ਦੇ ਸਾਥੀ ਆ ਸਾਥ ਛੱਡ ਜਾਣ। 303 ਤਾਂ ਉਹਨਾਂ ਕੋਲ ਆਪਣੇ ਕੱਲਿਆਂ ਕੋ ਆ। ਇਹ ਏਦਾਂ ਕਿੱਦਾਂ ਪ੍ਰਧਾਨ ਮੰਤਰੀ ਬਦਲ ਜੂ? ਤੇ ਉਹਨੇ ਬੜਾ ਖੂਬਸੂਰਤ ਜਵਾਬ ਦਿੱਤਾ। ਉਹ ਕਹਿੰਦਾ ਜੀ ਆਹ ਜਿਹੜੇ ਆਲੇ ਦੁਆਲੇ ਤੁਸੀਂ ਦੇਖੇ ਨਾ, ਜਿਹੜੀ ਫੌਜ ਖੜੀ ਆ, ਪੁਲਿਸ ਵਾਲੇ ਖੜੇ ਆ, ਇਹ ਕੌਣ ਹੈ? ਮੈਂ ਕਿਹਾ ਫੌਜੀ ਆ ਜੀ, ਪੁਲਿਸ ਵਾਲੇ ਆ। ਮੈਂ ਕਹਿੰਦਾ ਇਹਨਾਂ ਦੇ ਰਿਸ਼ਤੇ ਕਿੱਥੇ ਕਿੱਥੇ ਤੁਹਾਨੂੰ ਪਤਾ? ਇਹ ਕਹਿੰਦਾ ਸਾਡੇ ਭਰਾ ਭਤੀਜੇ ਆ। ਜਿੱਦਣ ਕਹਿੰਦੇ ਅਸੀਂ ਕਹਿਤਾ, ਕਹਿੰਦੇ ਤੁਸੀਂ ਸਾਡੇ ਇਲਾਕੇ 'ਚ ਜਾਓ, ਸਾਡੇ ਪਿੰਡਾਂ 'ਚ ਜਾਓ, 4 ਬੁੱਤ ਲੱਗੇ ਆ ਸ਼ਹੀਦਾਂ ਦੇ, ਜਿਹੜੇ ਫੌਜ 'ਚ ਸਰਹੱਦਾਂ ਤੇ ਸ਼ਹੀਦ ਹੋਏ ਆ ਸਾਡੇ ਪਿੰਡਾਂ 'ਚ 4 ਬੁੱਤ ਲੱਗੇ ਆ ਜੀ। ਕਿ ਸਾਡੇ ਹਰ ਘਰ ਦੇ ਵਿੱਚੋਂ ਇੱਕ ਘਰ ਦਾ ਇੱਕ ਮੈਂਬਰ ਜਿਹੜਾ ਆ ਫੌਜ 'ਚ ਆ ਤੇ ਉਹ ਸਰਹੱਦਾਂ ਤੇ ਤੈਨਾਤ ਆ। ਤੇ ਖੇਤਾਂ 'ਚ ਵੀ ਕਿਸਾਨ ਮਰਦਾ ਤੇ ਸਰਹੱਦਾਂ ਤੇ ਕਿਸਾਨ ਦਾ ਜਵਾਨ ਪੁੱਤ ਮਰਦਾ। ਵੀ ਜਿੱਦਣ ਅਸੀਂ ਕਹਿਤਾ ਨਾ ਆਪਣੇ ਨਿਆਣਿਆਂ ਨੂੰ ਵੀ ਆਓ, ਆਪਣੀ ਹੋਂਦ ਦੀ ਲੜਾਈ ਆ, ਆਪਾਂ ਆਪਣੀ ਜ਼ਮੀਨ ਦੀ ਤੇ ਫਸਲਾਂ ਦੀ ਤੇ ਨਸਲਾਂ ਦੀ ਲੜਾਈ ਲੜੀਏ, ਉਹ ਫੌਜ ਛੱਡ ਕੇ ਆ ਜਾਣਗੇ। ਤੇ ਇਹ ਜਿਹੜੇ ਫੌਜੀ ਖੜੇ ਤੁਸੀਂ ਦੇਖਦੇ ਆ ਸਾਰੇ ਸਾਡੇ ਨਾਲ ਹੋਣਗੇ। ਭਾਵੇਂ ਉਹਦੀ ਇਹ ਭਾਵਨਾ ਹੈ, ਮੈਂ ਨਹੀਂ ਕਹਿੰਦਾ ਵੀ ਉਹ ਇੰਪਲੀਮੈਂਟ ਏਦਾਂ ਹੋਏਗਾ, ਪਰ ਇਹ ਭਾਵਨਾ ਦੱਸਦੀ ਹੈ ਵੀ ਕਿੰਨੇ ਵੱਡੇ ਪੱਧਰ ਦੇ ਉੱਤੇ ਇੱਕ ਅੰਦੋਲਨ ਜਿਹੜਾ ਡਿਵੈਲਪ ਹੋ ਗਿਆ। ਤੇ ਕਿਵੇਂ ਜਿਹੜੇ ਆਮ ਆਰਮੀ ਮੈਨ ਨੇ, ਪੁਲਿਸ ਵਾਲੇ ਨੇ, ਇੱਕ ਗੱਲ ਮੈਂ ਤੁਹਾਨੂੰ ਸ਼ਾਇਦ ਦੱਸੀ ਜਾਂ ਨਹੀਂ ਦੱਸੀ, ਸ਼ਾਹਜਹਾਨਪੁਰ ਬਾਰਡਰ ਤੇ ਕੀ ਹੋਇਆ, ਉੱਥੇ ਰਾਤ ਨੂੰ ਜਿਹੜਾ ਉੱਥੇ ਧਰਨੇ ਤੇ ਬੈਠਾ ਕਿਸਾਨ ਰਾਜਸਥਾਨ ਦਾ ਜੀ, ਉਹ ਧਰਨੇ ਤੇ ਰਾਤ ਨੂੰ ਰੋਟੀ ਖਾ ਰਿਹਾ ਦੋ ਪੁਲਿਸ ਵਾਲਿਆਂ ਨਾਲ ਜੀ, ਯੰਗਮੈਨ ਪੁਲਿਸ ਵਾਲੇ। ਉਹਨੂੰ ਪੁੱਛਿਆ ਜਾ ਕੇ ਵੀ ਬਾਪੂ ਜੀ ਤੁਸੀਂ ਧਰਨੇ 'ਚ ਬੈਠੇ ਆ, ਤੁਹਾਡੀ ਤਾਂ ਸਿੱਧੀ ਇਹਨਾਂ ਨਾਲ ਲੜਾਈ ਹੈ, ਤੁਸੀਂ ਕਿਉਂ ਇਹਨਾਂ ਨਾਲ ਬੈਠ ਕੇ ਰੋਟੀ ਖਾਂਦੇ ਆ? ਜਿਹੜਾ ਜਵਾਬ ਦਿੱਤਾ, ਕਹਿੰਦਾ ਇਹ ਦੋਨੋਂ ਮੇਰੇ ਪੁੱਤ ਹੈ। ਵਾਹ ਜੀ ਵਾਹ। ਕਹਿੰਦਾ ਮੈਂ ਧਰਨੇ ਤੇ ਬੈਠਾ, ਇਹ ਸਾਨੂੰ ਰੋਕਣ ਲਈ ਸਾਹਮਣੇ ਖੜੇ ਆ, ਪਰ ਰੋਟੀ ਅਸੀਂ ਰੋਜ਼ ਰਾਤ ਨੂੰ ਇਕੱਠੇ ਖਾਂਦੇ ਆ। ਤੇ ਫਿਰ ਉਹ ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਆ ਤੇਰਾ ਪਿਓ ਆ ਭਾਈ, ਇਹ ਤਾਂ ਧਰਨੇ ਤੇ ਬੈਠਾ, ਤੇ ਜੇ ਬੈਰੀਕੇਡ ਤੋੜਨੇ ਆ ਇਹਨਾਂ ਨੇ ਕੱਲ ਨੂੰ, ਤਾਂ ਫਿਰ ਤੂੰ ਲਾਠੀ ਬਣਾਏਗਾ ਆਪਣੇ ਪਿਓ ਤੇ? ਕਹਿੰਦੇ ਜੀ ਪਿਓ ਨੂੰ ਤਾਂ ਮੈਂ ਹੱਥ ਵੀ ਨਾ ਲਾਵਾਂ, ਪਰ ਡਿਊਟੀ ਤਾਂ ਨਿਭਾਉਣੀ ਪੈਣੀ ਹੈ। ਇੱਧਰ ਉਧਰ ਲਾਠੀਆਂ ਬਣਾ ਲਾਂਗੇ, ਪਰ ਪਿਓ ਨੇ ਨਹੀਂ ਮਾਰ ਸਕਦੇ। ਹੁਣ ਇਹ ਇੱਕ ਘਟਨਾ ਹੈ, ਇਹਦੇ ਨਾਲ ਕਿੰਨੀਆਂ ਗੱਲਾਂ ਨਾਲ ਜੁੜੀਆਂ ਹੋਈਆਂ ਤੁਹਾਨੂੰ ਪਤਾ। ਸੋ ਇਹ ਜਿਹੜੀਆਂ ਇਮੋਸ਼ਨਸ ਨੇ, ਇੱਕ ਦੂਜੇ ਦਾ ਜੁੜਾਵ ਨੇ, ਤੁਹਾਨੂੰ ਯਾਦ ਹੋਣਾ 84 ਦੇ ਵਿੱਚ ਵੀ ਕੀ ਹੋਇਆ, ਕਿੰਨੀ ਬਗਾਵਤ ਹੋ ਗਈ ਸੀ ਫੌਜ ਦੇ ਵਿੱਚ, ਕਿੰਨੀਆਂ ਸਿੱਖ ਰੈਜੀਮੈਂਟਾਂ ਦੇ ਵਿੱਚੋਂ ਜਿਹੜੇ ਸਾਡੇ ਫੌਜੀ ਆ ਉੱਥੋਂ ਬਗਾਵਤ ਕਰਕੇ ਆਏ ਸੀ।
ਉਹ ਇੱਕ ਖਿੱਤੇ ਦੀ ਲੜਾਈ ਸੀ, ਇੱਕ ਸੂਬੇ ਦਾ ਮਾਮਲਾ ਸੀ, ਇੱਕ ਧਰਮ ਦੇ ਉੱਤੇ ਹਮਲਾ ਸੀ, ਦਰਬਾਰ ਸਾਹਿਬ ਤੇ ਹਮਲਾ ਸੀ, ਤੇ ਇਸ ਵੇਲੇ ਸਾਰੇ ਦੇਸ਼ 'ਚ ਏਦਾਂ ਦਾ ਮਾਹੌਲ ਬਣ ਗਿਆ। ਤਾਂ ਕੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ? ਮੈਨੂੰ ਲੱਗਦਾ ਨਰਿੰਦਰ ਮੋਦੀ ਦੀ ਸਰਕਾਰ ਨੂੰ ਇਹ ਸਾਰੀਆਂ ਚੀਜ਼ਾਂ ਸਮਝਣੀਆਂ ਚਾਹੀਦੀਆਂ। ਨਹੀਂ ਸਮਝੇਗੀ ਸਰਕਾਰ, ਜਿੰਨੀ ਲੇਟ ਕਰੇਗੀ ਉਹਨਾਂ ਦੀ ਮੁਸੀਬਤ ਹੋਰ ਵਧੇਗੀ। ਕਿਸਾਨ ਸਾਹਿਬ, ਇੱਕ ਖਬਰ ਪਹੁੰਚੀ ਹੈ ਕਿ ਪੁਲਿਸ ਨੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਤੇ ਅਥਰੂ ਗੈਸ ਵੀ ਛੱਡੀ ਗਈ ਹੈ। ਕਿੱਥੇ ਦੀ ਖਬਰ ਹੈ? ਤੇ ਰਵਾੜੀ ਦੀ ਖਬਰ ਹੈ ਜੀ। ਰਵਾੜੀ ਦੇ ਵਿੱਚ ਕੁਝ ਹਰਿਆਣੇ 'ਚ ਕੁਝ ਥਾਵਾਂ ਤੇ ਏਦਾਂ ਦੀ ਆਈ ਆ ਖਬਰ, ਤੇ ਪਰ ਇਹ ਹੈ ਕਿ ਨਾਲ ਦੀ ਨਾਲ ਕਿਸਾਨ ਜਥੇਬੰਦੀਆਂ ਜਿਹੜੀਆਂ ਉਹਦੇ ਤੇ ਪ੍ਰਤੀਕਰਮ ਵੀ ਦੇ ਰਹੀਆਂ, ਤੇ ਨਾਲ ਅੱਜ ਬਕਾਇਦਾ ਜਿਹੜੀ ਮੀਟਿੰਗ ਹੋਈ ਆ ਉਹਦੇ 'ਚ ਵੀ ਇਹ ਗੱਲ ਉੱਠੀ ਹੈ ਵੀ ਇੱਕ ਪਾਸੇ ਤੁਸੀਂ ਸਾਡੇ ਨਾਲ ਡਾਇਲੋਗ ਕਰ ਰਹੇ ਹੋ, ਦੂਜੇ ਪਾਸੇ ਤੁਸੀਂ ਪਰਚੇ ਦਰਜ ਕਰ ਰਹੇ ਹੋ। ਪੰਜਾਬ ਦੇ ਵਿੱਚ ਹੀ ਪਰਚੇ ਦਰਜ ਹੋਇਆ, ਤੀਜੇ ਪਾਸੇ ਤੁਸੀਂ ਸ਼ਾਹਜਹਾਨਪੁਰ ਬਾਰਡਰ ਹੈ ਜਾਂ ਇਸ ਤਰ੍ਹਾਂ ਦੇ ਏਰੀਆ ਹੈ, ਉੱਥੇ ਪੁਲਿਸ ਨੂੰ ਖੁੱਲੀ ਛੁੱਟੀ ਦੇ ਰਹੇ ਹੋ ਵੀ ਕਿਸਾਨਾਂ ਦੀ ਤਸ਼ੱਦਦ ਕਰੋ। ਇਹ ਗੱਲਾਂ ਨਾਲੋਂ ਨਾਲ ਨਹੀਂ ਚੱਲ ਰਹੀਆਂ। ਸੋ ਕੁਝ ਕਿਤੇ ਏਦਾਂ ਵੀ ਵਾਪਰਦਾ ਮੋਹਨ ਸਾਹਿਬ ਜੀ ਵੀ ਇੱਕ ਜਿਹੜੀ ਡਾਇਰੈਕਸ਼ਨ ਦਿੱਤੀ ਹੈ ਕਿਸਾਨ ਜਥੇਬੰਦੀਆਂ ਨੇ ਕਿ ਹਾਲ ਫਿਲਹਾਲ ਅਸੀਂ ਜਿੱਥੇ ਬੈਠੇ ਆ ਹਾਲੇ ਅਸੀਂ ਬਾਰਡਰ ਨਹੀਂ ਤੋੜਨੇ, ਹਾਲੇ ਅਸੀਂ ਬੈਰੀਕੇਡ ਨਹੀਂ ਤੋੜਨੇ, ਜੇ ਲੋੜ ਪਈ ਤਾਂ ਸ਼ਾਹਜਹਾਨਪੁਰ ਵਾਲਾ ਬਾਰਡਰ ਵੀ ਤੋੜਿਆ ਜਾਏਗਾ, ਬਾਕੀ ਥਾਵਾਂ ਤੇ ਵੀ ਜਿਹੜੇ ਜਿੱਥੇ ਬਾਰਡਰ ਤੋੜ ਕੇ ਦਿੱਲੀ ਵੱਲ ਜਾਇਆ ਜਾਏਗਾ। ਜਿੱਥੇ ਬੈਠੇ ਹਾਲੇ ਉੱਥੇ ਬੈਠੀਏ। ਸੋ ਕਈ ਕੁਝ ਨੌਜਵਾਨ ਜਿਹੜੇ ਆ ਜਿਹੜਾ ਗੁੱਸੇ ਤੇ ਰੋਸ ਦੀ ਮੈਂ ਗੱਲ ਕੀਤੀ ਹੈ, ਉਹ ਜ਼ਿਆਦਾ ਗੁੱਸੇ 'ਚ ਆ ਕੇ ਤੇ ਬੈਰੀਕੇਡਿੰਗ ਤੋੜਨ ਦੀ ਵੀ ਕੋਸ਼ਿਸ਼ ਕਰਦੇ ਆ, ਤੇ ਕੁਝ ਇਨਵੋਲਵਮੈਂਟ ਵੀ ਹੁੰਦੀ ਹੈ ਸਰਕਾਰੀ ਬੰਦਿਆਂ ਦੀ। ਉਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ, ਇਹਦੀਆਂ ਡਿਟੇਲਸ ਆਉਣਗੀਆਂ ਤੇ ਕੱਲ ਅਸੀਂ ਇੱਥੇ ਗੱਲ ਕਰ ਸਕਾਂਗੇ। ਜਿਹੜਾ ਰੌਲਾ ਹੈ ਅੰਬਾਨੀਆਂ ਅਡਾਨੀਆਂ ਦਾ, ਬਟ ਉਹੀ ਰਿਲਾਇੰਸ ਕੰਪਨੀ ਕਹਿ ਰਹੀ ਹੈ ਕਿ ਸਾਡਾ ਇਹਨਾਂ ਖੇਤੀ ਕਾਨੂੰਨ ਜਿਹੜੇ ਬਣਾਏ ਗਏ ਨੇ, ਖੇਤੀ ਬਿੱਲਾਂ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਸਿਰਫ ਇਹਨੂੰ ਏਦਾਂ ਬਹੁਤ ਵੱਡੀ ਜਿੱਤ ਦੇ ਤੌਰ ਤੇ ਪੇਸ਼ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਕਿਸਾਨਾਂ ਦੀ ਜਾਂ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਦੀ ਜਾਂ ਜਿਹੜਾ ਸਾਡਾ ਅੰਦੋਲਨ ਉਹਦੀ ਬਹੁਤ ਵੱਡੀ ਜਿੱਤ ਹੈ। ਇਹ ਸਿਰਫ ਤੇ ਸਿਰਫ ਮਜਬੂਰੀ ਚੋਂ ਇੱਕ ਬਿਆਨ ਹੈ। ਇਸ ਬਿਆਨ ਨੂੰ ਕੁਝ ਏਦਾਂ ਵੀ ਸਮਝਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਵੀ ਰਿਲਾਇੰਸ ਇੰਡਸਟਰੀ ਨੇ ਜਿਹੜਾ ਬਿਆਨ ਦਿੱਤਾ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ, ਅਸੀਂ ਕੋਈ ਕੰਟਰੈਕਟ ਫਾਰਮਿੰਗ ਨਹੀਂ ਕਰਨੀ, ਅਸੀਂ ਕੋਈ ਫਸਲ ਦੀ ਖਰੀਦ ਨਹੀਂ ਕਰਨੀ, ਵੀ ਸਾਨੂੰ ਇਹਦੇ ਚੋਂ ਬਾਹਰ ਹੀ ਰੱਖਿਆ ਜਾਏ। ਇੱਕ ਮੈਸੇਜ ਵੀ ਸ਼ਾਇਦ ਸਰਕਾਰ ਨੂੰ ਹੈ ਵੀ ਤੁਹਾਡੇ ਕਰਕੇ ਮਤਲਬ ਨਰਿੰਦਰ ਮੋਦੀ ਜਿਹੜੇ ਕਾਨੂੰਨ ਲੈ ਕੇ ਆਇਆ, ਭਾਵੇਂ ਮੈਂ ਇਹ ਗੱਲ ਕਹੀ ਹੈ ਵੀ ਇਹ ਮੋਦੀ ਮੀਡੀਆ ਨਰਿੰਦਰ ਮੋਦੀ ਦੀ ਗੋਚ 'ਚ ਬੈਠਾ ਹੈ, ਨਰਿੰਦਰ ਮੋਦੀ ਦੀ ਸਰਕਾਰ ਅਡਾਨੀਆਂ ਤੇ ਅੰਬਾਨੀਆਂ ਦੀ ਗੋਚ 'ਚ ਬੈਠੀ ਹੈ। ਪਰ ਇਹ ਗੱਲਾਂ ਜਿਹੜੀਆਂ ਬਿਲਕੁਲ ਕਲੀਅਰ ਕੱਟ ਹੋਣ ਲੱਗ ਪਈਆਂ ਤੇ ਸ਼ਾਇਦ ਰਿਲਾਇੰਸ ਇੰਡਸਟਰੀ ਦੇ ਮਾਲਕਾਂ ਨੂੰ, ਓਨਰਸ ਨੂੰ, ਮੁਕੇਸ਼ ਅੰਬਾਨੀ ਨੂੰ ਲੱਗਣ ਲੱਗ ਪਿਆ ਹੈ ਕਿ ਇਹਦੇ ਨਾਲ ਸਾਡਾ ਵੱਡਾ ਨੁਕਸਾਨ ਹੋ ਰਿਹਾ ਹੈ ਵੀ ਇੱਕ ਤਾਂ ਅਸੀਂ ਬਦਨਾਮ ਹੋ ਰਹੇ ਹਾਂ। ਲਾਈਨ ਹੋਲਡ ਰੱਖਿਓ ਕਿਸਾਨ ਸਾਹਿਬ, ਹੋਲਡ ਕਰੋ ਲੈਟ ਮੀ ਸੀ। ਹੈਲੋ ਬਾਬੂ ਜੀ, ਪਤਾ ਲੱਗਾ ਸਾਂਝ ਤੋਂ ਪੁੱਛੋ। ਹੋਲਡ ਕਰੋ ਲਾਈਨ ਹੋਲਡ ਕਰੋ। ਓਕੇ ਸੁਸ਼ੀਲ ਜੀ, ਰੇਸ਼ਮ ਦਸਾਂਝ ਸਾਹਿਬ ਤੁਹਾਡੇ ਨਾਲ ਲਾਈਨ ਤੇ ਨੇ, ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ। ਦਸਾਂਝ ਸਾਹਿਬ ਜੀ ਆਇਆਂ ਨੂੰ, ਸਾਰੇ ਦਸਾਂਝ ਇਕੱਠੇ ਹੋ ਗਏ। ਹਾਂਜੀ ਸੁਸ਼ੀਲ ਜੀ, ਪਤਾ ਲੱਗਾ ਕਿ ਦਲਜੀਤ ਦੋਸਾਂਝ ਤੇ ਹੋਰ ਵੀ ਕਲਾਕਾਰਾਂ ਦੇ ਮਗਰ ਇਸ ਵੇਲੇ ਇਨਕਮ ਟੈਕਸ ਡਿਪਾਰਟਮੈਂਟ ਉਹਨਾਂ ਨੂੰ ਘੇਰੇ 'ਚ ਲੈ ਰਿਹਾ। ਹਾਲਾਂਕਿ ਦਲਜੀਤ ਦੋਸਾਂਝ ਨੂੰ ਪਲੈਟਫਾਰਮ ਨਹੀਂ ਮਿਲ ਚੁੱਕਾ ਸਰਟੀਫਿਕੇਟ ਕਿ ਉਹ ਇਨਕਮ ਟੈਕਸ ਲਈ ਬੜਾ ਕਲੀਅਰ ਪਰਸਨ ਹੈ ਜੀ। ਥੈਂਕ ਯੂ ਦਸਾਂਝ ਸਾਹਿਬ, ਥੈਂਕ ਯੂ। 1 ਸੈਕਿੰਡ ਹੋਲਡ ਔਨ, ਲੈਟ ਮੀ ਸੀ। ਠੀਕ ਹੈ ਗੱਲ। ਰੇਸ਼ਮ ਦੋਸਾਂਝ ਸਾਡੇ ਵੱਡੇ ਨੇ, ਸਾਡੇ ਵੱਡੇ ਭਰਾ ਨੇ ਤੇ ਬਹੁਤ ਮਿਹਰਬਾਨੀ, ਉਹ ਪ੍ਰੋਗਰਾਮ ਰੋਜ਼ ਸਾਡਾ ਦੇਖਦੇ ਸੁਣਦੇ ਨੇ। ਸ਼ੁਕਰੀਆ ਉਹ ਲਾਈਨ ਤੇ ਆਏ ਨੇ ਤੇ ਬਿਲਕੁਲ ਗੱਲ ਠੀਕ ਹੈ ਉਹਨਾਂ ਦੀ ਕਿ ਜਿਹੜੇ ਲੋਕ ਵੀ ਇਸ ਅੰਦੋਲਨ ਦੇ ਪ੍ਰਤੀ ਸੁਹਿਰਦ ਨੇ ਜਾਂ ਇਸ ਅੰਦੋਲਨ ਦੀ ਹਮਾਇਤ ਕਰ ਰਹੇ ਨੇ ਜਾਂ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਥ੍ਰੈਟ ਕਰਨ ਦੀ ਜਿਹੜੀ ਇੱਕ ਪੋਲਿਟਿਕਸ ਇਸ ਗਵਰਨਮੈਂਟ ਦੀ ਹੈ। ਇਸੇ ਕਰਕੇ ਜਿਹੜੀਆਂ ਏਜੰਸੀਆਂ ਹੈਗੀਆਂ, ਚਾਹੇ ਇੰਟੈਲੀਜੈਂਸ ਏਜੰਸੀਆਂ ਆ, ਚਾਹੇ ਉਹ ਏਜੰਸੀਆਂ ਨੇ ਜਿਹੜੀਆਂ, ਚਾਹੇ ਇਨਕਮ ਟੈਕਸ ਹੈ, ਚਾਹੇ ਈਡੀ ਹੈ, ਇਨਫੋਰਸਮੈਂਟ ਡਾਇਰੈਕਟੋਰੇਟ ਹੈ, ਉਹਨਾਂ ਦੀ ਮਿਸਯੂਜ਼ ਜਿਹੜੀ ਹੈ ਸਰਕਾਰ ਕਰ ਰਹੀ ਹੈ। ਅੱਜ ਨਹੀਂ ਕਰ ਰਹੀ, ਜਦੋਂ ਤੋਂ ਨਰਿੰਦਰ ਮੋਦੀ ਆ ਰਹੇ ਉਹ ਕਰ ਰਹੇ। ਕਈ ਮਾਮਲਿਆਂ 'ਚ ਹੈ। ਤੁਹਾਨੂੰ ਪਤਾ ਕਿ ਜਦੋਂ ਪੰਜਾਬ ਦੇ ਵਿੱਚ, ਪੰਜਾਬ ਵਿਧਾਨ ਸਭਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ 3 ਤੇ 4 ਬਿੱਲ ਲੈ ਕੇ ਆ ਰਹੇ ਸੀ
ਤੇ ਉਦੋਂ ਕੈਪਟਨ ਅਮਰਿੰਦਰ ਦੇ ਬੇਟੇ ਰਣਿੰਦਰ ਦੇ ਉੱਤੇ ਈਡੀ ਭੇਜ ਦਿੱਤੀ ਗਈ, ਇਨਫੋਰਸਮੈਂਟ ਡਾਇਰੈਕਟਰ ਭੇਜ ਦਿੱਤੀ ਗਈ। ਬਾਅਦ ਚ ਕੈਪਟਨ ਅਮਰਿੰਦਰ ਤੇ ਉਹਨਾਂ ਦੀ ਪਤਨੀ ਪ੍ਰਨੀਤ ਕੌਰ ਤੇ ਵੀ ਭੇਜੀ ਗਈ। ਪਰ ਕੈਪਟਨ ਅਮਰਿੰਦਰ ਨੇ ਉਦੋਂ ਵੀ ਕਿਹਾ ਭਾਵੇਂ ਮੈਂ ਕੈਪਟਨ ਅਮਰਿੰਦਰ ਦੀ ਜਿਹੜੀ ਪੋਲਿਟਿਕਸ ਹੈ ਉਹਨੂੰ ਸਮਝਦਾ ਆ ਤੇ ਨਾਲੇ ਮੈਨੂੰ ਇਹ ਵੀ ਪਤਾ ਹੈ ਕਿ ਉਹ ਤੱਕ ਮਜਬੂਰੀ ਚੋਂ ਉਹਨਾਂ ਨੇ ਸਾਰਾ ਕੁਝ ਕੀਤਾ, ਪਰ ਉਹਨਾਂ ਨੇ ਉਦੋਂ ਕਿਹਾ ਕਿ ਏਦਾਂ ਦੇ ਈਡੀ ਊਡੀ ਸਾਡੇ ਤੇ ਕਈ ਵਾਰੀ ਆਇਆ, ਅਸੀਂ ਕੋਈ ਪਰਵਾਹ ਨਹੀਂ ਕਰਦੇ। ਵੱਖਰੀ ਗੱਲ ਹੈ ਕਿ ਉਹਨਾਂ ਦੀ ਆਪਣੀ ਪੋਲਿਟਿਕਸ ਉਹ ਆਪਣੇ ਢੰਗ ਨਾਲ ਉਹਨੂੰ ਦੇਖਣਗੇ। ਪਰ ਉਸ ਤੋਂ ਬਾਅਦ ਆਰਪੀਆ ਦੇ ਉੱਤੇ ਜਿੱਦਾਂ ਇਨਕਮ ਟੈਕਸ ਦੇ ਛਾਪੇ ਮਰਵਾਏ ਗਏ ਤੇ ਆਰਪੀਆ ਨੇ ਵੀ ਬੜਾ ਕਲੀਅਰ ਕੱਟ ਸਟੈਂਡ ਲੈ ਲਿਆ। ਹੁਣ ਦਲਜੀਤ ਦੋਸਾਂਝ ਜਿਹੜਾ ਸਾਡੇ ਪਿੰਡ ਦਾ ਮਾਣ ਹੈ, ਗਾਇਕ ਵੀ ਹੈ, ਉਹਨੇ ਐਲਾਨ ਕੀਤਾ ਸੀ 1 ਕਰੋੜ 20 ਲੱਖ ਰੁਪਏ ਦੇਣ ਦਾ ਉੱਥੇ, ਤੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਕਿਹਾ ਸੀ ਵੀ ਤੁਸੀਂ ਖੁਦ ਜਾ ਕੇ ਉਹਨਾਂ ਪਰਿਵਾਰਾਂ ਨੂੰ ਇਹ ਪੈਸੇ ਦਿਓ ਜਿਹੜੇ ਪਰਿਵਾਰ ਜਿਹੜੇ ਸਿੱਧੇ ਤੌਰ ਤੇ ਪੀੜਤ ਹੋਏ ਨੇ। ਸੋ ਅਲਟੀਮੇਟਲੀ ਉਹ ਪੈਸੇ ਹਾਲੇ ਦਿੱਤੇ ਵੀ ਨਹੀਂ ਗਏ, ਕਿਤੇ ਦਿੱਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ। ਤੇ ਉਹਦੇ ਤੇ ਇਸ ਕਿਸਮ ਦਾ ਇਨਕਮ ਟੈਕਸ ਦਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਥ੍ਰੈਟ ਕਰਨਾ, ਤੇ ਜਦਕਿ ਜਿਹੜੀ ਰੇਸ਼ਮ ਦੋਸਾਂਝ ਉਹਨਾਂ ਨੇ ਗੱਲ ਕਹੀ ਹੈ ਕਿ ਉਹ ਬਿਲਕੁਲ ਕਲੈਰਿਟੀ ਹੈ ਉਸ ਮਾਮਲੇ ਦੇ ਵਿੱਚ, ਟੈਕਸ ਜਿਹੜਾ ਆ ਉਹਨਾਂ ਦਾ ਰੈਗੂਲਰ ਜਾ ਰਿਹਾ, ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ। ਨਹੀਂ, ਉਹ ਖਬਰ ਦੋਸਾਂਝ ਸਾਹਿਬ ਇਹ ਹੈ ਕਿ ਦਲਜੀਤ ਦੋਸਾਂਝ ਅਤੇ ਸਪੀਡ ਰੈਕਟ ਦੇ ਦਿਨੇਸ਼ ਹੋਣਾ ਨੂੰ ਈਡੀ ਨੇ ਨੋਟਿਸ ਭੇਜਿਆ ਕਿ ਤੁਸੀਂ ਇੰਗਲੈਂਡ ਦੁਆਰਾ ਪੈਸੇ ਮੰਗਾ ਕੇ ਕਿਸਾਨਾਂ ਦੀ ਮਦਦ ਕਰ ਰਹੇ ਹੋ, ਇਸ ਕਰਕੇ ਉਹਨਾਂ ਦੀ ਪੁੱਛਗਿੱਛ ਜਿਹੜੀ ਹੋਣ ਜਾ ਰਹੀ ਹੈ। ਤੇ ਹੋ ਜਾਏ ਪੁੱਛਗਿੱਛ, ਏਦਾਂ ਦਾ ਕੋਈ ਮਸਲਾ ਨਹੀਂ, ਕਿਉਂਕਿ ਰਿਐਲਿਟੀ ਇਹ ਆ ਵੀ ਇਹ ਅਸਲ ਦੇ ਵਿੱਚ ਇਸ ਤਰ੍ਹਾਂ ਦੀਆਂ ਘੁੜਤਰਾਈਆਂ ਕੱਢ ਕੇ ਅੰਦੋਲਨ ਦੇ ਫੇਵਰ ਦੇ ਵਿੱਚ ਜਿਹੜੇ ਲੋਕ ਨੇ, ਖਾਸ ਤੌਰ ਤੇ ਸੈਲੀਬ੍ਰਿਟੀਜ਼ ਜਿਹੜੇ ਆ, ਉਹਨਾਂ ਨੂੰ ਧਮਕਾਉਣ ਦੀ ਰਾਜਨੀਤੀ ਕਰ ਰਹੇ ਆ। ਪਰ ਦਲਜੀਤ ਦੋਸਾਂਝ ਦਾ ਤਾਂ ਪੂਰਾ ਪਰਿਵਾਰ ਹੀ ਹੈ, ਜੇ ਤੁਸੀਂ YouTube ਤੇ ਦੇਖੋ ਉਹਨਾਂ ਦਾ ਪੂਰਾ ਪਰਿਵਾਰ ਉੱਥੇ ਦੋਸਾਂਝ ਵਾਲੇ ਮੋਰਚੇ 'ਚ ਬੈਠਾ ਤੇ ਅਗਵਾਈ ਕਰ ਰਿਹਾ। ਉਹਨਾਂ ਦੇ ਚਾਚਾ ਜੀ ਮਾਸਟਰ ਸ਼ਿੰਗਾਰਾ ਸਿੰਘ ਦੀ ਅਗਵਾਈ ਦੇ ਵਿੱਚ ਮੈਂ ਅਕਸਰ ਉੱਥੇ ਜਾਂਦਾ ਆ, ਅੱਜ ਵੀ ਇਸ ਵੇਲੇ ਉੱਥੇ ਨੇੜੇ ਜਿਹੜੇ ਹੀ ਆ, ਮੈਂ ਅਕਸਰ ਰੋਜ਼ ਹੀ ਉੱਥੇ ਇੱਕ ਕਿਸਮ ਦਾ ਜ਼ਿਆਰਤ ਕਰਦਾ ਹੁੰਦਾ। ਮੈਨੂੰ ਇਹ ਲੱਗਦਾ ਹੁੰਦਾ ਵੀ ਮੇਰੇ ਪਿੰਡ ਤੋਂ ਨੇ, ਇਲਾਕਾ ਆ, ਤੇ ਅਸੀਂ ਇਹਨਾਂ ਲੋਕਾਂ ਤੋਂ ਸਿੱਖਿਆ ਹੋਇਆ। ਮਤਲਬ ਸਾਡਾ ਇੱਕ ਵਿਰਾਸਤ ਹੈ, ਸਾਡਾ ਇੱਕ ਇਤਿਹਾਸ ਹੈ ਆਪਣੇ ਇਲਾਕੇ ਦਾ, ਦੋਸਾਂਝ ਕਰਨ ਦਾ, ਬਾਬਾ ਭਗਵਾਨ ਸਿੰਘ ਦੋਸਾਂਝ ਦਾ, ਕਾਮਰੇਡ ਗੁਰਬਖਸ਼ ਸਿੰਘ ਰਿਖੀ ਹੋਰਾਂ ਦਾ। ਅਸੀਂ ਉਸ ਵਿਰਾਸਤ ਨੂੰ ਅੱਗੇ ਤੋੜ ਰਹੇ ਜਿਹੜੇ ਲੋਕ ਹੈ ਉਹਨਾਂ ਕੋਲ ਬੈਠ ਕੇ ਖੁਦ ਦਾ ਫਖਰ ਮਹਿਸੂਸ ਕਰ ਰਹੇ ਹਾਂ। ਸੋ ਉਹਨਾਂ ਦੇ ਚਾਚਾ ਜੀ ਮਾਸਟਰ ਸ਼ਿੰਗਾਰੇ ਦੀ ਅਗਵਾਈ ਦੇ ਵਿੱਚ ਹੀ ਉਹ ਮੋਰਚਾ ਲੱਗਾ ਹੋਇਆ ਹੈ ਸਿੰਘੂ ਬਾਰਡਰ ਦੇ ਉੱਤੇ, ਜਿੱਥੇ ਦੋਸਾਂਝ ਕਰਨ ਵਾਲੇ ਬੈਠੇ ਹੈ। ਉਹ ਅਲਟੀਮੇਟਲੀ ਕੋਈ ਇਹ ਥ੍ਰੈਟ ਟੂਟ ਕਰਨ ਵਾਲੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ, ਤੇ ਉਹ ਕੋਸ਼ਿਸ਼ ਹੈ ਅਸਲ ਤੇ ਸਰਕਾਰ ਦੀ ਵੀ ਜਿਹੜੇ ਲੋਕ ਖਾਸ ਤੌਰ ਤੇ ਸੈਲੀਬ੍ਰਿਟੀ ਹੈ ਉਹਨਾਂ ਨੂੰ ਰੋਕਿਆ ਜਾਏ। ਪਰ ਦਲਜੀਤ ਦੋਸਾਂਝ ਵੱਲੋਂ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਕਿਸੇ ਕਿਸਮ ਦੀ ਵੀ ਕਮਜ਼ੋਰੀ ਦਾ ਇਜ਼ਹਾਰ ਇਸ ਮਾਮਲੇ 'ਚ ਨਹੀਂ ਕੀਤਾ ਗਿਆ। ਦੋਸਾਂਝ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਆਉਣ ਵਾਲੇ ਦਿਨ ਦੀਆਂ ਸ਼ੁਭ ਸ਼ਾਮਾਂ ਭੇਜਦੇ ਹਾਂ। ਆਪਣਾ ਧਿਆਨ ਰੱਖੋ, ਆਪਣੇ ਪਰਿਵਾਰ ਦਾ ਧਿਆਨ ਰੱਖੋ। ਕੱਲ੍ਹ ਦੇ ਪ੍ਰੋਗਰਾਮ 'ਚ ਆਪਣੀ ਫਿਰ ਗੱਲਬਾਤ ਹੋਈ। ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ। ਇਹ ਸਨ ਸੁਸ਼ੀਲ ਦੋਸਾਂਝ। ਅਸੀਂ ਲਾਈਵ ਦਿੱਲੀ ਤੋਂ ਜੋ ਅੱਜ ਮੀਟਿੰਗ ਹੋਈ ਉਸ ਦੀ ਪੂਰੀ ਕਵਰੇਜ ਤੁਹਾਡੇ ਲਈ ਅਸੀਂ ਸਾਂਝੀ ਕੀਤੀ। ਜੋ ਪ੍ਰੋਗਰਾਮ ਦੌਰਾਨ, ਕਿਉਂਕਿ ਲਾਈਵ ਹੁੰਦਾ ਹੈ, ਤੁਸੀਂ ਕੋਈ ਵੀ ਸਵਾਲ ਸਾਨੂੰ ਕਰਨਾ ਹੁੰਦਾ ਹੈ ਜਾਂ ਸਾਨੂੰ ਟੈਕਸਟ ਕਰ ਦਿਆ ਕਰੋ, ਜਾਂ ਤੁਸੀਂ ਲਾਈਵ ਆ ਕੇ ਆਪਣਾ ਸਵਾਲ ਕਰ ਦਿਆ ਕਰੋ। 905 458 44 905 458 4444 905 458 4444। ਕੱਲ੍ਹ ਨੂੰ ਇੱਕ ਹੋਰ ਵੱਖਰਾ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ। ਤੁਸੀਂ ਆਪਣਾ ਧਿਆਨ ਰੱਖੋ, ਦੂਜਿਆਂ ਧਿਆਨ ਰੱਖੋ। ਜਾਂਦੇ ਇੱਕ ਹੋਰ ਖਬਰ ਸਾਂਝੀ ਕਰ ਦਵਾਂ, ਸਾਡੀ ਲੋਕਲ ਖਬਰ ਇੱਥੇ ਦੀ। ਤੁਸੀਂ ਜਦੋਂ ਗੱਡੀ ਸਟਾਰਟ ਕਰਦੇ ਹੋ ਸਨੋ ਟਾਈਮ ਤੇ, ਅਸੀਂ ਆਪਣੀ ਕਾਰ ਸਟਾਰਟ ਕਰਕੇ ਅੰਦਰ ਆ ਕੇ ਬੈਠ ਜਾਂਦੇ ਹਾਂ। ਬੀ ਕੇਅਰਫੁਲ। ਕਾਰ ਜਿਹੜੀ ਹੈ ਉਹ ਲੌਕ ਹੋਣੀ ਚਾਹੀਦੀ ਹੈ। ਪੁਲਿਸ ਨੇ 2 ਪੰਜਾਬੀ ਮੁੰਡੇ ਫੜੇ ਨੇ ਅੱਜ, ਜਿਨ੍ਹਾਂ ਨੇ ਕਿ ਡਰਾਈਵ ਦੇ ਵਿੱਚੋਂ ਕਾਰ ਉਹ ਭਜਾ ਕੇ ਲੈ ਗਏ। ਮੁੜ ਕੇ ਉਹਨੇ ਪੁਲਿਸ ਦੀ ਕਰੂਜ਼ਰ ਨੂੰ ਹਿੱਟ ਕੀਤਾ। ਇੱਕ 21 ਸਾਲ ਦਾ ਨੌਜਵਾਨ ਇੱਕ ਜੋਤ ਸਿੰਘ ਹੈ ਤੇ ਇੱਕ ਦੂਸਰਾ ਜਿਹੜਾ ਲੜਕਾ ਹੈ ਉਸ ਦੀ ਉਮਰ 23 ਸਾਲ ਹੈ। ਦੋਨਾਂ ਨੂੰ ਪੁਲਿਸ ਨੇ, ਇਹ ਪੰਜਾਬੀ ਮੁੰਡੇ ਨੇ, ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਤੇ ਆਪਣੀ ਕਾਰ ਸਟਾਰਟ ਕਰਨ ਵੇਲੇ ਧਿਆਨ ਰੱਖੋ। ਬਾਹਰ ਅੱਬਲ ਤਾਂ ਜੇ ਕਾਰ ਤੁਸੀਂ ਸਟਾਰਟ ਕਰਨੀ ਹੈ ਤਾਂ ਮੇਕ ਸ਼ੋਰ ਤੁਹਾਡੀ ਕਾਰ ਲੌਕ ਹੋਣੀ ਚਾਹੀਦੀ ਹੈ ਤੇ ਤੁਹਾਡਾ ਕਾਰ ਦਾ ਰਿਮੋਟ ਤੁਹਾਡੇ ਹੱਥ 'ਚ ਹੋਣਾ ਚਾਹੀਦਾ ਕਿ ਥੋੜ੍ਹੀ ਜਗ੍ਹਾ ਜਾ ਕੇ ਜੇ ਕਾਰ ਕੋਈ ਚੋਰੀ ਵੀ ਕਰਦਾ ਹੈ ਤਾਂ ਕਾਰ ਬੰਦ ਹੋ ਜਾਏਗੀ। ਸੋ ਆਪਣਾ ਧਿਆਨ ਰੱਖੋ, ਬਾਕੀਆਂ ਧਿਆਨ ਰੱਖੋ। ਸਟੇ ਸੇਫ ਐਂਡ ਸਟੇ ਪੋਜ਼ਿਟਿਵ। ਥੈਂਕ ਯੂ।